ਅਸੂਰੀ ਸੰਗਰਾਂਦ ਦਾ ਦਿਹਾੜਾ ਜਾਣ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਹੀ ਸੁੰਦਰ ਦੀਵਾਨ ਸਜਿਆ ਹੋਇਆ ਹੈ। ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਚੌਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਬ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ ਅਤੇ ਗ੍ਰੰਥੀ ਸਾਹਿਬਾਨ ਦੀ ਸੋਹਣੀ ਸੁੰਦਰ ਰਚਨਾ ਰਾਹੀਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਜਪ ਬਾਣੀ ਦਾ ਵੀ ਜਾਪ ਪਾਠ ਹੋਇਆ ਹੈ। ਉਪਰੰਤ ਸੰਗਰਾਂਦ ਦੇ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਵੀ ਹੋਇਆ ਹੈ। ਸੰਗਰਾਂਦ ਦਿਹਾੜਾ ਜਾਣ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰ ਵਿੱਚੋਂ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਤਥਾ ਹੋਰ ਸਿੱਖ ਸੰਗਤਾਂ ਨੂੰ ਦੀ ਬੇਨਤੀ ਨੂੰ ਸਰਵਣ ਕਰਦਿਆਂ ਹੋਇਆਂ ਜੋ ਇਹ ਮਾਝ ਰਾਗ ਵਿੱਚ 12 ਮਹਾਂ ਸਿਰਲੇਖ ਹੇਠ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਹੈ, ਉਹਦਾ ਪਾਠ ਵੀ ਆਪਾਂ ਹੁਣੇ ਸੰਪੂਰਨ ਸੁਣਿਆ। ਜੋ ਇਹ ਅਸ਼ੂ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ, ਬਾਣੀ ਵਿੱਚੋਂ ਉਸ ਪੌੜੀ ਦਾ ਪਾਠ ਵੀ ਦੁਬਾਰਾ ਸੁਣਿਆ ਹੈ। ਅਸ਼ੂ ਦੇ ਮਹੀਨੇ ਵਿੱਚ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਇਹ ਪਵਿੱਤਰ ਬਾਣੀ ਦੁਆਰਾ ਜਿੱਥੇ ਅੱਜ ਕੱਲ੍ਹ ਮੰਜੀ ਸਾਹਿਬ ਅਸਥਾਨ ਹੈ, ਸੁਬਾਹ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹ ਮੰਜੀ ਦੀਵਾਨ ਹਾਲ ਵਿਖੇ ਗੁਰਬਾਣੀ ਦਾ ਨਿਤਨੇਮ ਰੂਪ ਦੇ ਵਿੱਚ ਕਥਾ ਵਿਆਖਿਆ ਹੁੰਦੀ ਹੈ, ਗੁਰੂ ਦਾ ਇਤਿਹਾਸ ਵੀ ਪੜ੍ਹਿਆ ਜਾਂਦਾ ਹੈ। ਤੇ ਜਦੋਂ ਇਹ ਸੰਗਰਾਂਦ ਦਾ ਮਹੀਨਾ ਆਉਂਦਾ ਹੈ, ਉਸ ਦਿਨ ਵੀ ਮੰਜੀ ਸਾਹਿਬ ਵਿਖੇ ਇਸ ਮਹੀਨੇ ਦੀ ਵਿਸ਼ੇਸ਼ ਕਰਕੇ ਕਥਾ ਵਿਆਖਿਆ ਕੀਤੀ ਜਾਂਦੀ ਹੈ। ਉਂਝ ਭਾਵੇਂ ਹਰਿਮੰਦਰ ਸਾਹਿਬ ਵਿੱਚੋਂ ਜੋ ਸਿੰਘ ਸਾਹਿਬ ਦੇ ਮੁਖਾਰ ਬਿੰਦ ਰਾਹੀਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਕੇ ਗੁਰੂ ਮਹਾਰਾਜ ਦਾ ਸਰੂਪ ਹੁਕਮਨਾਮਾ ਲਿਆ ਜਾਂਦਾ ਹੈ, ਮਹਾਵਾਕ ਲਿਆ ਜਾਂਦਾ ਹੈ, ਉਹਦੀ ਹੀ ਵਿਆਖਿਆ ਹੁੰਦੀ, ਉਹਦੀ ਕਥਾ ਹੁੰਦੀ ਹੈ। ਪਰ ਸੰਗਰਾਂਦ ਵਾਲੇ ਦਿਨ ਜਿੱਥੇ ਹੁਕਮਨਾਮੇ ਦੀ ਕਥਾ ਉੱਥੇ ਨਾਲ ਲੱਗਵਾ ਜਿਹੜਾ ਮਹੀਨਾ ਚੜ੍ਹਿਆ ਹੈ, ਇਸ 12 ਮਹਾਂ ਬਾਣੀ ਦੇ ਵਿੱਚੋਂ ਉਸ ਪੌੜੀ ਦੀ ਵੀ ਕਥਾ ਵਿਆਖਿਆ ਕੀਤੀ ਜਾਂਦੀ ਹੈ। ਉੱਥੋਂ ਹੀ ਸੇਧ ਲੈ ਕੇ ਜਿੱਥੇ ਕਿੱਥੇ ਕੋਈ ਗੁਰੂ ਕੇ ਸਿੱਖਾਂ ਨੇ ਧਾਰਮਿਕ ਸਥਾਨ ਆਪਣੀ ਸਹੂਲਤ ਨਾਲ ਸਜਾਏ ਹੈ, ਬਣਾਏ ਹੈ, ਜਾਂ ਸਾਧੂਆਂ ਨੇ ਕਾਲਨਾ ਕਮਾਈ ਕਰਕੇ ਸਥਾਨ ਕਾਇਮ ਕੀਤੇ ਹੈ, ਗੁਰੂ ਮਹਾਰਾਜ ਦਾ ਸਰੂਪ ਪ੍ਰਕਾਸ਼ਮਾਨ ਕੀਤਾ ਹੈ, ਸਵਾਇਮਾਨ ਕੀਤਾ, ਉੱਥੇ ਸਾਰੇ ਸਥਾਨਾਂ 'ਤੇ ਇਹ ਸੰਗਰਾਂਦ ਦੇ ਦਿਹਾੜੇ ਨੂੰ ਜਾਣ ਕੇ 12 ਮਹਾਂ ਦਾ ਪਾਠ ਵੀ ਹੁੰਦਾ ਹੈ। ਤੇ ਜਿਹੜਾ ਮਹੀਨਾ ਚੜ੍ਹਿਆ ਉਸ ਪੌੜੀ ਦਾ ਫਿਰ ਦੁਬਾਰਾ ਪਾਠ ਕਰਕੇ ਫਿਰ ਅਰਦਾਸ ਕਰ ਲਈ ਜਾਂਦੀ ਹੈ। ਜੇ ਕੋਈ ਗਿਆਨੀ ਸਾਹਿਬਾਨ ਕਥਾਵਾਚਕ ਹੋਵੇ ਫਿਰ ਉਹ ਸੰਗਤ ਨਾਲ ਮਿਲ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਸੰਗਰਾਂਦ ਦੇ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਜੋ ਮਹੀਨਾ ਚੜ੍ਹਿਆ ਹੈ, ਮਹਾਰਾਜ ਦੀ ਬਾਣੀ ਦੇ ਵਿੱਚੋਂ ਫਿਰ ਉਸ ਦੀ ਕਥਾ ਵਿਆਖਿਆ ਕਰਕੇ ਸੰਗਤਾਂ ਨੂੰ ਸੁਣਾਉਂਦਾ ਹੈ।
ਸੋ ਇਸ ਸਥਾਨ 'ਤੇ ਵੀ ਮਹਾਂਪੁਰਸ਼ਾਂ ਦੀ ਕਮਾਈ ਦਾ ਸਦਕਾ ਸੋਹਣਾ ਸਥਾਨ ਸੁਭਾਏਮਾਨ ਹੋਇਆ ਹੋਇਆ। ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਸੇਵਾ ਹੁੰਦੀ ਹੈ, ਨਿਤਨੇਮ ਵੀ ਹੁੰਦਾ ਹੈ। ਸੋ ਇਸੇ ਤਰ੍ਹਾਂ ਕਥਾ ਵਿਆਖਿਆ ਵੀ ਭਾਵੇਂ ਇੱਥੇ ਚੱਲਦੀ ਰਹਿੰਦੀ ਹੈ। ਪਹਿਲਾਂ ਵੀ ਗੁਰੂ ਕਾ ਇਤਿਹਾਸ ਪੜ੍ਹਿਆ ਸੁਣਿਆ ਜਾਂਦਾ ਰਿਹਾ ਹੈ। ਫਰੀਦਕੋਟ ਦੇ ਟੀਕੇ ਰਾਹੀਂ ਗੁਰਬਾਣੀ ਦੀ ਕਥਾ ਵਿਆਖਿਆ ਵੀ ਹੁੰਦੀ ਰਹੀ ਹੈ। ਸੋ ਇਸ ਤਰ੍ਹਾਂ ਇਹ ਸਥਾਨ 'ਤੇ ਕਥਾ ਵਿਆਖਿਆ ਜਾਂ ਸੰਗਤ ਰੂਪ ਵਿੱਚ ਜਾਂ ਅੰਜ ਪੜ੍ਹਨ ਪੜ੍ਹਾਉਣ ਰੂਪ ਵਿੱਚ ਇਹ ਚੱਲਦੀ ਰਹਿੰਦੀ ਹੈ। ਸੋ ਅੱਜ ਅੱਸੂ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਘਰ ਦੀ ਮਰਜ਼ਾਦਾ ਅਨੁਸਾਰ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਗਿਆ ਅਨੁਸਾਰ ਇੱਥੇ ਵੀ ਇਹ ਆਪਾਂ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆ 12 ਮਾਹਾਂ ਦਾ ਪਾਠ ਹੁਣੇ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਸੁਣਿਆ। ਤੇ ਅੱਸੂ ਦੇ ਮਹੀਨੇ ਦੁਆਰਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਸੰਗਤਾਂ ਵਿੱਚ ਬੈਠ ਕੇ ਉਪਦੇਸ਼ ਬਖਸ਼ਿਆ ਸੀ, ਅੱਜ ਵੀ ਸਾਨੂੰ ਉਸ ਗੁਰਬਾਣੀ ਦੁਆਰਾ ਹੀ ਉਪਦੇਸ਼ ਬਖਸ਼ ਰਹੇ ਹੈ। ਉਹ ਕੀ ਉਪਦੇਸ਼ ਬਖਸ਼ ਰਹੇ ਹੈ? ਮਹਾਰਾਜ ਕਹਿੰਦੇ ਅਸਨ ਪ੍ਰੇਮ ਅਮਾਹੜਾ। ਹੇ ਭਾਈ ਗੁਰਸਿੱਖੋ, ਅੱਸੂ ਦਾ ਜਿਹੜਾ ਮਹੀਨਾ ਹੈ ਇਹਦੇ ਅੰਦਰ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਪ੍ਰੇਮ ਦੁਆਰਾ ਅਮਾੜਾ ਪੈਦਾ ਹੋਇਆ, ਅਮਾੜਾ ਉੱਠਿਆ, ਉਛਾਲਾ ਉੱਠਿਆ, ਜਿਹੜੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਚਾਅ ਉਤਸ਼ਾਹ ਹੋਇਆ, ਪੈਦਾ ਹੋਇਆ, ਚਾਅ ਉਤਸ਼ਾਹ ਉੱਠਿਆ ਹੈ, ਫਿਰ ਉਹਨਾਂ ਦੇ ਅੰਦਰ ਇਹ ਤਰਫ ਉੱਠਦੀ ਹੈ, ਕਿਉਂ ਮਿਲਿਆ ਹਰ ਜਾਏ। ਵੀ ਕਿਵੇਂ ਜੋ ਵਾਹਿਗੁਰੂ ਹਰੇ ਭਰੇ ਕਰਨ ਵਾਲਾ ਹੈ, ਹਰ ਹਰਾਂਤੀ ਪਾਪਾਨੀ ਦੁਰਟ ਚਿਤ ਵੀ ਸਿਮਰਤਾ, ਐਸਾ ਜਿਹੜਾ ਹਰੀ ਹੈ ਮਾੜੇ ਚਿੱਤ ਨਾਲ, ਮਾੜੇ ਖਿਆਲਾਂ ਨਾਲ ਵੀ ਜਿਸ ਨੂੰ ਚੇਤੇ ਕਰ ਲਈਏ ਫਿਰ ਵੀ ਉਹ ਪਾਪ ਨਾਸ਼ ਕਰ ਦੇਵੇ। ਇੱਕ ਤਾਂ ਹੁੰਦਾ ਨਾ ਚੰਗੀ ਭਾਵਨਾ ਨਾਲ, ਪ੍ਰੇਮ ਪਿਆਰ ਨਾਲ ਪਰਮੇਸ਼ਰ ਨੂੰ ਚੇਤੇ ਕਰਨਾ, ਇੱਕ ਹੁੰਦਾ ਵੀ ਔਖੇ ਸੌਖੇ ਹੋ ਕੇ, ਜਿਵੇਂ ਬੱਧਾ ਚੱਟੀ ਜੀ ਕੋਈ ਪੜ੍ਹਦੇ ਨੇ, ਵੀ ਨਿਤਨੇਮ ਤਾਂ ਕਰਨਾ, ਮੂਲ ਮੰਤਰ ਗੁਰੂ ਮੰਤਰ ਦਾ ਜਾਪ ਅਭਿਆਸ ਕਰਨਾ, ਪਰ ਔਖੇ ਹੋ ਕੇ ਕਰਨਾ। ਇੱਕ ਹੁੰਦਾ ਪ੍ਰੇਮ ਪਿਆਰ ਨਾਲ, ਭਾਵਨਾ ਨਾਲ। ਜਿਹੜਾ ਕੋਈ ਪ੍ਰੇਮ ਪਿਆਰ ਨਾਲ ਹੈ ਉਹਦੇ ਨਾਲ ਵਾਹਿਗੁਰੂ ਦੀ ਛੇਤੀ ਪ੍ਰਾਪਤੀ ਹੁੰਦੀ ਹੈ, ਵਾਹਿਗੁਰੂ ਦੇ ਬਹੁਤੇ ਨੇੜੇ ਹੋ ਜਾਂਦੇ। ਫਲ ਜਿਹੜਾ ਅਸੀਂ ਔਖੇ ਸੌਖੇ ਹੋ ਕੇ ਕਰਿਆ ਉਹਦਾ ਵੀ ਮਿਲਦਾ ਹੈ। ਉਹ ਤਾਂ ਅਸੀਂ ਦੇਖ ਲਓ ਪ੍ਰਤੱਖ ਹੈ ਵੀ ਜਦੋਂ ਅਸੀਂ ਖੇਤ ਵਿੱਚ ਜਾ ਕੇ ਕੋਈ ਅੰਨ ਬੀਜਦੇ, ਦਾਣੇ ਬੀਜਦੇ, ਭਾਵੇਂ ਕੋਈ ਦਾਣਾ ਪੁੱਠਾ ਡਿੱਗ ਪਏ, ਭਾਵੇਂ ਸਿੱਧਾ ਡਿੱਗ ਪਏ, ਸਿੱਧਾ ਪੁੱਠਾ ਵੀ ਉਗਵੇ, ਵੀ ਧਰਤੀ ਵਿੱਚ ਬੀਜ ਬੀਜਿਆ ਸਿੱਧਾ ਪੁੱਠਾ ਉੱਗ ਹੀ ਪੈਂਦਾ ਹੈ। ਵੀ ਜੇ ਇੱਕ ਦਾਣਾ ਸਿੱਧਾ ਪੁੱਠਾ ਬੀਜਿਆ ਹੋਇਆ ਉੱਗ ਪੈਂਦਾ ਹੈ, ਤੇ ਜੇ ਕੋਈ ਔਖਾ ਸੌਖਾ ਹੋ ਕੇ ਵਾਹਿਗੁਰੂ ਦੇ ਨਾਮ ਜਪ ਲੈ, ਜਪਜੀ ਪੜ੍ਹ ਲੈ, ਬਾਣੀ ਪੜ੍ਹ ਲੈ, ਫਲ ਉਹਨੂੰ ਵੀ ਮਿਲ ਜਾਂਦਾ ਹੈ। ਪਰ ਪ੍ਰੇਮ ਤੇ ਭਾਵਨਾ ਨਾਲ ਜਦੋਂ ਕੋਈ ਜਪਦਾ ਹੈ ਉਹਨੂੰ ਤੁਰਤ ਫਲ ਮਿਲਦਾ ਹੈ। ਤੁਰਤ ਫਲ ਕੀ? ਉਹਦਾ ਮਨ ਬੜੀ ਛੇਤੀ ਟਿਕਾ ਵਿੱਚ ਆ ਜਾਂਦਾ ਹੈ।
ਵਧਾ ਝੱਟੇ ਵਾਲੇ ਨੂੰ ਜਾਣੀ ਹੌਲੀ ਹੌਲੀ ਜਿੱਦਣ ਕਰਦਿਆਂ ਕਰਾਉਂਦਿਆਂ ਫਿਰ ਉਹ ਮਨ ਬਣ ਜਾਏਗਾ। ਪਰ ਉਹੀ ਮਨੁੱਖ, ਕਿਉਂਕਿ ਉਹ ਜਿਹੜਾ ਕੋਈ ਉਹਨੇ ਜਾਪ ਕੀਤਾ ਹੈ, ਬਾਣੀ ਪੜ੍ਹੀ ਹੈ, ਉਹਨੇ ਫਲ ਦਿੱਤੇ ਨੇ, ਬਿਨਾਂ ਤਾਂ ਆਲਾ ਨਹੀਂ ਨਾ ਜਾਣਾ, ਬਿਰਥਾ ਨਹੀਂ ਜਾਣਾ, ਬਾਣੀ ਨਹੀਂ, ਉਹਨੇ ਫਲ ਦੇਣਾ ਹੀ ਦੇਣਾ ਹੈ। ਉਹ ਜਿਹਨਾਂ ਨੂੰ ਫਿਰ ਉਹ ਬਾਣੀ ਦਾ ਫਲ ਮਿਲਣ ਲੱਗ ਪਿਆ, ਫਿਰ ਰੱਬੀ ਪ੍ਰੇਮ ਪਿਆਰ ਪੈਦਾ ਹੋ ਜਾਏਗਾ। ਜਿੱਥੇ ਔਖਾ ਸੌਖਾ ਜਾ ਹੋ ਕੇ ਪੜ੍ਹਦਾ ਸੀ, ਬੰਦਾ ਝੱਟੀ ਭਰਦਾ, ਉੱਥੇ ਪ੍ਰੇਮ ਪਿਆਰ ਨਾਲ ਸਾਰਾ ਕੁਛ ਕਰਨ ਲੱਗ ਜੂ, ਭਾਵਨਾ ਨਾਲ ਕਰਨ ਲੱਗ ਜਾਊਗਾ। ਜਿੱਥੇ ਫਿਰ ਵਾਹਿਗੁਰੂ ਦਾ ਪ੍ਰੇਮ ਪਿਆਰ ਆ ਗਿਆ, ਉੱਥੇ ਸਭ ਕੁਛ ਹੀ ਆ ਜਾਂਦਾ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ ਹੈ ਨਾ, ਉਹਨੇ ਬਾਕੀ ਤਾਂ ਸਭ ਕੁਛ ਪਾਇਆ ਹੀ ਪਾਇਆ ਹੈ। ਉਹਨੇ ਤਾਂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲਿਆ ਹੈ। ਜੇ ਪਿਛਲੇ ਯੁਗਾਂ ਦੇ ਆਪਾਂ ਸਨਾਤਨ ਪੁਸਤਕਾਂ ਨੂੰ ਪੜ੍ਹ ਗਏ, ਉਹਦੇ ਵਿੱਚ ਵੀ ਜਿਨ੍ਹਾਂ ਪ੍ਰੇਮੀਆਂ ਨੇ ਸੱਚਾ ਸੁੱਚਾ ਪ੍ਰੇਮ ਪਿਆਰ ਆਪਣੇ ਇਸ਼ਟਾਂ ਨਾਲ ਕੀਤਾ, ਉਹ ਸਭ ਕੁਝ ਛੱਡ ਕੇ ਪ੍ਰੇਮੀ ਕੋਲ ਗਏ, ਪ੍ਰੇਮ ਕਰਨ ਕੋਲ ਗਏ। ਹੁਣ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਵਿੱਚ ਹੋਏ ਤੇ 16 ਕਲਾ ਅਵਤਾਰ ਸੰਪੂਰਨ ਸੀ। ਇਹ ਜਦੋਂ ਦੁਰਯੋਧਨ ਕੋਲ ਗਏ, ਦੁਰਯੋਧਨ ਹੁਣ ਪ੍ਰੇਮੀ ਪਿਆਰਾ ਹੈ ਨਹੀਂ ਸੀ, ਹੰਕਾਰੀ ਸੀ। ਤੇ ਭਗਵਾਨ ਆ ਰਹੇ ਹੈ, ਮਨ ਵਿੱਚ ਖਿਆਲ ਆਇਆ ਵੀ ਜੇ ਹੁਣ ਨਾ ਉੱਠੇ ਲੋਕ ਮੈਨੂੰ ਕੀ ਕਹਿਣਗੇ ਵੀ ਅੱਗੇ ਉੱਠਿਆ ਨਹੀਂ। ਆਪਾਂ ਉੱਠਣਾ ਨਹੀਂ ਹੈ, ਆਪਾਂ ਰਾਜੇ ਮਹਾਰਾਜੇ ਹੈ, ਉਹ ਗੁਜਰਾਂ ਦਾ ਪੁੱਤ। ਅਸੀਂ ਗੁਜਰਾਂ ਦੇ ਪੁੱਤ ਅੱਗੇ ਕਿਵੇਂ ਵੀ ਖੜੇ ਹੋਈਏ ਰਾਜੇ ਮਹਾਰਾਜੇ। ਮਨ ਵਿੱਚ ਖਿਆਲ ਹੈ ਬਈ ਆਪਾਂ ਇੱਥੋਂ ਗੱਡੀ ਤੋਂ ਉੱਠ ਕੇ ਇੱਧਰ ਉੱਧਰ ਟਲ ਜਾਈਏ ਤੇ ਵੇਲੇ ਵੱਲੀ ਚਲੇ ਜਾਈਏ, ਤੇ ਲੋਕਾਂ ਦੀ ਜਿਹੜੀ ਕੋਈ ਹੈ ਨਾ, ਉਹ ਕਹਿਣਗੇ ਵੀ ਦੇਖੋ ਆਏ ਸੀ ਭਗਵਾਨ, ਇਹ ਦੁਰਯੋਧਨ ਉੱਠਿਆ ਨਹੀਂ ਹੈ। ਉਦੋਂ ਵੀ ਬਚ ਜਾਵਾਂਗੇ, ਦੂਜਾ ਵੀ ਆਪਣਾ ਸਭ ਕੁਝ ਬਣਿਆ ਬਣਾਇਆ ਵੀ ਰਹੂਗਾ। ਉਹ ਭਗਵਾਨ ਉੱਥੇ ਆ ਕੇ ਬਹਿ ਜਾਣਗੇ, ਆਪਾਂ ਤਬੇਲੇ ਚੋਂ ਗਿੜਾ ਜਿਹਾ ਮਾਰ ਕੇ ਚਲੇ ਜਾਵਾਂਗੇ, ਤੇ ਫਿਰ ਆਪਣੀ ਇਹ ਪਦਵੀ ਦੀ ਜਿਹੜੀ ਕੋਈ ਹੈਗੀ ਹੈ ਨਾ, ਉਹ ਮੈਂ ਮੇਰੀ ਉਹ ਕਾਇਮ ਰਹੇਗੀ। ਉਦੋਂ ਭਗਵਾਨ ਕ੍ਰਿਸ਼ਨ ਵੀ ਅੰਤਰਜਾਮੀ ਸੀ, ਦਿਲਾਂ ਦੀਆਂ ਬੁੱਝਣ ਵਾਲੇ ਸੀ, ਤੇ ਇਹ ਵੀ ਟਲ ਗਏ, ਇਹ ਵੀ ਉਧਰ ਨਹੀਂ ਗਏ। ਫਿਰ ਦੇਖਿਆ ਵੀ ਪ੍ਰੇਮੀ ਪਿਆਰਾ ਕਿਹੜਾ ਇੱਥੇ, ਉਹ ਸੀ ਬਿਦਰ ਭਗਤ। ਉਹਦਾ ਪ੍ਰੇਮ ਪਿਆਰ ਦਾ ਕਹਿੰਦੇ ਸਿੱਧੇ ਭਗਤ ਬਿਦਰ ਦੇ ਘਰੇ ਗਏ ਭਗਵਾਨ ਕ੍ਰਿਸ਼ਨ ਜੀ, ਤੇ ਦੋਹਾਂ ਜੀਆਂ ਨੂੰ ਚਾਅ ਚੜ੍ਹ ਗਿਆ। ਬਿਦਰ ਜੀ ਤਾਂ ਕਿਤੇ ਆਸੇ ਪਾਸੇ ਗਏ ਸੀ, ਤੇ ਘਰ ਵਾਲੀ ਸੀ। ਇਹਨੇ ਨੂੰ ਸੁਣ ਕੇ ਵੀ ਭਗਵਾਨ ਜੀ ਆਏ, ਭਜੇ ਆਏ ਪ੍ਰੇਮ ਪਿਆਰ ਵਿੱਚ ਆਏ, ਮੱਥਾ ਟੇਕਿਆ, ਤਾਨੋ ਮਾਰਾ, ਤਾਨੋ ਭਗਵਾਨ, ਸਾਡੇ ਗਰੀਬਾਂ ਦੇ ਘਰੇ ਤੁਸੀਂ ਆ ਗਏ। ਕਹਿੰਦੇ ਵੀ ਅਸੀਂ ਤਾਂ ਪ੍ਰੇਮ ਦੇ ਭੁੱਖੇ ਹੈ। ਐ ਵੀ ਬਿਦਰ ਤੂੰ ਹੁਣ ਪ੍ਰੇਮ ਨਾਲ ਜੋ ਕੁਛ ਹੈ ਉਹ ਮੈਨੂੰ ਛਕਾ। ਤੇ ਕੇਲੇ ਦੀਆਂ ਛੱਲੀਆਂ ਬਿਦਰ ਜੀ ਲੈ ਆਏ। ਉਹ ਪ੍ਰੇਮ ਪਿਆਰ ਵਿੱਚ ਐਸੇ ਮਸਤ ਹੋਏ
ਜਿਹੜਾ ਛੱਲੀ ਦਾ ਉੱਪਰਲਾ ਫੁਲਕ ਜਾਂ ਲਾ ਕੇ ਤੇ ਭਗਵਾਨ ਕ੍ਰਿਸ਼ਨ ਜੀ ਨੂੰ ਫੜਾਈ ਜਾਣ ਤੇ ਗੁੱਦਾ ਥੱਲੇ ਸਿੱਟੀ ਜਾਣ। ਕਿ ਪ੍ਰੇਮ ਪਿਆਰ ਦੀਆਂ ਗੱਲਾਂ ਹੀ ਐਸੀਆਂ, ਉਹ ਮਸਤ ਹੀ ਐਸੇ ਹੋ ਗਏ ਪ੍ਰੇਮ ਵਿੱਚ, ਤੇ ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਕਰ ਰਿਹਾ। ਘਰ ਵਾਲੀ ਆਈ, ਬਿਦਰ ਨੂੰ ਕਹਿਣ ਲੱਗੀ, ਭਗਤ ਜੀ ਕੀ ਕਰੀ ਜਾਂਦੇ ਆ, ਮਸਾਂ ਭਗਵਾਨ ਆਏ ਸਾਡੇ ਗਰੀਬਾਂ ਦੇ ਘਰੇ, ਸਾਰਿਆਂ ਨੂੰ ਛੱਡ ਕੇ ਰਾਜਾ ਮਹਾਰਾਜਾ ਨੇ, ਤੁਸੀਂ ਕਿੱਡਾ ਅਪਮਾਨ ਕਰੀ ਜਾਂਦੇ ਆ। ਕਹਿੰਦੇ ਕੀ? ਕਹਿੰਦੇ ਜਿਹੜੀ ਖਵਾਉਣ ਵਾਲੀ ਚੀਜ਼ ਤਾਂ ਉਹਦਾ ਥੱਲੇ ਸਿੱਟੀ ਜਾਂਦੇ, ਗੁੱਦਾ ਥੱਲੇ ਜਾਂ ਫੁਲਕਾ ਖਵਾਈ ਜਾਂਦੇ। ਵੇਖੋ ਭਗਵਾਨ ਵੀ ਕਿਹੋ ਜਿਹੇ ਆ। ਕਹਿੰਦੇ ਵੀ ਇਹ ਵੀ ਨਹੀਂ ਬੋਲੇ, ਇਹ ਤਾਂ ਕਹਿ ਦਿੰਦੇ ਉਹ ਬਿਦਰ ਤੂੰ ਆ ਕੀ ਕਰਦਾ, ਵੀ ਛਿੱਲੜ ਖਵਾਈ ਜਾਂਦਾ। ਇਹ ਤਾਂ ਵੀ ਤੂੰ ਮੇਰੇ ਮਾਲਕ ਪਤੀ ਭਗਵਾਨ ਦਾ ਬਹੁਤ ਨਿਰਾਦਰ ਕਰਦਾ ਹੈ, ਇਹ ਤਾਂ ਬਹੁਤ ਵੱਡੀ ਬੱਜਰ ਗਲਤੀ ਕਰਦੀ। ਦੇਖ ਕੇ ਉਹ ਲਾ ਪਤਾ ਹੀ ਨਹੀਂ ਚੱਲਿਆ ਪ੍ਰੇਮ ਪਿਆਰ ਵਿੱਚ ਆ ਕੇ ਵੀ ਮੈਂ ਤਾਂ ਛਿਲੜੀ ਖਵਾਈ ਗਿਆ ਭਗਵਾਨ ਨੂੰ। ਕਹਿੰਦਾ ਮਾਰਾ ਮਾਫ ਕਰ ਦਿਓ, ਬਹੁਤ ਵੱਡੀ ਬੱਜਰ ਗਲਤੀ ਹੋ ਗਈ, ਤੁਸੀਂ ਤਾਂ ਮਾਰਾ ਮੋਟਾ ਬੋਲ ਪੈਂਦੇ। ਕਹਿੰਦੇ ਵੀ ਤੇਰਾ ਜਿਹੜਾ ਪ੍ਰੇਮ ਪਿਆਰ ਹੀ ਐਸਾ ਸੀ, ਉਹਦੇ ਵਿੱਚ ਸਾਨੂੰ ਵੀ ਨਹੀਂ ਕੁਛ ਸੁਝਿਆ ਵੀ ਅਸੀਂ ਗੋਲਾ ਖਾਣੇ ਕਿ ਛਿੱਲੜ ਖਾਣੇ। ਇਹ ਪ੍ਰੇਮ ਦੀਆਂ ਬਾਤਾਂ ਹੈ ਵੀ ਉੱਥੇ ਫਿਰ ਕੁਝ ਨਹੀਂ ਪਤਾ ਚੱਲਦਾ ਹੈ। ਭਗਵਾਨ ਵੀ ਪ੍ਰੇਮ ਪਿਆਰ ਦੇ ਕੇ ਬਸ ਮਸਤ ਹੋਈ, ਛਿੱਲੜ ਖਾਈ ਗਏ, ਉਹ ਵੀ ਪ੍ਰੇਮ ਪਿਆਰ ਵਿੱਚ ਮਸਤ ਹੋਇਆ, ਬਸ ਛਿੱਲੜੀ ਖਵਾਈ ਗਿਆ ਗੋਲਾ ਥੱਲੇ। ਫਿਰ ਘਰ ਵਾਲੀ ਕਹਿਣ ਲੱਗੀ ਵੀ ਹੁਣ ਤੂੰ ਤਾਂ ਪ੍ਰੇਮ ਪਿਆਰ ਵਿੱਚ ਹੋਇਆ ਪਿਆ ਮਗਨ, ਤੂੰ ਤਾਂ ਇਹ ਸਾਰੀਆਂ ਪੁੱਠੀਆਂ ਦਿੱਤੀਆਂ ਗੱਲਾਂ ਕਰੇਗਾ, ਨਿਰਾਦਰ ਹੀ ਕਰੇਗਾ ਭਗਵਾਨ ਦਾ। ਪ੍ਰਸ਼ਾਦਾ ਤਾਂ ਹੁਣ ਮੈਂ ਬਣਾਉਂਗੀ ਤੇ ਮੈਂ ਹੀ ਭਗਵਾਨ ਨੂੰ ਛਕਾਉਂਗੀ, ਤੂੰ ਨਹੀਂ ਨੇੜੇ ਤੇੜੇ ਹੋਣਾ ਹੈ। ਹਾਂ ਉੱਥੇ ਬੈਠਾ ਵੇਖੀ ਜਾਈ। ਬਿਦਰ ਕਹਿੰਦਾ ਵੀ 7 ਵਜਨ, ਜਿਹੋ ਜਿਹਾ ਤੂੰ ਇਹਨਾਂ ਨਾਲ ਪ੍ਰੇਮ ਕਰਦੀ ਹੈ ਉਹ ਜਿਹਾ ਮੈਂ ਵੀ ਕਰਦਾ। ਮੈਂ ਤਾਂ ਹੁਣ ਚਲੋ ਜਿਵੇਂ ਕਰ ਲਿਆ, ਤੂੰ ਹੁਣ ਛਕਾ ਲੈ। ਜੋ ਖੀਰ ਜੀ ਸਾਗ ਬਣਾਇਆ ਹੈ, ਲੂਣ ਮਿਰਚ ਕੋਈ ਪਾਇਆ ਹੀ ਨਾ ਉਹਨੇ। ਹੁਣ ਲੂਣ ਮਿਰਚ ਨਹੀਂ ਪਾਇਆ ਤੇ ਤੜਕਾ ਕਿਹਨੇ ਲਾਉਣਾ ਹੈ? ਪ੍ਰੇਮ ਪਿਆਰ ਵਿੱਚ ਸਭ ਕੁਝ ਹੀ ਭੁੱਲ ਗਿਆ ਘਰ ਵਾਲੀ ਨੂੰ ਵੀ। ਉਹ ਲੂਣਾ ਜਿਹਾ ਸਾਗ ਲਿਆ ਕੇ ਭਗਵਾਨ ਅੱਗੇ ਰੱਖਦਾ, ਕਹਿੰਦੇ ਮਾਰਾ ਲਾਓ ਭੋਗ ਛਕੋ। ਤੇ ਉਹਦਾ ਪ੍ਰੇਮ ਪਿਆਰ ਦੇਖ ਕੇ ਭਗਵਾਨ ਕ੍ਰਿਸ਼ਨ ਜੀ ਉਹ ਲੂਣ ਤੋਂ ਬਿਗਨਾ ਹੀ, ਲੂਣ ਮਿਰਚ ਤੋਂ ਬਗੈਰ ਜਿਹੜਾ ਸਾਗ ਹੈ ਨਾ, ਬਸ ਉਹ ਪ੍ਰੇਮ ਨਾਲ ਖਾਈ ਜਾਣ। ਹੁਣ ਜਦੋਂ ਸੀਰ ਪ੍ਰਸ਼ਾਦ ਤਾਂ ਦੋਹਾਂ ਜੀਆਂ ਨੇ ਛਕਣਾ ਹੀ ਸੀ ਨਾ ਬਾਅਦ ਵਿੱਚ। ਤੇ ਜਦੋਂ ਬਿਦਰ ਨੇ ਮੂੰਹ ਵਿੱਚ ਗਿਰਾਹੀ ਪਾਈ ਨਾ, ਬੁਰਕੀ ਪਾਈ, ਤੇ ਘਰ ਵਾਲੀ ਨੇ ਕਹਿੰਦੇ ਤੂੰ ਵੀ ਚੰਦ ਚਾੜਤਾ। ਮੈਨੂੰ ਕਹਿੰਦੇ ਸੀ ਵੀ ਤੂੰ ਫੁਲਕਾ ਛਿੱਲੜ ਖਵਾਈ ਗਿਆ, ਤੂੰ ਕੀ ਕੀਤਾ ਹੈ? ਆਹ ਸਾਗ 'ਚ ਨਾ ਤਾਂ ਲੂਣ ਪਾਇਆ, ਨਾ ਮਿਰਚ ਪਾਈ, ਨਾ ਇਹਨੂੰ ਲਾਇਆ ਤੜਕਾ, ਐਵੇਂ ਕਰਕੇ ਉਲਟ ਪੁਲਟ ਜਾ ਭਗਵਾਨ ਅੱਗੇ ਰੱਖਦਾ ਤੂੰ। ਉਹ ਕਹਿੰਦੀ ਉਹ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਪੀਲਾ ਸਾਗ 'ਚ ਲੂਣ ਨਹੀਂ ਪਾਇਆ, ਮਿਰਚ ਨਹੀਂ ਪਾਇਆ, ਇਹਨੂੰ ਤੜਕਾ ਨਹੀਂ ਲਾਇਆ। ਜਾਣੀ ਉਹ ਦੋਵੇਂ ਜੀ ਐਸੇ ਪ੍ਰੇਮ ਪਿਆਰ ਵਿੱਚ ਭਗਵਾਨ ਨੂੰ ਯਾਦ ਕਰ ਰਹੇ ਸੀ, ਪ੍ਰੇਮ ਪਿਆਰ ਵਿੱਚ ਹੀ ਐਸੇ ਮਸਤ ਹੋ ਗਏ, ਦੋਹਾਂ ਜੀਆਂ ਨੂੰ ਕੁਝ ਪਤਾ ਹੀ ਨਹੀਂ ਚੱਲਿਆ ਵੀ ਅਸੀਂ ਕੀ ਕਰ ਰਹੇ ਹਾਂ। ਉਧਰ ਭਗਵਾਨ ਨੇ ਵੀ ਪ੍ਰੇਮ ਪਿਆਰ ਨੂੰ ਮੁੱਖ ਰੱਖਿਆ, ਉਹਨਾਂ ਦਾ ਦੇਖ ਰੂ ਕੇ ਜਦੋਂ ਬਿਦਰ ਕਹਿੰਦਾ ਮਾਰਾ ਗੁੱਦਾ ਖਾਓ, ਛਿੱਲੜ ਖਵਾਈ ਹੈ, ਕਹਿੰਦਾ ਵੀ ਉਹ ਗੱਲ ਤਾਂ ਨਹੀਂ ਬਣਦੀ ਜਿਹੜਾ ਪਹਿਲਾਂ ਖਵਾਉਂਦਾ ਸੀ। ਫਿਰ ਲੂਣ ਮਿਰਚਾਂ ਮਸਾਲਾ ਜਿਹਾ ਪਾ ਕੇ ਲਿਆਂਦਾ ਘਰ ਵਾਲੀ, ਕਹਿੰਦੇ ਨਹੀਂ ਉਹ ਜਿਹੜਾ ਪਹਿਲਾਂ ਛਕਾਇਆ ਸੀ ਉਹ ਨਹੀਂ,
ਉਹ ਹੀ ਸੀ। ਇਹ ਹੈ। ਇਸੇ ਤਰ੍ਹਾਂ ਹੁਣ ਤ੍ਰੇਤੇ ਯੁੱਗ ਵਿੱਚ ਰਾਮ ਜੀ ਜਦੋਂ ਪੰਪਾ ਸਰ ਸਰੋਵਰ ਤੇ ਗਏ, ਉੱਥੇ ਰਿਸ਼ੀ ਮੁਨੀ ਜਿੰਨੇ ਸੀ ਨਾ ਸਾਰੇ ਇੱਕ ਦੂਸਰੇ ਨੂੰ ਕਹਿਣ ਮੇਰੇ ਅਸਥਾਨ ਤੇ ਮੇਰੇ ਆਸਣ ਤੇ ਰਾਮ ਜੀ ਆਉਣਗੇ, ਪਹਿਲਾਂ ਮੇਰੇ ਤੇ ਆਉਣਗੇ। ਦੂਜਾ ਕਹੇ ਨਹੀਂ ਤੇਰੇ ਤੇ ਨਹੀਂ, ਮੇਰੇ ਤੇ ਆਉਣਗੇ। ਮੈਂ ਮਹਾਨ ਤਪੱਸੀ ਹੈ, ਮੈਂ ਭੁੱਖਾ ਤਿਆਗ ਕਰਕੇ ਕਰ ਰਿਹਾ ਕਾਲਣਾ। ਉਹਨਾਂ ਨੂੰ ਹੁਣ ਹਉਮੈ ਹੋਈ ਪਈ ਸੀ ਵੀ ਅਸੀਂ ਤਪੱਸੀ ਹਾਂ, ਅਸੀਂ ਜਪੀ ਤਪੀ ਹਾਂ। ਇੱਧਰ ਜਿਹੜੀ ਭੀਲਣੀ ਸੀ ਉਹਨੂੰ ਉਹ ਦੁਰ ਕਰਦੇ ਸੀ, ਕਹਿੰਦੇ ਤੂੰ ਨੀਚ ਜਾਤ ਦੀ ਹੈ, ਤੂੰ ਸਾਡੇ ਮੱਥੇ ਲੱਗਦੀ ਹੈ, ਤੂੰ ਪਰੇ ਰਿਹਾ ਕਰ, ਇੱਥੇ ਸਰੋਵਰ ਦੇ ਨੇੜੇ ਨਾ ਆਇਆ ਜਾਇਆ ਕਰ। ਜੋ ਪੰਪਾਸਰ ਸਰੋਵਰ ਦੇ ਵਿੱਚ ਕਿਰਮ ਪਏ ਹੋਏ ਸੀ, ਪਾਣੀ ਬਹੁਤ ਉਹ ਬਦਬੂ ਵਾਲਾ ਬਣਿਆ ਸੀ। ਹੁਣ ਕਿਰਮ ਪੈ ਕਿਹਨੇ ਪੀਣਾ, ਬੇਸਵਾਦਾ ਹੈ। ਕਿਰਮ ਪਏ ਬਹੁਤ ਔਖੇ ਰਿਸ਼ੀ ਮੁਨੀ। ਕਹਿੰਦੇ ਵੀ ਰਾਮ ਜੀ ਆਉਣਗੇ, ਉਹਨਾਂ ਨੂੰ ਬੇਨਤੀ ਕਰਾਂਗੇ ਆ ਪੰਪਾਸਰ ਸਰੋਵਰ ਦਾ ਜਿਹੜਾ ਜਲ ਠੀਕ ਕਰ ਦੇਣਗੇ ਤੇ ਫਿਰ ਵੀ ਸਾਨੂੰ ਸਭ ਤਰ੍ਹਾਂ ਦੀ ਸਹੂਲਤ ਹੋ ਜਾਊਗੀ, ਨਹਾਉਣ ਧੋਣ ਦੀ ਵੀ, ਪੀਣ ਦੀ ਵੀ। ਤੇ ਉਹ ਭੀਲਣੀ ਦਾ ਅੰਦਰਲਾ ਪ੍ਰੇਮ ਪਿਆਰ ਦੇ ਕੇ ਨਾ ਸਿੱਧੇ ਉਹਦੇ ਸਥਾਨ ਤੇ ਗਏ ਰਾਮ ਜੀ, ਬਾਕੀ ਨਹੀਂ ਕੁਝ ਦੇਖਿਆ ਉਹਨਾਂ ਨੇ। ਤੇ ਜਦੋਂ ਇੱਕ ਦੂਸਰੇ ਨੂੰ ਪਤਾ ਚੱਲਿਆ ਵੀ ਸਾਨੂੰ ਸਾਰਿਆਂ ਨੂੰ ਛੱਡ ਕੇ ਰਾਮ ਜੀ ਤਾਂ ਉਹ ਨੀਚ ਜਾਤ ਦੀ ਭੀਲਣੀ ਕੋਲ ਚਲੇ ਗਏ, ਬੋੜੀ ਲੱਗੇ ਕਰਨਾ। ਕਈ ਤਾਂ ਜਾ ਕੇ ਰਾਮ ਜੀ ਦੇ ਗਲ ਹੀ ਪੈ ਗਏ, ਕਹਿੰਦੇ ਮਹਾਰਾਜ ਤੁਸੀਂ ਕੀ ਕੀਤਾ, ਅਸੀਂ ਤੁਹਾਨੂੰ ਮੱਥੇ ਨਹੀਂ ਲਾਉਂਦੇ ਸੀਗੇ, ਤੁਸੀਂ ਸਿੱਧੇ ਜਾ ਕੇ ਕਰੇ, ਤੁਸੀਂ ਤਾਂ ਮਰਜ਼ਾਦਾ ਹੀ ਭੰਗ ਕਰਤੀ। ਰਾਮ ਜੀ ਹੱਸ ਪਏ, ਕਹਿੰਦੇ ਵੀ ਇਹਦਾ ਅੰਦਰਲਾ ਪ੍ਰੇਮ ਪਿਆਰ ਹੀ ਐਸਾ ਸੀ, ਸਾਨੂੰ ਹੋਸ਼ ਹੀ ਨਹੀਂ ਰਹੀ, ਸਹੀ ਤਾਂ ਸਿੱਧੇ ਇੱਥੇ ਆ ਗਏ ਪ੍ਰੇਮ ਪਿਆਰ ਕਰਕੇ। ਕਹਿੰਦੇ ਅਸੀਂ ਕੋਈ ਪ੍ਰੇਮ ਪਿਆਰੇ ਨਹੀਂ ਹੈਗੀ ਸੀ, ਅਸੀਂ ਵੀ ਚੇਤੇ ਕਰਦੇ ਸੀਗੇ। ਕਹਿੰਦੇ ਵੀ ਇਹਦਾ ਨਿਰਾਲਾ ਹੈ, ਇਹਦਾ ਵੱਖਰਾ ਹੀ ਪ੍ਰੇਮ ਹੈ, ਇਹਦਾ ਅੰਦਰਲਾ ਹਿਰਦੇ ਦਾ ਪ੍ਰੇਮ ਹੈ, ਤੁਹਾਡੇ ਬਾਹਰੋਂ ਦਿਖਾਵੇ ਦਾ ਸੀ। ਇਹ ਬਾਹਰੋਂ ਤੁਸੀਂ ਆਸਣ ਉਸਣ ਜੇ ਲਾਈ ਬੈਠੇ ਸੀ, ਫੁੱਲ ਵਿਛਾਈਆਂ ਕਰੀ ਹੋਏ, ਅੰਦਰੋਂ ਕੋਈ ਨਹੀਂ ਭਾਵਨਾ ਸੀ ਤੁਹਾਡੇ। ਇਹਦੇ ਕੋਲੇ ਭਾਵੇਂ ਕੱਖ ਨਹੀਂ, ਇਹਦੇ ਅੰਦਰ ਹਿਰਦੇ ਦਾ ਪ੍ਰੇਮ ਹੈ, ਸੱਚੀ ਭਾਵਨਾ ਹੈ ਇਹਦੇ ਅੰਦਰ ਕਪਟ ਛੱਡ ਲਈ ਹੈ, ਨਫ਼ਰਤ ਨਹੀਂ ਹੈ, ਈਰਖਾ ਨਹੀਂ ਇਹਦੇ ਅੰਦਰ। ਇਹ ਵੇਖ ਲਓ ਤੁਸੀਂ ਸਾਰਿਆਂ ਨੂੰ ਦੁਰ ਕਰਦੇ ਸੀ, ਇਹ ਫਿਰ ਵੀ ਤੁਹਾਡੇ ਅਸਥਾਨਾਂ ਤੇ ਅੱਗੇ ਪਿੱਛੇ ਹੋ ਕੇ ਝਾੜੂ ਮਾਰ ਜਾਂਦੀ ਸੀ, ਤੁਹਾਡੀ ਸਫਾਈ ਕਰ ਜਾਂਦੀ ਸੀ ਇਹ ਸਥਾਨਾਂ ਦੀ। ਇਹ ਤੁਸੀਂ ਭਾਵੇਂ ਇਹਨੂੰ ਕਹਿੰਦੇ ਸੀ ਵੀ ਤੂੰ ਕਿੱਥੇ ਸਾਡਾ ਪਰਛਾਵਾਂ, ਸਾਨੂੰ ਤੂੰ ਕਿੱਥੇ ਸਾਹਮਣੇ ਆਉਣੀ ਹੈ। ਵੀ ਇਹ ਤੁਹਾਡੀ ਘਾਲਣਾ ਦੇ ਕੇ ਤੁਹਾਨੂੰ ਸਿਰ ਝੁਕਾਉਂਦੀ ਸੀ, ਤੁਹਾਡੇ ਸਥਾਨਾਂ ਤੇ ਅੱਗੇ ਪਿੱਛੇ ਤੁਸੀਂ ਜਾਂਦੇ ਸੀ, ਤੁਹਾਨੂੰ ਮਾਰ ਜਾਂਦੀ, ਸਫਾਈ ਕਰ ਜਾਂਦੀ ਸੀ ਤੁਹਾਡੇ। ਇਹਦੇ ਅੰਦਰ ਈਰਖਾ ਨਹੀਂ ਹੈ, ਇਹਦੇ ਅੰਦਰ ਨਫ਼ਰਤ ਨਹੀਂ ਸੀ, ਇਹਦੇ ਅੰਦਰ ਸੱਚਾ ਸੁੱਚਾ ਪ੍ਰੇਮ ਸੀ। ਇਸ ਕਰਕੇ ਵੀ ਰਿਸ਼ੀਓ ਮੁਨੀਓ ਜੋ ਮਰਜ਼ੀ ਕਹੋ, ਅਸੀਂ ਤਾਂ ਇਹਦਾ ਅੰਦਰਲਾ ਸੱਚਾ ਸੁੱਚਾ ਪ੍ਰੇਮ ਪਿਆਰ ਦੇ ਕੇ ਰਹਿ ਨਹੀਂ ਸਕੇ। ਇਹ ਪ੍ਰੇਮ ਹੀ ਇਹਦਾ ਸਾਨੂੰ ਆਪਣੇ ਵੱਲੇ ਖਿੱਚ ਲਿਆ ਹੈ, ਤੇ ਪ੍ਰੇਮ ਵਿੱਚ ਮਸਤ ਹੋਈ ਉਹ ਬੇਰ ਖਵਾਈ ਜਾ ਰਹੀ ਸੀ। ਹੁਣ ਕਈ ਤਾਂ ਢਾਡੀ ਆਪਣੇ ਕੋਲੋਂ ਬਣਾ ਕੇ ਛੱਡ ਦਿੰਦੇ, ਕਹਿੰਦੇ ਮੂੰਹ 'ਚ ਉਹ ਪਾਉਂਦੀ ਸੀ ਬੇਰ, ਤੇ ਕਹਿੰਦੇ ਫਿਰ ਉਹ ਮੂੰਹ 'ਚ ਗਰਮ ਹੋ ਜਾਂਦਾ, ਉਹ ਪੋਲਾ ਹੋ ਜਾਂਦਾ ਸੀ, ਫਿਰ ਨਾਲੇ ਦੇਖਦੀ ਸੀ ਵੀ ਇਹ ਬੇਰ ਮਿੱਠਾ ਹੈਗਾ, ਵੀ ਜਿਹੜਾ ਮਿੱਠਾ ਬੇਰ ਲੱਗਦਾ ਸੀ ਉਹ ਰਾਮ ਜੀ ਨੂੰ ਕਹਿੰਦੇ ਮੂੰਹ 'ਚੋਂ ਕੱਢ ਕੇ ਦੇ ਦਿੰਦੀ ਸੀ। ਅਗਰ ਰਾਮ ਜੀ ਕਿ ਉਵੇਂ ਝੂਠੇ ਬੇਰ ਹੀ ਖਾਈ ਜਾਂਦੇ। ਯਾਨੀ ਇਹ ਆਪਣੇ ਕੋਲ ਉਹਨਾਂ ਨੇ ਢਾਡੀ ਸਿੰਘਾਂ ਨੇ
ਆ ਬਣਾ ਲਈ ਗੱਲ। ਅਸਲ ਤਾਂ ਇਹ ਸੀ ਵੀ ਉਹ ਜਿੰਨੇ ਉੱਥੇ ਜੰਗਲ ਵਿੱਚ ਬੇਰੀਆਂ ਦੇ ਦਰਖਤ ਸੀ ਨਾ, ਉਹ ਪਹਿਲਾਂ ਹੁਣ ਬੇਰ ਖਾ ਕੇ ਭੀਲਣੀ ਵੇਰੀ ਸੀ ਵੀ ਕਿਹੜੀ ਬੇਰ ਦੀ ਵੱਧ ਮਿੱਠੇ ਮਿੱਠੇ ਬੇਰ ਹੈ। ਉਹ ਜਿਹਦੇ ਵੱਧ ਮਿੱਠੇ ਸੀ ਨਾ ਉਹ ਖਾ ਕੇ ਹੁਣ ਦੇਖੇ ਜਾਣੇ ਸੀ। ਉਹ ਜਿਹੜੇ ਵੱਧ ਸੀ ਫਿਰ ਉਹਦੇ ਤੋੜ ਕੇ ਰੱਖ ਲੈ ਵੀ ਜਦੋਂ ਰਾਮ ਜੀ ਆਉਣਗੇ ਸਭ ਤੋਂ ਇਹ ਮਿੱਠੇ ਜਿਹੜੇ ਬੇਰੀ ਦੇ ਬੇਰ ਹੈ ਮੈਂ ਇਹ ਖਵਾਉਂਗਾ ਉਹਨਾਂ ਨੂੰ, ਇਹਦਾ ਭੋਗ ਲਵਾਉਂਗੀ। ਫਿਰ ਇਹੀ ਸੀਤ ਪ੍ਰਸ਼ਾਦ ਸੀ। ਹੁਣ ਜਿਹੜੀ ਚੀਜ਼ ਅਸੀਂ ਪਹਿਲਾਂ ਖਾ ਪੀ ਲਈ ਨਾ ਉਹਨੂੰ ਭੋਗ ਨਹੀਂ ਲਗਾਇਆ ਜਾ ਸਕਦਾ। ਆਪ ਤੋਂ ਵੱਡਿਆਂ ਨੂੰ ਉਹ ਦਿੱਤੀ ਨਹੀਂ ਜਾ ਸਕਦੀ ਹੈ। ਜਿਵੇਂ ਹੁਣ ਕੜਾਹ ਪ੍ਰਸ਼ਾਦੀ ਦੇਗ ਪਈ ਹੈ ਨਾ ਇੱਥੇ ਮਹਾਰਾਜ ਦੀ ਹਜ਼ੂਰੀ ਵਿੱਚ, ਜੇ ਸਾਡੇ ਵਿੱਚੋਂ ਕੋਈ ਦੇਗ ਲੈ ਲੂ ਨਾ ਇੱਥੇ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਨਹੀਂ ਲਾਵਾਂਗੇ। ਅਸੀਂ ਕਹਾਂਗੇ ਵੀ ਹੋਰ ਕੋਈ ਖਾ ਗਿਆ। ਉਹ ਤਾਂ ਝੂਠੀ ਤਾਂ ਨਹੀਂ ਹੋਈ, ਸਿਰਫ ਇੰਨਾ ਹੀ ਵੀ ਉਹਨੇ ਵਿੱਚੋਂ ਕੱਢ ਕੇ ਖਾ ਲਈ, ਕਰੇ ਹੋ ਕੇ ਖਾ ਲਈ। ਪਰ ਅਸੀਂ ਉਹਦੇ ਵਿੱਚ ਕਿਰਪਾਨ ਨਹੀਂ ਖਾਵਾਂਗੇ। ਅਸੀਂ ਕਹਾਂਗੇ ਇਹ ਤਾਂ ਹੁਣ ਵਰਤੀ ਗਈ ਹੈ, ਤਾਂ ਹੁਣ ਝੂਠੀ ਹੋ ਗਈ ਹੈ। ਉਹ ਝੂਠੀ ਕੋਈ ਨਹੀਂ ਹੋਈ ਹੈ, ਪਰ ਕਿਸੇ ਨੇ ਵਰਤ ਲਈ ਕਰਕੇ ਅਸੀਂ ਉਹਨੂੰ ਝੂਠੀ ਮੰਨਦੇ ਹਾਂ। ਇਹ ਸਾਡੇ ਸਾਹਮਣੇ ਹੈ ਵੀ ਅਸੀਂ ਨਹੀਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਫਿਰ ਭੋਗ ਵੀ ਨਹੀਂ ਲਵਾਉਂਦੇ। ਕਹਿੰਦੇ ਵੀ ਇਹ ਕਿਸੇ ਨੇ ਵਰਤ ਲਈ ਹੈ, ਇਹਨੂੰ ਪਹਿਲਾਂ ਖਾ ਲਿਆ ਥੋੜ੍ਹਾ ਜਿਹਾ ਪਿੱਛੋਂ ਲੈ ਕੇ। ਜਿਹਨੂੰ ਕਿਸੇ ਨੇ ਨਹੀਂ ਛਕਿਆ ਉਹਦੇ ਵਿੱਚ ਅਸੀਂ ਕਿਰਪਾਨ ਭੇਟ ਕਰਦੇ ਹਾਂ। ਉਦੋਂ ਫਿਰ ਪੰਜ ਪਿਆਰਿਆਂ ਦਾ ਵੀ ਕੱਢਦੇ ਹਾਂ। ਫਿਰ ਗ੍ਰੰਥੀ ਸਾਹਿਬਾਨ ਦਾ ਵੀ ਜਿਹੜਾ ਹਿੱਸਾ ਹੈ ਗੁਰੂ ਮਹਾਰਾਜ ਦੀ ਤਾਬਿਆ ਕੌਲੀ ਵਿੱਚ ਪਾ ਕੇ ਲਿਆ ਕੇ ਰੱਖਦੇ ਹਾਂ। ਇਸ ਤਰ੍ਹਾਂ ਵੀ ਉਹ ਜਿਸ ਮਿੱਠੀ ਬੇਰੀ ਦੇ ਜ਼ਿਆਦਾ ਮਿੱਠੇ ਮੇਰ ਸੀ ਉਹਨੇ ਖਾ ਕੇ ਵੇਖ ਲਏ ਸੀ। ਹੁਣ ਜਿਹੜੀ ਚੀਜ਼ ਪਹਿਲਾਂ ਖਾ ਲਈਏ ਫਿਰ ਸਮਝ ਲਓ ਵੀ ਜਿਹੜੇ ਸ਼ਰਧਾਲੂ ਹੈ ਨਾ ਉਹ ਸਮਝਦੇ ਵੀ ਇਹ ਤਾਂ ਹੁਣ ਝੂਠੀ ਹੋ ਗਈ। ਉਹ ਇਸ ਤਰ੍ਹਾਂ ਇਹ ਝੂਠੇ ਸੀ ਫਿਰ ਉਹ ਨਹੀਂ ਦੂਜੇ ਵੀ ਸੀ। ਜਿਵੇਂ ਇਹ ਲਾਣਾ ਕਹਿੰਦਾ ਹੈ ਵੀ ਉਹਨੇ ਪਹਿਲਾਂ ਤੋੜ ਕੇ ਕੋਈ ਵੇਰ ਖਾ ਲਿਆ ਸੀ ਵੀ ਆਪ ਲੱਗ ਗਿਆ ਸੀ। ਇਸ ਕਰਕੇ ਵੀ ਉਹ ਫਿਰ ਬੇਰੀ ਦੇ ਬੇਰ ਜਦੋਂ ਆਪ ਖਾ ਲਏ ਫਿਰ ਝੂਠੇ ਹੋ ਗਏ ਸਮਝ ਲਓ। ਪਰ ਉਹ ਹੁਣ ਦੇਖੇ ਬਿਨਾਂ ਸਰਦਾ ਨਹੀਂ ਸੀ। ਪਰ ਮਰਜ਼ਾਦਾ ਐਸੀ ਹੈ ਜੇ ਗੁਰੂ ਕੇ ਲੰਗਰ ਵਿੱਚ ਲੰਗਰ ਬਣਿਆ, ਜੇ ਕੋਈ ਪਹਿਲਾਂ ਖਾ ਪੀ ਲੈ ਨਾ ਹਲਵਾਈ ਹਲਵਾਈ ਜਾਂ ਗੁਰਦੁਆਰੇ ਦਾ ਮੇਰੇ ਤੇਰੇ ਵਰਗਾ ਭਾਈ ਨਹੀਂ ਭੋਗ ਲਾਇਆ ਜਾਂਦਾ, ਉਹਦੇ 'ਚ ਕਿਰਪਾਨ ਨਹੀਂ ਫੇਰੀ। ਕਹਿੰਦੇ ਤਾਂ ਝੂਠਾ ਹੋ ਗਿਆ ਲੰਗਰ, ਕਿਉਂਕਿ ਹੋਰ ਵਰਤ ਗਿਆ। ਇਸ਼ਟ ਨੂੰ ਉਸੇ ਚੀਜ਼ ਦਾ ਭੋਗ ਲਵਾਇਆ ਜਾਂਦਾ ਜਿਹੜੀ ਪਹਿਲਾਂ ਨਾ ਵਰਤੀ ਗਈ ਹੈ, ਪਹਿਲਾਂ ਨਾ ਛਕੀ ਛਕਾਈ ਗਈ ਹੋਏ। ਇਸ ਤਰ੍ਹਾਂ ਉਹ ਭਗਵਾਨ ਜੀ ਉਹਦੇ ਜਿਹੜੇ ਬੇਰ ਛਕੀ ਗਏ ਪ੍ਰੇਮ ਪਿਆਰ ਦੇ ਗਾ ਕੇ। ਫਿਰ ਰਿਸ਼ੀਆਂ ਮੁਨੀਆਂ ਨੇ ਬਹੁਤ ਨਾਰਾਜ਼ੀ ਜ਼ਾਹਰ ਕੀਤੀ। ਕਹਿੰਦੇ ਮਹਾਰਾਜ ਤੁਸੀਂ ਬਹੁਤ ਮਾੜਾ ਕੀਤਾ, ਤੁਸੀਂ ਮਰਜ਼ਾਦਾ ਭੰਗ ਕਰਤੀ। ਤੈਨੂੰ ਤਾਂ ਕਹਿੰਦੇ ਮਰਜ਼ਾਦਾ ਭੋਰ ਮਰਜ਼ਾਦਾ ਪੁਰਸ਼ੋਤਮ ਹੈ ਰਾਮ ਜੀ, ਤੁਸੀਂ ਤਾਂ ਮਰਜ਼ਾਦਾ ਰੱਖਣੀ ਸੀ। ਤੁਸੀਂ ਇੱਥੇ ਆ ਕੇ ਸਾਰਿਆਂ ਦੇ ਸਾਹਮਣੇ ਮਰਜ਼ਾਦਾ ਦਾ ਉਲੰਘਣ ਕਰਤਾ। ਕਹਿੰਦੇ ਵੀ ਕੁਝ ਕਹੋ, ਇਹਦਾ ਪ੍ਰੇਮ ਪਿਆਰ ਦੇ ਕੇ ਸਭ ਕੁਛ ਐਸਾ ਐਸਾ ਹੋ ਗਿਆ। ਚਲੋ ਛੱਡੋ, ਹੁਣ ਤੁਸੀਂ ਦੱਸੋ ਵੀ ਤੁਹਾਡੀ ਕਿਹੜੀ ਖਾਸ਼ ਹੈ, ਕਿਹੜੀ ਕਾਮਨਾ, ਕਿਹੜੀ ਇੱਛਾ ਹੈ। ਜੋ ਚਾਹੋ ਅਸੀਂ ਤੁਹਾਡਾ ਕਰ ਦਿਆਂਗੇ। ਕਹਿੰਦੇ ਮਹਾਰਾਜ ਆ ਪੰਪਾ ਸਰੋਵਰ ਦੇ ਵਿੱਚ ਕਿਰਮ ਪਏ ਹੈ, ਬੇਸਵਾਦਾ ਪਾਣੀ ਬਦਬੂ ਮਾਰਦੀ ਹੈ, ਇਹ ਠੀਕ ਕਰ ਦਿਓ ਤੁਸੀਂ ਆਪਣੇ ਚਰਨ ਪਾ ਕੇ। ਕਹਿੰਦੇ ਵੀ ਚਲੋ ਸਾਰੇ ਰਿਸ਼ੀ ਮੁਨੀ ਆਪਾਂ ਚੱਲਦੇ, ਤੁਸੀਂ ਵੀ ਚਰਨ ਪਾਓ ਮੈਂ ਵੀ ਚਰਨ ਪਾਉਣਾ ਹੈ। ਫਿਰ ਰਿਸ਼ੀਆਂ ਮੁਨੀਆਂ ਨੇ ਵੀ ਆਪੋ ਆਪਣੇ ਚਰਨ ਪਾਏ ਉਹ ਜਲ ਵਿੱਚ, ਪਰ ਪੰਪਾ ਸਰੋਵਰ ਦਾ ਜਲ ਨਹੀਂ ਠੀਕ ਹੋਇਆ ਹੈ। ਰਾਮ ਜੀ ਨੇ ਵੀ ਚਰਨ ਪਾਏ ਪਰ ਕੋਈ ਫਰਕ ਨਹੀਂ ਪਿਆ। ਰਿਸ਼ੀ ਮੁਨੀ ਕਹਿੰਦੇ ਮਾਰਾ ਹੱਦ ਹੋ ਗਈ, ਤੁਸੀਂ ਤ੍ਰੇਤੇ ਯੁੱਗ ਦੇ ਅਵਤਾਰੀ ਹੋ, ਤੁਹਾਡੇ ਚਰਨ ਪਾਉਣ ਵਾਲ ਵੀ ਇਹ ਸਰੋਵਰ ਦਾ ਜਲ ਨਹੀਂ ਠੀਕ ਹੋਇਆ।
ਤੇ ਹੋਰ ਹੋਊਗਾ ਕਿਹਦੇ ਨਾਲ। ਰਾਮ ਜੀ ਕਹਿੰਦੇ ਵੀ ਇਹ ਤਾਂ ਜਿਹਦੇ ਅੰਦਰ ਨਫ਼ਰਤ ਹੈ ਨਹੀਂ ਹੈ, ਹਉਮੈ ਹੰਕਾਰ ਹੈ ਨਹੀਂ ਹੈ, ਜਿਹਦੇ ਅੰਦਰ ਸੱਚਾ ਸੁੱਚਾ ਪ੍ਰੇਮ ਹੈ, ਸੱਚੀ ਸੁੱਚੀ ਭਾਵਨਾ ਹੈ, ਅੰਦਰ ਦਵੈਤ ਨਹੀਂ ਹੈਗੀ, ਦੁਬਿਧਾ ਨਹੀਂ ਹੈਗੀ, ਉਹਦੇ ਚਰਨਾਂ ਨਾਲ ਇਹ ਜਲ ਠੀਕ ਹੋਊਗਾ। ਸਾਡੇ ਅੰਦਰ ਕਹਿੰਦੇ ਹੈਗਾ ਵੀ ਆ ਰਾਵਣ ਨੂੰ ਮਾਰਨਾ ਹੈ, ਆ ਕੁੰਭਕਰਨ ਨੂੰ ਵੀ ਨਹਿਰਾ ਪਾ ਦੇਣਾ ਹੈ, ਔਰ ਉਹਦਾ ਰਾਵਣ ਦਾ ਜਿਹੜਾ ਪੁੱਤ ਹੈ ਉਹ ਵੀ ਲਪੇਟਣਾ ਹੈ, ਹੋਰ ਕਿੰਨੇ ਸਾਰੇ ਹੀ ਮਾਰਨੇ। ਇਹ ਅੰਦਰ ਹੈਗੀ ਆ। ਕਹਿੰਦੇ ਫਿਰ ਮਾਰਾ ਹੁਣ ਇਹੋ ਜਿਹਾ ਕਿਉਂ ਲਵੀਏ। ਭਗਵਾਨ ਕਹਿੰਦੇ ਵੀ ਔਖੇ ਰਹੋ ਸੌਖੇ ਰਹੇ ਵੀ, ਜੇ ਤੁਸੀਂ ਆਪਣਾ ਜੜ ਠੀਕ ਕਰਾਉਣਾ ਨਾ, ਮੇਰਾ ਕਿਹਾ ਮੰਨ ਕੇ ਉਹ ਭੀਲਣੀ ਦੇ ਚਰਨ ਪਵਾ ਲਓ। ਤੇ ਸ਼ਾਇਦ ਠੀਕ ਹੋ ਜਾਏ। ਕਹਿੰਦੇ ਮਾਰਾ ਵੀ ਹੈ, ਇਹਨੂੰ ਤਾਂ ਅਸੀਂ ਨੇੜੇ ਨਹੀਂ ਹੋਣ ਦਿੰਦੇ ਸਰੋਵਰ ਦੇ, ਆਪਣੇ ਸ਼ਰਮ ਦੇ ਨੇੜੇ ਨਹੀਂ ਆਉਂਦੇ। ਇਹ ਅੱਗੇ ਪਿੱਛੇ ਆ ਕੇ ਝਾੜੂ ਮਾਰ ਜਾਂਦੀ ਸਾਡੇ, ਅਸੀਂ ਮੱਥੇ ਨਹੀਂ ਲੱਗਦੇ। ਤੁਸੀਂ ਕਹਿੰਦੇ ਦਾ ਚਰਨ ਪਵਾਓ। ਕਹਿੰਦੇ ਵੀ ਤੁਸੀਂ ਮੇਰੇ ਮਗਰ ਲੱਗ ਕੇ ਇਹਦੇ ਚਰਨ ਪਵਾ ਲਓ, ਮੈਨੂੰ ਯਕੀਨ ਹੈ ਵੀ ਇਹਦੇ ਚਰਨ ਨਾਲ ਜਲ ਠੀਕ ਹੋ ਜਾਊਗਾ। ਉਹ ਪੀਲਣੀ ਦੇ ਅੰਦਰ ਹੁਣ ਸੱਚਾ ਸੁੱਚਾ ਪ੍ਰੇਮ ਪਿਆਰ ਸੀ, ਸੱਚੀ ਸੁੱਚੀ ਭਾਵਨਾ ਸੀ ਅੰਦਰੋਂ। ਉਹ ਪ੍ਰੇਮ ਪਿਆਰ ਕਰਕੇ ਨਫ਼ਰਤ ਈਰਖਾ ਦਵੈਸ਼ ਨਿਕਲੀ ਹੋਈ ਸੀ। ਉਹ ਜਿੱਥੇ ਪੁੱਜਣਾ ਸੀ ਉੱਥੇ ਪੁੱਜੀ ਹੋਈ ਸੀ। ਤੇ ਜਦੋਂ ਇੱਕ ਚਰਨ ਪਾਇਆ ਪੀਲਣੇ, ਉਹਦਾ ਹੀ ਪਾਣੀ ਸਾਫ ਸੁਥਰਾ, ਕਿੱਧਰ ਗਏ ਕਿਰਮ ਕੁਰਮ ਜੇ। ਇਹ ਜਾਨੀ ਪ੍ਰੇਮ ਪਿਆਰ ਦੀਆਂ ਬਾਤਾਂ ਹੈ। ਇੱਥੇ ਮਹਾਰਾਜ ਨੇ ਕਿ ਅਸਨ ਪ੍ਰੇਮ ਉਮਾੜਾ। ਤੇ ਗੁਰੂ ਘਰ ਦੇ ਵਿੱਚ ਵੀ ਇਹੋ ਜਿਹੇ ਪ੍ਰੇਮੀ ਹੋਈ ਹੈ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਤਰੀ ਜੇ ਸਿਰ ਦੀਜੈ ਕਾਣ ਨਾ ਕੀਜੈ। ਬਾਬਾ ਹੁਣ ਦੀਪ ਸਿੰਘ ਜੀ ਦੀ ਹੈ ਅੰਦਰ ਪ੍ਰੇਮ ਹੀ ਹੈ। ਸੀਸ ਤਲੀ ਤੇ ਰੱਖ ਕੇ ਤੇ ਫੇਰ ਖੰਡਾ ਪਾਉਂਦਾ ਹੈ। ਪ੍ਰੇਮ ਕਰਕੇ ਹੀ ਖੰਡਾ ਪਾਉਂਦਾ। ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਦੇ ਉਸ ਪਰਕੰਮਿਆਂ ਵਿੱਚ ਜਾ ਪਾਉਂਦਾ ਸੀ। ਉੱਥੇ ਜਾ ਕੇ ਪ੍ਰੇਮ ਵਿੱਚ ਭੇਟਾ ਕਰਕੇ ਅਰਦਾਸ ਕਰਕੇ ਮਹਾਰਾਜ ਚਰਨ ਇਹ ਪ੍ਰਵਾਨ ਕਰੋ ਭੇਟਾ, ਫੇਰ ਸਰੀਰ ਛੱਡਦਾ। ਇਹ ਪ੍ਰੇਮ ਦੀਆਂ ਗੱਲਾਂ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਣਾ ਪ੍ਰੇਮ ਤਾਂ ਹੱਦ ਹੀ ਲੱਗੀ ਪਈ ਹੈ। ਜਦੋਂ ਉਹਨਾਂ ਦੀ ਚਾਰ ਪੈਰ ਚੋਂ ਜੁਗਾ ਸਮਾਨੇ ਕਹਿੰਦੇ ਕਿ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਨਹੀਂ ਨਾ ਸਾਨੂੰ ਹੁੰਦੇ ਪਿਤਾ ਗੁਰੂ ਜੀ ਦੇ, ਕਹਿੰਦੇ ਜਿਹੜਾ ਚਾਰ ਪੈਰ ਦਾ ਸਮਾਂ ਗੁਰੂ ਦੇ ਤੋਂ ਬਿਨਾਂ ਸਾਡੇ ਲਈ ਤਾਂ ਚਾਰ ਯੁੱਗ ਲੰਘ ਗਏ। ਇਹ ਘੜੀ ਮੋਕੋ ਬਹੁਤ ਦਿਹਾੜੇ, ਇਹ ਘੜੀ ਮਾਤਰ ਜਿਹੜਾ ਗੁਰੂ ਤੋਂ ਪਾਸੇ ਪਾਸੇ ਹੋਣਾ ਮੇਰੇ ਲਈ ਬਹੁਤ ਦਿਹਾੜੇ ਬਹੁਤ ਦਿਨ ਹੈ। ਤੇ ਜਦੋਂ ਸਹਾਰੀ ਤਾਇਆ ਜੀ ਆਏ ਸਨ, ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਅੱਗੇ ਬੇਨਤੀ ਕੀਤੀ, ਮਹਾਰਾਜ ਮੇਰੇ ਪੁੱਤਰ ਦਾ ਵਿਆਹ ਹੈ, ਤੁਸੀਂ ਲਾਹੌਰ ਚੱਲੋ। ਉਹਦਾ ਪ੍ਰੇਮ ਪਿਆਰ ਦੇਖ ਕੇ ਮਹਾਰਾਜ ਕਹਿੰਦੇ ਵੀ ਚੱਲ ਤਾਂ ਪੈਂਦੇ, ਪਰ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਇੱਥੇ ਸੇਵਾ ਲਾਈ ਹੋਈ ਹੈ। ਸੰਗਤਾਂ ਆ ਜਾ ਰਹੀਆਂ, ਇੱਕ ਤਾਂ ਸੇਵਾ ਵਿੱਚ ਵਿਘਨ ਪਊਗਾ, ਦੂਜਾ ਸੰਗਤਾਂ ਨੂੰ ਔਖਿਆਈ ਹੋਊਗੀ। ਪਹਿਲਾਂ ਇੱਥੇ ਆਉਣਗੀਆਂ, ਫਿਰ ਲਾਹੌਰ ਨੂੰ ਜਾਣਗੀਆਂ। ਇਸ ਕਰਕੇ ਵੀ ਉੱਥੇ ਜਾਣਾ ਮੁਸ਼ਕਿਲ ਹੈ। ਇੱਥੇ ਅਸੀਂ ਗੈਰ ਹਾਜ਼ਰ ਨਹੀਂ ਹੋ ਸਕਦੇ, ਕਿਉਂਕਿ ਅੰਦਰ ਮਹਾਰਾਜ ਦੇ ਪ੍ਰੇਮ ਪਿਆਰ ਹੈ। ਕਹਿੰਦੇ ਇਹ ਸੇਵਾ ਮਹਾਰਾਜ ਨੇ ਲਾਈ ਹੈ ਤੀਸਰੇ ਪਾਤਸ਼ਾਹ ਨੇ। ਤੇ ਉਹ ਤੀਸਰੇ ਪਾਤਸ਼ਾਹ ਵੀ ਹੁਣ ਦੇਖ ਲਓ ਪ੍ਰੇਮ ਵਿੱਚ ਕੈਸੇ ਹੈ। ਨਹੀਂ 12 ਸਾਲ ਜਲਦੀ ਸੇਵਾ ਕੀਤੀ ਹੈ।
ਇਹ 12 ਸਿਰਫ ਪ੍ਰੇਮ ਕਰਕੇ ਮਿਲੇ ਹੈ। ਉਹ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੈ ਸੋ ਖਾਈ, ਇਹ ਸਭ ਪ੍ਰੇਮ ਪਿਆਰ ਦੀਆਂ ਬਾਤਾਂ ਹੈ। ਇਸ ਹਾਰੀ ਦੇ ਨਾਲ ਤੋਰਨ ਵਾਸਤੇ ਪਹਿਲਾਂ ਤਾਂ ਪਿਰਥੀ ਨੂੰ ਚੰਦ ਨੂੰ ਕਿਹਾ, ਉਹ ਤਾਂ ਸਾਫ਼ ਹੀ ਮੁਕਰ ਗਿਆ, ਸਿੱਧਾ ਹੀ ਜਵਾਬ ਦਿੱਤਾ, ਕਹਿੰਦਾ ਮੈਂ ਤਾਂ ਜਾ ਹੀ ਨਹੀਂ ਸਕਦਾ। ਮਹਾਦੇਵ ਨੂੰ ਕਿਹਾ ਵੀ ਤੂੰ ਜਾ, ਕਹਿੰਦਾ ਕਿੱਥੇ ਜੀ? ਕਹਿੰਦਾ ਵੀ ਇਹਦੇ ਪੁੱਤ ਦਾ ਵਿਆਹ ਹੈ ਤੇ ਤੂੰ ਉਹਦੇ ਵਿੱਚ ਸਮਝ। ਕਹਿੰਦਾ ਮੈਂ ਨਹੀਂ ਇਹਨਾਂ ਨਾਲ ਵਾਹ ਵਾਸਤਾ ਰੱਖਣਾ, ਮੈਂ ਵਿਆਹ ਕਰਾਉਣਾ ਹੀ ਨਹੀਂ ਹੈ। ਜਦੋਂ ਮੈਂ ਵਿਆਹ ਨਹੀਂ ਕਰਾਉਣਾ ਮੈਂ ਕਿਉਂ ਜਾਵਾਂ ਇਹਨਾਂ ਨਾਲ? ਪਤਾ ਜਿਹੋ ਜਿਹਾ ਹੈਗਾ, ਲੋਕ ਤਾਂ 20 ਆਉਂਦੇ ਆ, ਕਹਿੰਦਾ ਆਪਣੇ ਕੰਮਾਂ ਲਈ ਕਿਹਦੇ ਨਾਲ ਜਾਵਾਂਗੇ ਅਸੀਂ ਤਾਂ ਫਿਰ ਤੁਰੇ ਫਿਰੇ ਜਾਵਾਂਗੇ। ਕਹਿੰਦਾ ਪਿਤਾ ਜੀ ਜੋ ਮਰਜ਼ੀ ਕਹੋ, ਮੈਂ ਨਹੀਂ ਜਾਣਾ ਇਹਨੇ ਨਾਲ, ਮੇਰਾ ਕੋਈ ਸੰਬੰਧ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਕੋਈ ਸਾਕ ਸੰਬੰਧੀ ਨਹੀਂ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜੋ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ ਕਿਹਾ, ਗੁਰੂ ਰਾਮਦਾਸ ਮਹਾਰਾਜ ਨੇ, ਸਾਹਿਬਜ਼ਾਦੇ ਤੂੰ ਹੀ ਜੀ ਆ। ਕਹਿੰਦੇ ਮਹਾਰਾਜ 7 ਬਚਨ, ਇਹ ਤਾਂ ਤੁਸੀਂ ਬਹੁਤ ਚੰਗੇ ਸਥਾਨ 'ਤੇ ਭੇਜਦੇ, ਜਿਸੇ ਖੁਸ਼ੀਆਂ ਦੇ ਸਮਾਗਮ ਹੋਣੇ ਹੈ। ਤੁਸੀਂ ਤਾਂ ਮਹਾਰਾਜ ਮੈਨੂੰ ਉੱਥੇ ਵੀ ਭੇਜ ਦਿਓ ਜਿੱਥੇ ਕੋਈ ਮੌਤ ਦਾ ਡਰ ਵੀ ਹੋਵੇ, ਉੱਥੇ ਵੀ ਮੈਂ ਚਲਿਆ ਜਾਊਂਗਾ। ਇਹ ਪ੍ਰੇਮ ਪਿਆਰ ਦੀਆਂ ਗੱਲਾਂ ਹੈ ਵੀ ਉੱਥੇ ਵੀ ਭੇਜ ਦੇ, ਮੈਂ ਉੱਥੇ ਵੀ ਜਾਊਂਗਾ। ਤੇ ਮਹਾਰਾਜ ਨੇ ਫਿਰ ਪਰਖ ਕਰ ਲਈ, ਇਹ ਕਿਹਾ ਸੀ ਵੀ ਤੁਸੀਂ ਚਲੇ ਜਾਓ ਇਹਨਾਂ ਨਾਲ, ਪਰ ਇੰਨੀ ਗੱਲ ਹੈ ਵੀ ਜਿੰਨਾ ਚਿਰ ਅਸੀਂ ਕੋਈ ਆਪਣੇ ਵੱਲੋਂ ਸੁਨੇਹਾ ਨਹੀਂ ਭੇਜਦੇ ਕਿਸੇ ਸਿੱਖ ਨੂੰ ਰਾਹੀਂ, ਜਾਂ ਕੋਈ ਚਿੱਠੀ ਲਿਖ ਕੇ ਨਹੀਂ ਭੇਜਦੇ, ਉਹਨਾਂ ਚਿਰ ਤੁਸੀਂ ਲਾਹੌਰ ਤੋਂ ਇੱਥੇ ਨਹੀਂ ਆਉਣਾ ਹੈ, ਉੱਥੇ ਰਹਿਣਾ ਹੈ। ਉੱਥੇ ਸਾਡਾ ਜਿੱਥੇ ਪ੍ਰਕਾਸ਼ ਹੋਇਆ ਚੂਨਾ ਮੰਡੀ ਵਿਖੇ, ਉੱਥੇ ਸੰਗਤ ਕਾਇਮ ਕਰਨੀ ਹੈ। ਦੋਵੇਂ ਸਮੇਂ ਕਥਾ ਕੀਰਤਨ ਦਾ ਪਰਿਵਾਰ ਚਲਾਉਣਾ, ਲੰਗਰ ਚਲਾਉਣਾ, ਉੱਥੇ ਸਾਡੇ ਅਵਤਾਰ ਵਾਲੇ ਉੱਥੇ ਰਹਿਣਾ ਹੈ। ਕਹਿੰਦੇ ਮਹਾਰਾਜ 7 ਬਚਨ ਸਹਾਰੀ ਨਾਲ ਆ ਗਏ, ਵਿਆਹ ਸ਼ਾਦੀ ਹੋਈ। ਫਿਰ ਉਦੋਂ ਬਾਹਰ ਪਿਤਾ ਗੁਰੂ ਜੀ ਦਾ ਬਚਨ ਮੰਨ ਕੇ ਉਹ ਉੱਥੇ ਧਰਮ ਦੀ ਜਗ੍ਹਾ ਕਾਇਮ ਕਰੀ, ਧਰਮਸ਼ਾਲਾ ਬਣਾ ਲਈ ਤੇ ਕਥਾ ਕੀਰਤਨ ਦੇ ਪ੍ਰਵਾਹ ਚਲਾ ਤੇ ਲੰਗਰ ਚਲਾਇਆ। ਹੈ ਗੁਰੂ ਮਹਾਰਾਜ ਦਾ ਹੁਣ ਪ੍ਰੇਮ ਪਿਆਰ ਯਾਦ ਆਇਆ ਵੀ ਵੇਖੋ ਅੱਗੇ ਥੋੜਾ ਸਮਾਂ ਵੀ ਇੱਧਰ ਉੱਧਰ ਹੁੰਦੇ ਸੀ, ਕਿਹੋ ਜਿਹੀ ਹਾਲਤ ਹੋ ਜਾਂਦੀ। ਹੁਣ ਤਾਂ 8-9 ਮਹੀਨੇ ਹੋ ਗਏ, ਨਾ ਤਾਂ ਹੁਣ ਪਿਤਾ ਜੀ ਨੇ ਸਾਨੂੰ ਕੋਈ ਸੁਨੇਹਾ ਭੇਜਿਆ, ਨਾ ਕੋਈ ਚਿੱਠੀ ਲਿਖ ਕੇ ਭੇਜੀ ਹੈ। ਹੁਣ ਕਿਵੇਂ ਕਰੀਏ? ਉਹਨਾਂ ਨੇ ਕਿਹਾ ਸੀ ਸੁਨੇਹੇ ਬਗੈਰ ਚਿੱਠੀ ਵੀ ਆਉਣਾ ਨਹੀਂ ਹੈ। ਇਹ ਹੁਣ ਪਿਤਾ ਗੁਰੂ ਜੀ ਇਹ ਆਗਿਆ ਤੋਂ ਬਗੈਰ ਚਲੇ ਜਾਏ, ਫਿਰ ਮਹਾਰਾਜ ਕਿਤੇ ਨਾਰਾਜ਼ ਨਾ ਹੋ ਜਾਣ ਵੀ ਤੈਨੂੰ ਤਾਂ ਬੁਲਾਇਆ ਨਹੀਂ ਸੀ, ਕੋਈ ਸੁਨੇਹਾ ਨਹੀਂ, ਕੋਈ ਚਿੱਠੀ ਨਹੀਂ ਭੇਜੀ, ਤੂੰ ਕਿਵੇਂ ਆ ਗਿਆ? ਇਹ ਦਿਨ ਹੁਣ ਮਹਾਰਾਜ ਕੋਲ ਜਾਏ ਬਿਨਾਂ ਸਰਦਾ ਨਹੀਂ। ਫਿਰ ਖਿਆਲ ਆਇਆ ਵੀ ਚਲੋ ਆਪਾਂ ਮਹਾਰਾਜ ਨੂੰ ਚਿੱਠੀ ਲਿਖ ਕੇ ਭੇਜੀਏ, ਤੇ ਆਪ ਨਾ ਜਾਈਏ, ਸਿੱਖ ਨੂੰ ਭੇਜੀਏ ਚਿੱਠੀ, ਜਾ ਕੇ ਪਿਤਾ ਗੁਰੂ ਜੀ ਨੂੰ ਦਿਖਾ ਦੇਗਾ, ਮਹਾਰਾਜ ਪੜ੍ਹ ਲੈਣਗੇ, ਮੇਰਾ ਪ੍ਰੇਮ ਦੇਖ ਕੇ ਮੈਨੂੰ ਬੁਲਾ ਲੈਣਗੇ। ਉਹ ਵੀ ਗੱਲ ਠੀਕ ਰਹਿ ਜੂ, ਇੱਧਰ ਵੀ ਰਹਿ ਜੂ ਵੀ ਆਪਾਂ ਤਾਂ ਚਿੱਠੀ ਲਿਖ ਹੀ ਸਕਦੇ ਆ ਨਾ। ਫਿਰ ਉਹ ਪ੍ਰੇਮ ਪਿਆਰ ਵਿੱਚ ਵਿਰਾਗ ਵਿੱਚ ਆਇਆ ਮਹਾਰਾਜ ਨੇ ਉਹ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਾਰੂ ਬਚਨ ਹੋਇਆ ਸੀ, ਬਾਣੀ ਦੋਹਤਾ ਬਾਣੀ ਕਾ ਬੋਹਤਾ ਹੈ, ਇਹ ਤਾਂ ਦੋਤਾ ਹੈ, ਕਹਿੰਦੇ ਬਾਣੀ ਦਾ ਜਹਾਜ਼ ਰਚੂਗਾ। ਇਸ ਕਰਕੇ ਕਈ ਲੋਕ ਕਹਿੰਦੇ ਵੀ ਜਦੋਂ ਗੁਰਤਾ ਗੱਦੀ ਤੇ ਤਖਤ ਤੇ ਤਾਂ ਬੈਠੇ ਸੀ ਨਹੀਂ, ਮਹਾਰਾਜ ਨੇ ਕਿਵੇਂ ਬਾਣੀ ਉਚਾਰਤੀ, ਮਹਾਰਾਜ ਨੂੰ ਕਿਵੇਂ ਬਾਣੀ ਆ ਗਈ। ਉਹ ਤਾਂ ਬਾਲਕ ਅਵਸਥਾ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਰੂ ਬਚਨ ਕਹਿਤੇ ਸੀ ਵੀ ਇਹ ਤਾਂ ਜਿਹੜਾ ਸਾਡਾ ਦੋਤਰ ਹੈ ਨਾ, ਇਹ ਬਾਣੀ ਦਾ ਬਹੁਤ ਹੈ, ਇਹ ਤਾਂ ਜਹਾਜ਼ ਹੈ। ਫਿਰ ਆਪ ਜੀ ਨੇ ਪ੍ਰੇਮ ਵਿਰਾਗ ਵਿੱਚ ਆਇਆ ਹੋਇਆ ਇਹ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤਰੇ ਕੀ ਨਿਆਈ, ਤੇਰੇ ਖਨਾ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਹਾਂ
ਜਿਉ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜਿਉ। ਇਹ ਸਭ ਪ੍ਰੇਮ ਪਿਆਰ ਦੇ ਬਚਨ ਹੈ। ਉਹ ਚਿੱਠੀ ਵਿੱਚ ਲਿਖ ਕੇ ਸਾਰਾ ਕੁਝ ਸਿੱਖ ਨੂੰ ਕਿਹਾ ਵੀ ਇਹ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਭੇਟਾ ਕਰਨੀ। ਜੋ ਬਚਨ ਕਹਿਣ ਜਾਂ ਲਿਖ ਕੇ ਦੇਣ ਉਹ ਲੈ ਆਉਣਾ। ਸਿੱਖ ਆਇਆ ਤੇ ਅੱਗੋਂ ਪਿਰਥੀ ਚੰਦ ਦਰਵਾਜ਼ੇ ਡਿਉੜੀ 'ਚ ਖੜਾ ਸੀ ਤੇ ਉਹ ਸਿੱਖ ਹੱਥ ਵਿੱਚ ਪੱਤਰ ਜਿਹਾ ਦੇ ਕੇ ਤੇ ਵੀ ਇਹ ਕਿਤੇ ਅੰਮ੍ਰਿਤਸਰ ਦਾ ਤਾਂ ਹੈ ਨਹੀਂ, ਇਹ ਤਾਂ ਕਿਤੇ ਆਸੇ ਪਾਸੇ ਤੋਂ ਆਇਆ, ਬਾਹਰੋਂ ਆਇਆ ਹੈ। ਆਵਾਜ਼ ਮਾਰ ਕੇ ਮਾਰ ਲਿਆ। ਕਹਿੰਦਾ ਵੀ ਕਿੱਥੋਂ ਆਇਆ? ਕਹਿੰਦਾ ਲਾਹੌਰ ਸ਼ਹਿਰ ਤੋਂ ਆਇਆ। ਕਹਿੰਦਾ ਆ ਕੀ ਹੈ? ਕਹਿੰਦੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਿੱਠੀ ਲਿਖ ਕੇ ਭੇਜੀ ਹੈ। ਕਹਿੰਦੇ ਮੈਨੂੰ ਦੇ, ਮੈਂ ਪਿਤਾ ਗੁਰੂ ਜੀ ਨੂੰ ਆਪੇ ਚਿੱਠੀ ਭੇਜ ਦਿਖਾ ਦਊਂਗਾ ਤੇ ਜੋ ਉਹਨਾਂ ਨੇ ਉੱਤਰ ਦਿੱਤਾ ਉਹ ਵੀ ਤੈਨੂੰ ਮੈਂ ਦੱਸ ਦੂੰ। ਤੂੰ ਜਾ ਗੁਰੂ ਰਾਮਦਾਸ ਦੀ ਸਰਾਂ ਵਿੱਚ, ਉੱਥੇ ਆਰਾਮ ਕਰ, ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲਾ, ਕੱਲ੍ਹ ਨੂੰ ਆ ਕੇ ਮੇਰੇ ਕੋਲੋਂ ਪੁੱਛ ਲੈਣਾ। ਸਿੱਖ ਨੂੰ ਕੀ ਪਤਾ ਵੀ ਇਹ ਛਲੀਆ ਕਪਟੀ ਹੈ, ਇਹ ਪਿਤਾ ਨਾਲ ਵੀ ਈਰਖਾ ਕਰਦਾ ਹੈ ਤੇ ਆਪਣੇ ਛੋਟੇ ਭਰਾ ਨਾਲ ਵੀ ਇਹ ਬਲਛਲ ਕਰਦਾ ਹੈ। ਤੇ ਚਿੱਠੀ ਤਾਂ ਆਪਣੇ ਕੋਈ ਲੁਕੋ ਕੇ ਜੇ ਰੱਖ ਲਈ ਹੈ, ਕਿਉਂਕਿ ਪੜ੍ਹ ਲਈ ਹੈ ਤੇ ਵੀ ਇਹ ਤਾਂ ਬੜੀ ਬਾਣੀ ਹੈ। ਜੇ ਪਿਤਾ ਗੁਰੂ ਜੀ ਨੇ ਇਹ ਚਿੱਠੀ ਦੇਖ ਲਈ ਝੱਟ ਹੀ ਬੁਲਾ ਲੈਣਗੇ। ਮੈਨੂੰ ਨਹੀਂ ਫਿਰ ਗੱਦੀ ਮਿਲਣੀ, ਮੈਂ ਰਹਿ ਜਾ ਸਕਣਾ। ਮੇਰੇ ਵੱਲ ਤਾਂ ਮਹਾਰਾਜ ਪਿਤਾ ਜੀ ਕੋਈ ਬਹੁਤਾ ਖਿਆਲ ਨਹੀਂ ਰੱਖਦੇ, ਮੈਥੋਂ ਥੋੜ੍ਹਾ ਜਿਹਾ ਪਾਸਾ ਜਾਈ ਵੜਦੇ ਤੇ ਆਪਾਂ ਹੁਣ ਗੱਦੀ ਲੈਣੀ ਹੈ। ਜੇ ਉਹ ਆ ਗਏ ਕਿਤੇ ਉਹ ਨਾ ਲੈ ਜਾਣ। ਅਗਲੇ ਦਿਨ ਸਿੱਖ ਨੂੰ ਕਿਹਾ ਵੀ ਪਿਤਾ ਗੁਰੂ ਜੀ ਨੇ ਚਿੱਠੀ ਪੜ੍ਹ ਲਈ ਸੀ ਤੇ ਕਿਹਾ ਵੀ ਜਿਹੜੀ ਗੁਰੂ ਕੀ ਸੰਗਤ ਹੈ ਉਹੀ ਸਾਡੇ ਦਰਸ਼ਨ ਹੈ। ਵੀ ਸੰਗਤ ਦੇ ਦਰਸ਼ਨ ਸਾਡੇ ਦਰਸ਼ਨ ਹੈ, ਬਸ ਇੱਥੇ ਰਹਿਣਾ, ਇੱਥੋਂ ਨਹੀਂ ਆਉਣਾ ਹੈ, ਇੱਥੇ ਹੀ ਰਹੋ। ਉਹ ਸਿੱਖ ਨੂੰ ਐਂ ਕਹਿ ਕੇ ਭੇਜਦਾ। ਸਿੱਖ ਵਾਪਸ ਆਇਆ, ਕਹਿੰਦੇ ਮਹਾਰਾਜ ਇਉਂ ਕਿਹਾ। ਕਹਿੰਦੇ ਹੱਦ ਹੋ ਗਈ, ਪਿਤਾ ਗੁਰੂ ਜੀ ਤਾਂ ਐਸਾ ਬਚਨ ਕਹਿ ਨਹੀਂ ਸਕਦੇ। ਉਹ ਹੁਣ ਪੁੱਛ ਪੜਤਾਲ ਕੀਤੀ ਨਹੀਂ ਸਿੱਖ ਨੇ ਵੀ ਇਹ ਤਾਂ ਪਿਰਥੀ ਚੰਦ ਨੇ ਕਿਹਾ ਸਾਰਾ ਕੁਝ, ਪਿਤਾ ਗੁਰੂ ਜੀ ਨਾਲ ਕੋਈ ਪਤਾ ਹੀ ਨਹੀਂ ਹੈ। ਫਿਰ ਦੂਜੀ ਚਿੱਠੀ ਲਿਖੀ ਬਾਣੀ ਵਿੱਚ, ਤੇਰਾ ਮੁਖ ਸੁਹਾਵਾ ਜੀਓ ਸਹਿਜ ਤਨ ਬਾਣੀ, ਚਿਰ ਹੋਆ ਦੇਖੇ ਸਾਰਗ ਪਾਣੀ, ਧਨ ਸੋ ਦੇ ਜਹਾਂ ਤੂੰ ਬਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਾਂ ਕੋਲੀ ਹਾਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ। ਸਿੱਖ ਨੂੰ ਕਿਹਾ ਲੈ ਵੀ ਆ ਹੁਣ ਚਿੱਠੀ ਦੁਬਾਰਾ ਲੈ ਜਾ। ਹੁਣ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਫਿਰ ਰੱਖ। ਕੀ ਕਹਿੰਦੇ ਹੋ? ਫਿਰ ਆਇਆ ਸਿੱਖ, ਫਿਰ ਵੀ ਪਿਰਥੀ ਚੰਦ ਨੇ ਲੈ ਲਈ। ਉਵੇਂ ਹੀ ਫਿਰ ਕਹਿਤਾ ਵੀ ਮਹਾਰਾਜ ਨੇ ਪੜ੍ਹ ਲਈ ਤੇ ਮਹਾਰਾਜ ਨੇ ਕਿਹਾ ਇੱਥੇ ਹੀ ਰਹਿਣਾ, ਇੱਧਰ ਨਹੀਂ ਆਉਣਾ। ਫਿਰ ਜਦੋਂ ਸਿੱਖ ਨੇ ਜਾ ਕੇ ਦੱਸਿਆ ਸਾਰਾ ਕੁਝ, ਮਨ ਵਿੱਚ ਖਿਆਲ ਆਇਆ ਵੀ ਪਿਤਾ ਗੁਰੂ ਜੀ ਦਾ ਐਸਾ ਤਾਂ ਸੁਭਾਅ ਹੈ ਨਹੀਂ ਸੀ। ਉਹ ਤਾਂ ਪ੍ਰੇਮ ਪਿਆਰ ਪਰਖਦੇ ਸੀ। ਮੇਰਾ ਅੰਦਰਲਾ ਪ੍ਰੇਮ ਪਿਆਰ ਪਿਤਾ ਗੁਰੂ ਜੀ ਨੇ ਕਿਉਂ ਨਹੀਂ ਪਰਖਿਆ? ਉਹ ਤਾਂ ਅੰਤਰਜਾਮੀ ਹੈ। ਫਿਰ ਸਿੱਖ ਨੂੰ ਪੁੱਛਿਆ, ਕਹਿੰਦੇ ਵੀ ਤੂੰ ਚਿੱਠੀ ਜਦੋਂ ਲੈ ਕੇ ਗਿਆ ਸੀ ਕਿ ਗੁਰੂ ਰਾਮਦਾਸ ਮਹਾਰਾਜ ਨੇ ਤੇਰੇ ਸਾਹਮਣੇ ਉਹ ਚਿੱਠੀ ਪੜ੍ਹ ਲਈ ਸੀ? ਕਹਿੰਦਾ ਜੀ ਨਹੀਂ, ਉਹ ਤਾਂ ਡਿਉੜੀ ਵਿੱਚ ਪਿਰਥੀ ਚੰਦ ਤੁਹਾਡਾ ਵੱਡਾ ਭਰਾ ਖੜੋਤਾ ਸੀ, ਉਹਨੇ ਮੈਨੂੰ ਆਵਾਜ਼ ਮਾਰ ਕੇ ਸੱਦ ਲਿਆ। ਫਿਰ ਪੁੱਛ ਲਿਆ ਕਿੱਥੋਂ ਹੈ? ਮੈਂ ਕਿਹਾ ਲਾਹੌਰ ਤੋਂ। ਕਹਿੰਦੇ ਆ ਕੀ ਹੈ? ਇਹ ਕਿਹਾ ਵੀ ਚਿੱਠੀ ਹੈ ਤੇ ਗੁਰੂ ਅਰਜਨ ਦੇਵ ਜੀ ਉਹਨੇ ਫੜ ਲਈ, ਮੈਨੂੰ ਗੁਰੂ ਰਾਮਦਾਸ ਸਰਾਂ ਵਿੱਚ ਭੇਜਤਾ। ਅਗਲੇ ਦਿਨ ਮੈਨੂੰ ਕਹਿੰਦਾ ਵੀ ਪਿਤਾ ਗੁਰੂ ਨੇ ਚਿੱਠੀ ਪੜ੍ਹ ਲਈ ਤੇ ਕਿਹਾ ਵੀ ਸੰਗਤ ਪੰਗਤ ਦੀ ਸਾਡੇ ਦਰਸ਼ਨ ਆ, ਇੱਥੇ ਹੀ ਰਹਿਣਾ। ਕਹਿੰਦੇ ਦੂਜੀ ਵੀ ਉਹਨੇ ਲੈ ਲਈ ਸੀ। ਫਿਰ ਸ਼ੱਕ ਹੋ ਗਿਆ ਵੀ ਇਹਨੇ ਤਾਂ ਪਿਤਾ ਗੁਰੂ ਵਿੱਚ ਚਿੱਠੀਆਂ ਨਹੀਂ ਪਹੁੰਚਾਈਆਂ। ਸਿੱਖ ਨੂੰ ਸਾਵਧਾਨ ਕੀਤਾ। ਕਹਿੰਦੇ ਲੈ ਵੀ ਹੁਣ ਤੀਜੀ ਚਿੱਠੀ ਅਸੀਂ ਆ ਦੇ ਰਹੇ ਹਾਂ, एक घड़ी न मिलते तो कल युग होता। ਹੁਣ ਕਦ ਦੁਨੀਆ
तुद भगवंता मुझ रहन ना बिहावै नींद ने आवे मैं देखे गुर दरबारे जियो कोली जियो कोल मुआई तो सच्चे गुर दरबारे जियो। कहने लगे भी ये चिट्ठी गुरु रामदास महाराज के चरणों में जाके रखनी है। ये पिरती चंद होए तो इधर उधर हो जाना है, उन्होंने नहीं चिट्ठी देनी है, ये महाराज को ले जानी। वो चिट्ठी उन्हें पहुँचाई नहीं महाराज को। कहना महाराज लगता तो मैनू भी आई सी भी बना बनाई छड़ी जाता। पहली बार तो नहीं लग्या, दूजी वास मैंने जरूर हुई थोड़े ना वो ईरखा रखता अंदरों, खैर खांदा थोड़े नाल। सत बचन हुण महाराज तीजा पत्र तो मैं गुरु रामदास महाराज के चरणों च ही रखांगा। फिर उस सिख देखता रहा आके भी जिन्ना चिर पिरती चंद उत्थे खड़ोता रहा उधर आसे पासे रहा सिख। हुण पिरती चंद ने ड्योढ़ी च तो नहीं खड़े रहना सी, आखिरी तो होना ही सी ना आसे पासे। जदों होया आसे पास झटपट सिख गुरु महाराज दे कोल गया, जाके चरणा चिट्ठी रख दी। कहने महाराज आपदे साहिबजादे ने चिट्ठी भेजी है, हुणे पढ़ लो महाराज। इहदा जवाब भी मंगया महाराज उन्होंने। वो जदों पढ़ी है तो महाराज के निकलों विचों प्रेम देख के जल आ गया। कहते इन्ने साहिबजादे साथों बगैर व्याकुल है। फिर उत्ते तीया अंक दे के कहते भी सिखा भी चिट्ठी एक आई आ तू लैके आए, उत्ते तीया अंक एदा कारण। कहना महाराज दो चिट्ठियां मैं पहला भी लैके आया। कहते वो कित्थे? कहने महाराज तुहाडे वड्डे सपुत्र ने मैथों फड़ लिया सी ड्योढ़ी विच। कहते सानू तो दित्तियां नहीं, दिखाइयां नहीं। कहते ये महाराज तुसीं जाणो ये तीजी चिट्ठी है महाराज आप जी दे साहिबजादे दी। बाबा बुढ़ा साहब नूं बुलाया, कहते भी छेती दे के जाओ लाहौर विखे साहिबजादे नूं लियाओ, प्रेम प्यार विच व्याकुल होए पे। बस झटपट बाबा बुढ़ा साहब जी गए। देख के महाराज बाबा बुढ़ा नूं चाह और शाह चढ़ गया, खुशियां की कोई हद ना रही भी हुण तां गुरु नानक साहब दे घर दे मुख सेवक सिख आ गए है, हुण तां ये लई जाणगे सानूं। कहने महाराज किवें? कहते महाराज ने आप मैनू बुला के भेजिया तुहाडे कोल, आ तुहाडी चिट्ठी पढ़ के। वो कहते छेती बुला के लियाओ साहिबजादे। आए महाराज इत्थे ते दर्शन दीदार करके कहते भी हुण तीन पौड़ियां तो हो गई, ये चौथा हुण पौड़ी भी चारो साडे हजूरी विच बैठ गए। फिर आप जी ने मुखों किया भाग हुआ गुर संत मिलाया, प्रभ अविनाशी घर में पाया। सेव करी पल चसा निविसदा, जन नानक दास तुम्हारे जियो कोली जियो कोल कुमाई, जन नानक दास तुम्हारे जियो। इउं कह के पिता गुरु जी के चरणों ते शीश रख दिता। वो अंदरला सच्चा सुच्चा प्रेम देख के फिर गुरु रामदास महाराज ऐसे ओ प्रेम विच आए ने। बाबा बुढ़ा साहब नूं कहण लगे भी की छोटे साहिबजादे गुरता गद्दी दे तख्त जोग है? कहना महाराज तुहाडे नाल होर क्यों ना सियाणा है। कहते तेरे रह नाल हुण असीं इन्हां नूं गुरता गद्दी दे तख्त ते बिठाया चाहुंदे आ। सानू तो पिता गुरु अमरदास महाराज ने अपने कोलों आजू बख्शी थोड़े दिन रहिंदे आ, वो पूरे हो जाने। फिर गुरता गद्दी दे तख्त उपर विराजमान कर दिता सी। जानी ये प्रेम प्यार दे वचन है सारे। इत्थे भी गुरु अर्जन देव महाराज वो प्रेम कहते हैं भी अस्सू दे महीने द्वारा उपदेश है भी जिन्हां दे अंदर प्रेम प्यार जिहड़ा है ना पैदा हो जाता है, उन्हां दे अंदर ही वाहिगुरू नूं मिलण दा जिहड़ा अमाड़ा हुंदा उठदा, चाह उत्साह उठदा है। जिन्हां दे अंदर प्रेम नहीं उत्थे चाह उत्साह की पैना होना है। प्रेम कोई गुण नहीं है, गुण तां सिੱਖਿਆ होया सानूं मिल जांदा। कोई गुण लै लो तुसीं
ਜਿਵੇਂ ਆ ਸੰਤੋਖ ਹੈ, ਇਹ ਵੀ ਸਾਨੂੰ ਜਿਹੋ ਜਿਹਾ ਸਾਨੂੰ ਲੱਭ ਗਿਆ ਉਹੋ ਜਿਹਾ ਖਾ ਪੀ ਲਿਆ, ਵਰਤ ਲਿਆ, ਅਸੀਂ ਸੰਤੁਸ਼ਟ ਰਹੀਏ, ਪ੍ਰਸੰਨ ਹੋਈਏ, ਪ੍ਰਸੰਨ ਰਹੀਏ ਰੁੱਖਾ ਮਿੱਸਾ ਖਾ ਕੇ, ਤੇ ਸਮਝ ਲਓ ਸਾਨੂੰ ਸੰਤੋਖ ਗੁਣ ਮਿਲ ਗਿਆ। ਤੇ ਜੇ ਅਸੀਂ ਸਹਾਰਨ ਸ਼ਕਤੀ ਪ੍ਰਾਪਤ ਕਰ ਲਈ, ਕਿਸੇ ਨੇ ਸਾਨੂੰ ਚੰਗਾ ਮੰਦਾ ਬੋਲ ਲਿਆ, ਪੁੱਠਾ ਸਿੱਧਾ ਬੋਲ ਲਿਆ, ਕਿਉਂਕਿ ਆ ਦੁਨੀਆ ਦੇ ਲੋਕ ਬੋਲ ਲੈਂਦੇ ਨਾ ਪੁੱਠਾ ਸਿੱਧਾ, ਜਿਨ੍ਹਾਂ ਨੂੰ ਜਿਹੋ ਜਿਹਾ ਸੁਭਾਅ ਪਿਆ, ਮੁਰਦਾ ਬੋਲੇ ਖਫਣ ਪਾੜੇ, ਉਹ ਬੋਲ ਲੈਂਦੇ। ਜਿਵੇਂ ਉਹ ਮਾਈ ਨੂੰ ਸੀ ਪੁੱਠਾ ਸਿੱਧਾ, ਸਿਰ ਨੂੰ ਧੱਗ ਲਾ ਲਓ ਕਹਿੰਦੀ ਸੀ ਨਾ, ਉਹ ਹੈ ਸੁਭਾਅ। ਉਹ ਕਈਆਂ ਨੂੰ ਸੁਭਾਅ ਹੁੰਦਾ ਵੀ ਉਹਨਾਂ ਨੇ ਆਪਣੀ ਆਦਤ ਅਨੁਸਾਰ ਪੁੱਠਾ ਸਿੱਧਾ ਬੋਲੇ ਜਾਣੇ, ਤੇ ਉਹਨੂੰ ਚੰਗਾ ਮੰਦਾ ਕਹੀ ਜਾਣਾ ਹੈ। ਕਈਆਂ ਦਾ ਹੁੰਦਾ ਵੀ ਉਹ ਨਹੀਂ, ਉਹ ਜਿਵੇਂ ਫਰੀਦ ਦੇ ਅੰਦਰੋਂ ਨਿਕਲਿਆ ਉਹਦਾ ਤੋਂ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਰਹਾਏ, ਦੇਹੀ ਰੋਗ ਨਾ ਲੱਗੀ, ਪੱਲਾ ਸਭ ਕੁਝ ਖਾਏ। ਵੀ ਜੇ ਤੇਰਾ ਕੋਰਾ ਬੁਰਾ ਵੀ ਕਰਦਾ ਤਾਂ ਵੀ ਕਹਿੰਦੇ ਤੂੰ ਉਹਦਾ ਭਲਾ ਕਰ, ਮਨ ਵਿੱਚ ਗੁੱਸਾ ਨਾ ਲਿਆ, ਕਹਿੰਦੇ ਤੇਰੀ ਦੇਹ ਨੂੰ ਹਉਮੈ ਦਾ ਰੋਗ ਨਹੀਂ ਲੱਗੂਗਾ, ਤੂੰ ਪੱਲੇ ਸਭ ਕੁਝ ਪਾ ਲਏਗਾ, ਤੇਰੇ ਪੱਲੇ ਸਭ ਕੁਝ ਇਹ ਰੱਬ ਆਜੂ ਪੱਲੇ ਪੈ ਗਿਆ ਸਭ ਕੁਝ। ਇਸ ਕਰਕੇ ਪਰ ਕਾ ਬੁਰਾ ਨਾ ਰੱਖੋ ਚੀਜ਼, ਤੁਮਕੋ ਦੁੱਖ ਨਹੀਂ ਭਾਈ ਵੀਰ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਦੂਜੇ ਦਾ ਕਹਿੰਦੇ ਤੁਸੀਂ ਬੁਰਾ ਨਾ ਸੋਚੋ, ਇਹ ਚਿੱਤ ਵਿੱਚ ਨਾ ਰੱਖੋ। ਕਹਿੰਦੇ ਹੇ ਭਰਾਵੋ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੋਊਗਾ, ਉਹ ਜਿਹੜਾ ਪਰਾਇਆ ਬੁੱਧ ਚਿਤਨ ਵਾਲੇ ਉਹੀ ਤੁਹਾਡੇ ਜਿਹੜੇ ਕੋਈ ਆ ਦੁੱਖ ਸੁੱਖ ਨਾ ਉਹ ਲੈ ਲੈਣਗੇ, ਉਹ ਤੁਹਾਡੇ ਥਾਂ ਉਹਨਾਂ ਨੂੰ ਦੁੱਖ ਆ ਜਾਊ, ਉਹਨਾਂ ਨੂੰ ਕੋਈ ਬਿਪਤਾ ਪੈ ਜਾਊਗੀ, ਉਹੀ ਫਸ ਫੂਸ ਜਾਣਗੇ ਤੁਹਾਡੇ ਥਾਂ। ਇਹ ਜੇ ਤੁਸੀਂ ਕਿਸੇ ਦਾ ਬੁਰਾ ਨਹੀਂ ਨਾ ਚਿੱਤ ਗਿਆ, ਪਰਮੇਸ਼ਰ ਉੱਪਰੋਂ ਦੇਖਦਾ ਹੈ। ਇਹ ਮਹਾਰਾਜ ਨੇ ਵੀ ਬਾਣੀ ਵਿੱਚ ਜਿਨ੍ਹਾਂ ਉਪਦੇਸ਼ ਹੈ ਨਾ ਸੂਮੀ ਨੇ, ਉਹ ਕਹਿੰਦੇ ਪਰ ਕਾ ਬੁਰਾ ਨਾ ਚਾਖੋ ਜੀ, ਤੁਮਕੋ ਦੁੱਖ ਨਹੀਂ ਭਾਈ ਵੀਰੇ, ਮੇਰੇ ਭਰਾਵੋ ਹੈ ਮੇਰੇ ਭਾਈਓ, ਤੁਸੀਂ ਦੂਜੇ ਦਾ ਮਾੜਾ ਨਾ ਬੁਰਾ ਨਾ ਸੋਚੋ, ਤੁਹਾਨੂੰ ਕੋਈ ਦੁੱਖ ਨਹੀਂ ਲਿਓ, ਤੁਹਾਨੂੰ ਤੱਤੀ ਹਵਾ ਨਹੀਂ ਲੱਗੂਗੀ, ਤੁਸੀਂ ਦੁੱਖਾਂ ਤੋਂ ਬਚੇ ਰਹੋਗੇ, ਨਵੇਂ ਨਰੋਏ ਰਹੋਗੇ। ਜਿਹਦੇ ਅੰਦਰ ਇਹ ਪ੍ਰੇਮ ਪਿਆਰ ਹੁੰਦਾ ਉਹਦੇ ਅੰਦਰ ਹੀ ਇਹ ਆ ਮਾੜੀਆਂ ਬੁਰਾਈਆਂ ਨਿਕਲਦੀਆਂ, ਉੱਥੇ ਗੁਰੂ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਕੱਢ ਦਿੰਦੇ ਨੇ। ਵੈਸੇ ਮਹਾਰਾਜ ਕਹਿੰਦੇ ਅਸਨ ਪ੍ਰੇਮ ਮੁਨਾਰਾ, ਇਹ ਭਾਈ ਯਸੂ ਦੇ ਮਹੀਨੇ ਦੁਆਰਾ ਉਪਦੇਸ਼ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਉਹ ਪ੍ਰੇਮ ਆਉਂਦਾ ਹੈ, ਉਹਨਾਂ ਦੇ ਅੰਦਰ ਹੀ ਮਾੜਾ ਉੱਠਦਾ ਹੈ, ਵਾਹਿਗੁਰੂ ਨੂੰ ਮਿਲਣ ਦਾ ਚਾਅ ਉਤਸ਼ਾਹ ਪੈਦਾ ਹੁੰਦਾ ਹੈ। ਮਨ ਤਨ ਮਿਲ ਗਿਆ ਹਰ ਜਾਏ, ਵੀ ਕਿਵੇਂ ਹੁਣ ਵਾਹਿਗੁਰੂ ਨੂੰ ਜਾ ਕੇ ਮਿਲੀਏ। ਜਦੋਂ ਪ੍ਰੇਮ ਕਰਕੇ ਫਿਰ ਚਾਅ ਉਤਸ਼ਾਹ ਪੈਦਾ ਹੁੰਦਾ ਨਾ, ਫੇਰ ਹੀ ਅੰਦਰ ਤੜਫ ਉੱਠਦੀ ਹੈ, ਕਿਵੇਂ ਹੁਣ ਜਾ ਕੇ ਵਾਹਿਗੁਰੂ ਨੂੰ ਮਿਲ ਗਏ। ਜੇ ਹੁਣ ਪ੍ਰੇਮ ਹੈ ਤਾਂ ਹੀ ਇਹ ਤੜਫ ਉੱਠੂ, ਜੇ ਪ੍ਰੇਮ ਨਹੀਂ ਹੈ ਫਿਰ ਨਹੀਂ ਤੜਫ ਉੱਠਦੀ ਹੈ, ਫਿਰ ਨਹੀਂ ਇਹ ਧਰਤੀ ਪਰ ਬੈਰਾਗ ਆਉਂਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਇਹ ਸਭ ਕੁਛ ਆਊਗਾ। ਸੋ ਇਸੇ ਮਹਾਰਾਜ ਕਹਿੰਦੇ ਆ ਦੂਜਾ ਐਸਾ ਵੀ ਆਸਨ ਵੀ ਹਰ ਪਾਸੇ ਤੋਂ ਵਾਹਿਗੁਰੂ ਦਾ ਨਾਮ ਹੀ ਸੁਣਾਈ ਦੇਣਾ, ਸਭ ਪਾਸੇ ਵੀ ਪਰਮੇਸ਼ਰ ਦਾ ਹੀ ਸੁਣਾਈ ਦੇਣਾ ਵੀ ਉਹੀ ਹੈ ਜੋ ਬੋਲਤ ਹੈ ਮਿਰਗਬੀਨ ਬਖੇਰ ਸੋ ਬਿਨ ਹਰ ਜਾਪਤ ਨਹੀਂ। ਹੋਰ ਵੀ ਜਿਹੜੇ ਹਰਨ ਬੋਲਦੇ ਹੈ, ਪੰਛੀ ਬੋਲਦੇ ਹੈ, ਵੀ ਇਹ ਸਭ ਪਰਮੇਸ਼ਰ ਦਾ ਜਾਪ ਕਰ ਰਹੇ ਹੈ, ਵੀ ਉਹਦੀ ਆਵਾਜ਼ ਕੱਢ ਰਹੇ ਹੈ। ਇਹ ਜਦੋਂ ਕੋਈ ਅੰਦਰ ਪ੍ਰੇਮ ਪਿਆਰ ਕਰਕੇ ਅਵਸਥਾ ਖੁੱਲ੍ਹ ਜਾਂਦੀ ਨਾ, ਬਖਸ਼ਿਸ਼ ਹੋ ਜਾਂਦੀ ਹੈ, ਫਿਰ ਹਰ ਪਾਸੇ ਉਹ ਤਾਂ ਫਿਰ ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਇਹ ਸਭ ਹਰ ਹਰ ਨਾਮ ਧਿਆਵਾ ਵਾਲੀ ਗੱਲ ਬਣ ਜਾਂਦੀ। ਵੀ ਧਰਤੀ ਆਕਾਸ਼ ਵੀ ਇਹ ਮੇਰੀ ਜ਼ਿੰਦਗੀ, ਇਹ ਸਭ ਪਰਮੇਸ਼ਰ ਦਾ ਨਾਮ ਧਿਆਉਂਦੇ ਹੈ। ਆਕਾਸ਼ ਵਿੱਚੋਂ ਵੀ ਵਾਹਿਗੁਰੂ ਦੇ ਨਾਮ ਦੀਆਂ ਆਵਾਜ਼ਾਂ ਆਉਣ ਲੱਗ ਪੈਂਦੀਆਂ, ਧਰਤੀ ਵਿੱਚੋਂ ਵੀ ਜਿੱਥੇ ਕੁਝ ਲੜਾਈਆਂ ਪੜਾਈਆਂ ਉੱਥੇ ਹੜ ਹੜ ਦੀ ਆਵਾਜ਼, ਹਾਏ ਹਾਏ ਦੀ ਆਵਾਜ਼ ਆਉਂਦੀ ਹੈ।
ਜਿੱਥੇ ਉਹ ਨਾਮ ਜਪਿਆ ਫਿਰ ਪਿਆਰੇ ਸੇ ਅਸਲ ਸੋਹਣ ਚਵਾਰੇ ਵਾਲੀ ਗੱਲ ਬਣੀ, ਉੱਥੇ ਫਿਰ ਆਵਾਜ਼ਾਂ ਇਹ ਆਉਣ ਲੱਗ ਪੈਣੀਆਂ। ਉਹ ਤਾਂ ਸਰੀਰ ਵਿੱਚ ਵੀ ਆਉਣ ਲੱਗ ਜਾਂਦੀਆਂ। ਸੋ ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਭਾਈ ਅੰਦਰ ਤਰ ਫਿਰਦੀ ਹੈ, ਕਿਵੇਂ ਉਹ ਵਾਹਿਗੁਰੂ ਨੂੰ ਜਾ ਕੇ ਮਿਲ ਗਏ। ਮਨ ਤਨ ਪਿਆਸ ਦਰਸ਼ਨ ਘਣੀ। ਹਾਂ, ਸਾਡੇ ਮਨ ਵਿੱਚ ਵੀ ਸਾਡੇ ਤਨ ਵਿੱਚ ਵੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਦੀ ਘਣੀ ਪਿਆਸ ਹੈ, ਘਣੀ ਤਾਂਘ ਹੈ, ਬਹੁਤੀ ਹੀ ਤਾਂਘ ਹੈ। ਕੋਈ ਆਣ ਮਿਲਾਵੇ ਮਾਏ। ਹੇ ਮਾਤਾ ਵਰ ਸੰਤੋ, ਜਿਹੜੇ ਕੋਈ ਮਹਾਤਮਾ ਹੈ, ਇਹਨੂੰ ਬਾਣੀ ਵਿੱਚ ਮਹਾਰਾਜ ਨੇ ਮਾਤਾ ਵਤ ਕਿਹਾ ਹੈ। ਬਹੁਤ ਹੈ ਮਾਈ ਗੁਰ ਚਰਨੀ ਚਿਤ ਲਾਈ ਹੈ। ਇਹ ਮਾਤਾ ਵਰ ਸੰਤੋ ਸੁਣੋ, ਗੁਰੂ ਦੇ ਚਰਨਾਂ ਨਾਲ ਚਿਤ ਲਾਈਏ। ਮਾਈ ਗੁਰਬਿਨ ਗਿਆਨ ਨਾ ਪਾਈਏ। ਇਹ ਮਾਤਾ ਵਰ ਸੰਤੋ, ਗੁਰੂ ਤੋਂ ਬਿਨਾ ਅਪਰੋਖ ਗਿਆਨ ਰੱਬੀ ਗਿਆਨ ਨਹੀਂ ਪਾਈਦਾ। ਦੁਨਿਆਵੀ ਗਿਆਨ ਤਾਂ ਇੱਧਰ ਉੱਧਰ ਮਿਲ ਜਾਂਦੇ ਹੈ, ਪਰ ਅਸਲੀ ਜਿਹੜਾ ਹੈ ਨਾ ਵਾਹਿਗੁਰੂ ਦਾ ਅਪਰੋਕਸ਼ ਗਿਆਨ, ਪਰਮਾ ਗਿਆਨ, ਉਹ ਗੁਰੂ ਦੁਆਰਾ ਹੀ ਪਾਈਦਾ ਹੈ। ਸੋ ਸਾਡੇ ਮਨ ਵਿੱਚ ਉਹ ਵਾਹਿਗੁਰੂ ਦੇ ਦਰਸ਼ਨ ਦੀਦਾਰ ਦੀ ਘਣੀ ਪਿਆਸ ਹੈ। ਮਨ ਤਨ ਪਿਆਸ ਦਰਸ਼ਨ ਘਣੀ। ਕੋਈ ਆਣ ਮਿਲਾਵੇ ਮਾਏ, ਕੋਈ ਹੈ ਐਸਾ ਮਾਏ ਮਾਤਾ ਵੱਲ ਨਿਸ਼ਕਾਮ ਕਰਮਾਂ ਰੂਪ ਜਿਹੜਾ ਦੁੱਧ ਹੈ, ਬਖਸ਼ਣ ਵਾਲਾ, ਨਿਸ਼ਕਾਮ ਕਰਮਾਂ ਦਾ ਉਪਦੇਸ਼ ਦੇਣ ਵਾਲਾ ਮਹਾਤਮਾ ਹੈ, ਮਾਤਾ ਵੱਤ ਹੈ। ਉਹ ਸਾਨੂੰ ਕਹਿੰਦੇ ਇਹ ਦੱਸੇ ਮਨ ਕੋਈ ਆਣ ਮਿਲਾਵੇ ਮਾਏ, ਕੋਈ ਲਿਆ ਕੇ ਮਿਲਾ ਦੇਵੇ ਜਾਂ ਆਣ ਕੇ ਆ ਕੇ ਸਾਨੂੰ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕੇ। ਫਿਰ ਪਤਾ ਚੱਲਿਆ ਹੈ ਇਹ ਅੰਦਰਲਾ ਜਿਹੜਾ ਸੱਚਾ ਸੁੱਚਾ ਪ੍ਰੇਮ ਪਿਆਰ ਹੈ ਨਾ, ਉਹ ਲਾਉਣ ਵਾਸਤੇ ਤਾਂ ਜਿਹੜੇ ਜਿਨ੍ਹਾਂ ਨੂੰ ਸਾਸ ਗਰਾਸ ਵਿਸਰਦਾ ਨਹੀਂ ਨਾ ਪਰਮੇਸ਼ਰ ਦਾ ਨਾਂ, ਉਹ ਜਿਹੜੇ ਸੰਤ ਹੈ ਉਹ ਅਸਲੀ ਪ੍ਰੇਮ ਲਾਉਣ ਦੇ ਵਿੱਚ ਸਹਾਈ ਹੈ। ਦੁਨਿਆਵੀ ਪ੍ਰੇਮ ਲਾਉਣ ਵਾਸਤੇ ਤਾਂ ਦੁਨਿਆਵੀ ਲੋਕ ਬਥੇਰੇ ਹੈਗੇ। ਆ ਮਾਤਾ ਪਿਤਾ ਦਾ ਵੀ ਬੱਚੇ ਨਾਲ ਪ੍ਰੇਮ ਪਿਆਰ ਹੁੰਦਾ ਹੀ ਹੈ, ਉਹ ਉਹਦੇ ਨਾਲ ਕਰਦਾ, ਉਹਦੇ ਨਾਲ ਕਰੀ ਜਾਂਦੇ ਹੈ। ਪਤ ਪਤਨੀ ਦਾ ਵੀ ਆਪੋ ਵਿੱਚ ਹੀ ਪ੍ਰੇਮ ਪਿਆਰ ਹੁੰਦਾ ਹੀ ਹੈ, ਉਹ ਉਹਦੇ ਨਾਲ ਕਰੀ ਕਰਾਈ ਜਾਂਦੀ ਪ੍ਰੇਮ ਪਿਆਰ। ਜਿਹੜੇ ਕੋਈ ਸਿੱਖ ਸੇਵਕ ਹੈ, ਕੋਈ ਉਸਤਾਦ ਹੈ ਜਾਂ ਉਹ ਉਹਦਾ ਸ਼ੇਸ਼ਾ ਆਪੋ ਸਿੱਖ ਸੇਵਕ ਦਾ ਆਪੋ ਵਿੱਚ ਹੀ ਪ੍ਰੇਮ ਪਿਆਰ ਹੈ। ਸ਼ਾਹੂਕਾਰ ਹੈ ਤੇ ਉਹਦੇ ਜਿਹੜਾ ਕੋਈ ਉਹਦੇ ਕੋਲੋਂ ਸੌਦਾ ਖਰੀਦ ਕੇ ਲਿਜਾਣ ਵਾਲਾ ਬਣਜਾਣਾ ਹੁੰਦਾ, ਉਹਦੇ ਨਾਲ ਉਹਦਾ ਪ੍ਰੇਮ ਪਿਆਰ ਜਿਹਾ ਹੁੰਦਾ, ਲੈਣ ਦੇਣ ਹੁੰਦਾ। ਹਾਂ ਭਈਆ, ਇਹ ਉਹ ਦੁਨਿਆਵੀ ਪ੍ਰੇਮ ਹੈ। ਅਸਲੀ ਵਾਹਿਗੁਰੂ ਦੇ ਪ੍ਰੇਮ ਨੂੰ ਲਾਉਣ ਵਾਲੇ ਤਾਂ ਜਿਹੜੇ ਕੋਈ ਸਵਾਸ ਸਵਾਸ ਸਿਮਰਨ ਕਰਨ ਵਾਲੇ ਮਹਾਤਮਾ ਹੈ, ਉਹ ਸਹਾਇਕ ਹੈ। ਉਹ ਕਿਵੇਂ ਸਹਾਇਕ ਹੈ ਵੀ ਉਹ ਬਾਣੀ ਦੇ ਲੜ ਲੱਗੇ ਹੈ, ਬਾਣੀ ਦੁਆਰਾ ਉਪਦੇਸ਼ ਦੇ ਦਿੰਦੇ ਹੈ ਵੀ ਇਉਂ ਤੂੰ ਵਾਹਿਗੁਰੂ ਨਾਲ ਭਾਈ ਦਿਲੋਂ ਪ੍ਰੇਮ ਕਰਿਆ ਕਰ, ਫਿਰ ਵਾਹਿਗੁਰੂ ਤੇ ਬਹੁਤ ਤੂੰ ਨੇੜੇ ਹੋ ਜਾਏਗਾ, ਵਾਹਿਗੁਰੂ ਤੇਰੇ ਤੇ ਤਰੁੱਠ ਪਏਗਾ। ਤੂੰ ਗੁਰੂ ਨਾਲ ਪ੍ਰੇਮ ਕਰਿਆ ਕਰ, ਬਾਣੀ ਨਾਲ ਪ੍ਰੇਮ ਕਰਿਆ ਕਰ, ਪ੍ਰੇਮ ਨਾਲ ਤੂੰ ਬਾਣੀ ਪੜ੍ਹਿਆ ਕਰ। ਇਉਂ ਸੰਤ ਸਹਾਇਕ ਹੋ ਜਾਂਦੇ ਵੀ ਉਹਨੂੰ ਇੱਧਰ ਲਾ ਦਿੰਦੇ। ਜਿਵੇਂ ਕੋਈ ਜੂਆ ਖੇਡਣ ਵਾਲਾ ਉਹਨੇ ਤਾਂ ਜੂਏ ਪਾਸੇ ਲਾਉਣਾ, ਤਾਸ਼ ਖੇਡਣ ਵਾਲੇ ਨੇ ਤਾਸ਼ ਵਾਲੇ, ਸ਼ਰਾਬੀ ਨੇ ਸ਼ਰਾਬ ਪੀਣ ਲਾਉਣਾ, ਫੀਮ ਖਾਣ ਵਾਲੇ ਨੇ ਫੀਮ ਪਾਸੇ ਲਾਉਣਾ। ਜਿਹੜਾ ਕੁਝ ਕਰਦਾ ਉਹਨੇ ਉਧਰ ਹੀ ਪਾਸੇ ਪ੍ਰੇਰ ਦੇਣਾ, ਲੇਕਿਨ ਇੱਧਰ ਲੈ ਤੂੰ। ਪਰ ਜਿਹੜੇ ਹੁਣ ਸਵਾਸ ਸਵਾਸ ਸਿਮਰਨ ਕਰਨ ਵਾਲੇ, ਉਹਨਾਂ ਨੇ ਫਿਰ ਵਾਹਿਗੁਰੂ ਦੇ ਪ੍ਰੇਮ ਵਿੱਚ ਲਾਉਣਾ, ਨਾਮ ਵਿੱਚ ਲਾਉਣਾ, ਵੀ ਪ੍ਰੇਮ ਨਾਲ ਭਾਵਨਾ ਨਾਲ ਜਪਿਆ ਕਰ। ਉਹ ਸੱਚਾ ਸੁੱਚਾ ਜਿਹੜਾ ਪ੍ਰੇਮ ਹੈ ਉਹ ਲਾਉਣ ਵਿੱਚ ਜਿਹੜੇ ਮਹਾਤਮਾ ਸਿਮਰਨ ਵਾਲੇ ਗੁਰਮੁਖ ਹੈ, ਉਹ ਸਹਾਇਕ ਹਨ, ਉਹ ਸੰਗਤ ਵਿੱਚ ਹੁੰਦੇ ਹਨ ਮਹਾਤਮਾ। ਹਾਉ ਤਿਨ ਕੈ ਲਾਗਾ ਪਾਏ। ਇਹ ਮਹਾਰਾਜ ਨੇ ਆਪਣੀ ਨਿਮਰਤਾ ਭਾਵੇਂ ਗੁਰੂ ਨਾਨਕ ਦੇ ਗੁਰਤਾ ਗੱਦੀ ਦੇ ਮਾਲਕ ਹੈ ਗੁਰੂ ਅਰਜਨ ਦੇਵ ਜੀ,
ਪਰ ਫਿਰ ਉਪਦੇਸ਼ ਆਪਣੇ ਦੁਆਰਾ ਦੇ ਵੀ ਮੈਂ ਉਹਨਾਂ ਦੇ ਚਰਨੀ ਲੱਗਦਾ ਹੈ। ਇਸ਼ਾਰਾ ਹੈ ਵੀ ਤੁਸੀਂ ਉਹਨਾਂ ਦੇ ਚਰਨੀ ਲੱਗੋ, ਵੀ ਉਹ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਣ ਵਾਸਤੇ ਮਹਾਨ ਸਹਾਇਕ ਹੈ। ਤੁਹਾਨੂੰ ਉਸ ਰਸਤੇ ਉਹ ਪਾ ਦੇਣਗੇ, ਉਸ ਰਸਤੇ ਤੋਰ ਦੇਣਗੇ, ਕਿਉਂਕਿ ਆਪ ਉਹ ਚੱਲੇ ਇਸ ਰਸਤੇ ਪ੍ਰੇਮ ਕਰਕੇ ਵਾਹਿਗੁਰੂ ਨਾਲ ਤੱਕ ਪੁੱਜੇ ਹਨ। ਇਸ ਕਰਕੇ ਇੱਥੇ ਕਹਿ ਰਹੇ ਹਨ ਵੀ ਉਹ ਸਹਾਇਕ ਹਨ, ਉਹਨਾਂ ਦੇ ਚਰਨੀ ਲੱਗੀ, ਉਹਨਾਂ ਦੇ ਅੱਗੇ ਨਿਮਰਤਾ ਰੱਖੀਏ। ਬਿਨ ਪ੍ਰਭ ਕਿਉ ਸੁਖ ਪਾਈਐ। ਪਰਮੇਸ਼ਰ ਦੇ ਮੇਲ ਮਿਲਾਪ ਕੀਤੇ ਬਗੈਰ, ਪਰਮੇਸ਼ਰ ਦੇ ਦਰਸ਼ਨ ਵਿਦਾਰ ਕੀਤੇ ਬਗੈਰ ਭਲਾ ਕਿਵੇਂ ਸੁਖ ਪਾਈਦਾ, ਕਿਵੇਂ ਸੁਖ ਹੋ ਸਕਦਾ ਹੈ? ਅਸਲੀ ਜਿਹੜਾ ਯਥਾਰਥ ਸੁਖ ਹੈ ਉਹ ਤਾਂ ਪਰਮੇਸ਼ਰ ਦੇ ਮੇਲ ਮਿਲਾਪ ਨਾਲ ਦਰਸ਼ਨ ਦਿਦਾਰ ਵਿੱਚ ਹੀ ਹੈ। ਬਾਕੀ ਜਿਹੜੇ ਦੁਨਿਆਵੀ ਸੁੱਖ ਹੈ ਉਹ ਅਧੂਰੇ ਸੁੱਖ ਹੈ। ਕੋਈ ਕਹਿੰਦਾ ਵੀ ਲੈ ਮਾਇਆ ਆ ਜਾਏ ਤੇ ਬਸ ਸੁੱਖ ਆ ਗਏ, ਕਿਉਂਕਿ ਮਾਇਆ ਨਾਲ ਸਾਰੀਆਂ ਸਹੂਲਤਾਂ ਆ ਜਾਣਗੀਆਂ, ਬਸ ਸੁੱਖ ਆ ਗਿਆ, ਸਹੂਲਤਾਂ ਹੀ ਸੁੱਖ ਹੈ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਸੁੱਖ ਨਾਹੀਂ ਬਹੁਤਾ ਧਨ ਖਾਟੇ। ਇਹ ਬਹੁਤਾ ਧਨ ਦੀ ਖੱਟੀ ਕਰ ਲੈ, ਬਹੁਤਾ ਧਨ ਇਕੱਠਾ ਕਰ ਲੈ, ਮਨੁੱਖ ਸੁਖੀ ਨਹੀਂ ਹੋਊਗਾ। ਜਿਉਂ ਜਿਉਂ ਮਾਇਆ ਜਿਉਂ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਲਿਖਿਆ ਪਿਆ। ਇਹ ਘਰ ਵਿੱਚ ਬਹੁਤੀ ਆ ਜਾਊ, ਉਹਦੇ ਘਰ ਦੇ ਵਿੱਚ ਨਾਲ ਬਹੁਤੀ ਚਿੰਤਾ ਵੀ ਆ ਜਾਊ। ਸੁੱਖ ਤਾਂ ਖੰਭ ਲਾ ਕੇ ਉੱਡ ਜਾਊਗਾ। ਰਾਤ ਨੂੰ ਵੀ ਮਨੁੱਖ ਮਾੜਾ ਜਾਏ ਇੱਧਰੋਂ ਉੱਧਰੋਂ ਕੋਈ ਉਹ ਜਿਹੜਾ ਰੱਖਿਆ ਨਾ ਘਰੇ ਕੁੱਕਰ ਕੱਕਰ ਭੌਂਕੇ ਤੇ ਵੇਖੂਗਾ ਵੀ ਕੋਈ ਆ ਤਾਂ ਨਹੀਂ ਗਿਆ। ਚਿੰਤਾ ਲੱਗੀ ਰਹੇ ਵੀ ਇਹਨੂੰ ਕੋਈ ਲੈ ਨਾ ਜਾਏ, ਮੈਨੂੰ ਨਾ ਨੂੰ ਕੋਈ ਮਾਰ ਜਾਏ। ਸੁੱਖ ਦੇ ਥਾਂ ਤਾਂ ਦੁੱਖ ਖੜਾ ਹੋ ਜਾਂਦਾ ਹੈ। ਜਿਨ੍ਹਾਂ ਕੋਲ ਬਹੁਤੀ ਹੈ ਨਾ ਉਹਨਾਂ ਤੋਂ ਹਾਲ ਦੇਖੋ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈ। ਜੇ ਬਹੁਤਾ ਹੈ ਤਾਂ ਇੱਥੇ ਕਿਤੇ ਗੁਰਦੁਆਰੇ ਇੱਥੇ ਆ ਜਾ ਕਰੋ, ਬਾਹਰ ਧਨੀਆਂ ਕੋਲ ਜਦੋਂ ਇਹ ਦੁੱਖ ਖਰੋਣਦੇ ਨਾ ਹੈਰਾਨ ਹੀ ਹੋ ਜਾਈਦਾ। ਵੇਖੋ ਵੀ ਅਰਬਾਂ ਖਰਬਾਂ ਦੇ ਮਾਲਕ ਹੈ ਤੇ ਇਹ ਵੀ ਰੋਂਦੇ ਪਿੱਟਦੇ ਨੇ, ਕਿਉਂਕਿ ਘਰ ਦੇ ਜਿਹੜੇ ਜੀਆ ਟੱਬਰ ਇਹੋ ਜਿਹੇ ਫਿਰ ਉਹ ਮਾਇਆ ਕਰਕੇ ਵਿਗੜ ਜਾਂਦੇ, ਉਹਨਾਂ ਦੀ ਬਾਤ ਨਹੀਂ ਪੁੱਛਦੇ। ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦੇ, ਉਹਨਾਂ ਨੂੰ ਬਾਹਰ ਆਉਣਾ ਹੀ ਔਖਾ ਹੋ ਜਾਂਦਾ ਹੈ। ਕਹਿੰਦੇ ਕਿਹੋ ਜਿਹਾ ਮੂੰਹ ਦਿਖਾਈਏ, ਕਿਹਨੂੰ ਕਿਹਾ ਵੀ ਇਹ ਕਹਿਣਗੇ ਵੀ ਆਹ ਇਹਨਾਂ ਦਾ ਪਿਓ, ਆਹ ਇਹਨਾਂ ਦੇ ਪੁੱਤ ਕਰਤੂਤ ਕਰਨ ਵਾਲੇ। ਉਹ ਸਾਰਾ ਇਹ ਢਾਂਚਾ ਇੱਥੇ ਹੀ ਚੱਲਦਾ ਹੈ। ਉਹ ਮਹਾਰਾਜ ਕਹਿੰਦੇ ਵੀ ਬਹੁਤਾ ਧਨ ਇਕੱਠਾ ਕਰ ਲਈਏ ਕੋਈ ਸੁੱਖ ਨਹੀਂ ਹੁੰਦਾ, ਨਾਲ ਦੁੱਖ ਵੀ ਖੜਾ ਹੋ ਜਾਂਦਾ, ਬਦਨਾਮੀ ਵੀ ਹੁੰਦੀ, ਚਿੰਤਾ ਵੀ ਆ ਜਾਂਦੀ ਹੈ। ਤੇ ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਵੀ ਆਤਮਾ ਛੇਤ ਮੁਛੇ ਨਾਟਕ ਨੂੰ ਵੇਖੀਏ ਤੇ ਫੇਰ ਵੀ ਸੁੱਖ ਨਹੀਂ ਹੈ। ਇਹਨਾਂ ਨੂੰ ਤਾਂ ਸ਼ਰਮਿਆ ਵੀ ਜਾ ਕੇ ਨਾ ਕਈ ਵਾਰੀ ਮਨੁੱਖ ਇਹੋ ਜਿਹਾ ਇਹਨਾਂ ਤੋਂ ਪ੍ਰਭਾਵਿਤ ਹੋ ਜਾਂਦਾ, ਜਿਹੜਾ ਗੱਡੀਆਂ ਗੁੱਡੀਆਂ ਹੇਠ ਆ ਕੇ ਮਰਦੇ ਨਾ, ਇਹ ਇਹੀ ਹੈ ਸਾਰੇ ਨਿਰਤ ਨਾਟਕ ਦੇਖਣ ਵਾਲੇ। ਉੱਥੋਂ ਹੀ ਪੰਗਾ ਪੈਂਦਾ ਸਾਰਾ ਇਹਨਾਂ ਨੂੰ ਦੇਖ ਦੋ ਕੇ। ਹੁਣ ਮੋਬਾਈਲਾਂ ਰਾਹੀਂ ਦੇਖੀ ਜਾਂਦੇ ਆ, ਕੋਈ ਖਾਈ ਜਾਂਦਾ ਜ਼ਹਿਰ, ਕੋਈ ਕਿਤੇ ਗੱਡੀ ਹੇਠ ਆਈ ਜਾਂਦਾ। ਪਹਿਲਾਂ ਕੋਈ ਐਸਾ ਹੁੰਦਾ ਸੀ ਕਿਤੇ ਸੁਣਿਆ ਸੀ? ਇਹ ਨਿਰਤ ਨਾਟਕ ਹੈ ਸਾਰਾ, ਇਹਦਾ ਹੀ ਪੁਆੜਾ ਹੈ ਸਾਰਾ। ਤੇ ਸੁੱਖ ਕੋਈ ਨਹੀਂ ਹੈ, ਸਗੋਂ ਜਿੰਦ ਵੀ ਗੁਆ ਬੈਠੇ ਹੈ। ਸੁੱਖ ਨਾਹੀਂ ਬਹੁ ਦੇਸ਼ ਕਮਾਏ, ਬਹੁਤਿਆਂ ਦੇਸ਼ਾਂ ਵਿੱਚ ਬੜੀਆਂ ਕਮਾਈਆਂ ਕਰ ਲਏ ਮਨੁੱਖ, ਕੋਈ ਪਦਵੀ ਲੈ ਲਏ, ਫਿਰ ਵੀ ਕੋਈ ਸੁੱਖ ਨਹੀਂ ਹੈ। ਫਿਰ ਵੀ ਚਿੰਤਾ ਬਣੀ ਰਹਿੰਦੀ ਵੀ ਹੁਣ ਇਹ ਚਲੀ ਨਾ ਜਾਏ ਕੁਰਸੀ, ਤੇ ਵੀ ਸੋਚਾਂ ਸੋਚਦਾ ਰਾਤ ਨੂੰ ਬੈਠਾ। ਕਹਿੰਦੇ ਫਿਰ ਸੌ ਕੀ ਹੈ? ਸਰਵ ਸੁਖਾਂ ਹਰ ਹਰ ਗੁਣ ਗਾਏ। ਪਰਮੇਸ਼ਰ ਦੇ ਗੁਣ ਕਹਿੰਦੇ ਸਾਰੇ ਸੁੱਖ ਆ ਜਾਂਦੇ ਹੈ। ਇੱਥੇ ਮਹਾਰਾਜ ਉਹੀ ਬਚਨ ਕਹਿ ਰਹੇ, ਫਿਰ ਇਹ ਪੜੀ ਪੰਕਤੀ, ਬਿਨ ਪ੍ਰਭ ਕਿਉ ਸੁਖ ਪਾਈਐ। ਪਰਮੇਸ਼ਰ ਦੇ ਦਰਸ਼ਨ ਦਿਦਾਰ ਕੀਤੇ ਬਗੈਰ ਕਿਵੇਂ ਸੁਖ ਪਾਈਦਾ? ਨਹੀਂ ਸੁਖ ਪਾਈਦਾ ਹੈ। ਦੂਜੀ ਨਾਹੀ ਜਾਇ। ਪਰਮੇਸ਼ਰ ਤੋਂ ਬਗੈਰ ਤਾਂ ਹੋਰ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ ਸੁਖਦਾਈ, ਸੁਖ ਵਾਲੀ, ਵੀ ਜਿੱਥੋਂ ਮਨੁੱਖ ਨੂੰ ਸੁਖ ਮਿਲੇ ਤੇ ਸੁਖੀ ਹੋ ਜਾਵੇ, ਬੇਚੈਨੀ ਇਹਦੀ ਦੂਰ ਹੋ ਜਾਏ, ਫਿਕਰ ਤੌਖੇ ਦੇ ਖਤਮ ਹੋ ਜਾਣ,
ਇਹ ਤਾਂ ਜਦੋਂ ਵਾਹਿਗੁਰੂ ਦਾ ਮਿਲਾਪ ਹੁੰਦਾ ਫਿਰ ਫਿਕਰ ਚੌਂਕੇ ਚੰਗਾ, ਫਿਰ ਤਾਂ ਮਨੁੱਖ ਨੂੰ ਮੌਤ ਦਾ ਫਿਕਰ ਵੀ ਮੁੱਕ ਜਾਂਦਾ ਹੈ। ਜੇ ਮਰਨਾ ਸਭ ਜਗਤ ਰਾਸਿਆ, ਸੋ ਮਰਨਾ ਗੁਰ ਪਰਸੁ ਰਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਨ ਰਾਮ ਜਾਣਿਆ। ਕਬੀਰ ਸਾਹਿਬ ਕਹਿੰਦੇ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਕਹਿੰਦੇ ਉਹ ਗੁਰੂ ਕੀ ਕਿਰਪਾ ਨਾਲ ਸਾਨੂੰ ਮਰਨਾ ਤਾਂ ਵਧੀਆ ਲੱਗਦਾ ਵੀ ਕਦੋਂ ਮੌਤ ਆਵੇ। ਅਸੀਂ ਤਾਂ ਖੜਾ ਛੁੱਟੇ, ਅਸੀਂ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਕੇ ਬੈਠੀਏ। ਸੋ ਦਰ ਕੇਰਾ ਕਿਹਾ ਸੋ ਕਰ ਗਿਆ, ਉੱਥੇ ਜਾ ਪਹੁੰਚੀਏ। ਉਦਾਏ ਸਰੀਰ ਨੂੰ ਵੀ ਪ੍ਰਤੀਬੰਧਕ ਬਹੁਤ ਵੱਡੀ ਰੁਕਾਵਟ ਸਮਝੇ ਵੀ ਗੰਦਮੰਦ ਦੇ ਲੈਥੜੇ ਤੋਂ ਕਦੋਂ ਖੜਾ ਛੁੱਟੇ, ਕਦੋਂ ਉੱਥੇ ਉਹਦੇ ਵਿੱਚ ਇੱਕ ਮਿਕ ਹੋਈਏ। ਜੋ ਜਲ ਮੈਂ ਜਲਾਏ ਖਟਾਨਾ, ਤਿਉ ਜੋਤੀ ਸੰਜੋਤ ਸਮਾਨਾ। ਇਹੋ ਚਾਹੁੰਦੇ ਹਨ ਜਿਨੀ ਚਾਖਿਆ ਪ੍ਰੇਮ ਰਸ। ਮਹਾਰਾਜ ਕਹਿੰਦੇ ਹੈ ਭਾਈ, ਜਿਨ੍ਹਾਂ ਨੇ ਪ੍ਰੇਮ ਦੁਆਰਾ ਵਾਹਿਗੁਰੂ ਦੇ ਨਾਮ ਦਾ ਰਸ ਚੱਖਿਆ, ਨਾਮ ਦਾ ਰਸ ਮਾਣਿਆ ਹੈ, ਸੇ ਤ੍ਰਿਪਤ ਰਹੇ ਆਗਾਏ। ਉਹ ਜਿਹੜੇ ਪੁਰਸ਼ ਹੈ ਨਾ, ਜਿਨ੍ਹਾਂ ਨੇ ਪ੍ਰੇਮ ਦੁਆਰਾ ਨਾਮ ਦੇ ਰਸ ਦਾ, ਨਾਮ ਦਾ ਰਸ ਚੱਖ ਲਿਆ, ਨਾਮ ਦਾ ਰਸ ਮਾਣ ਲਿਆ, ਨਾਮ ਦਾ ਰਸ ਲੈ ਲਿਆ, ਨਾਮ ਦਾ ਸਵਾਦ ਲੈ ਲਿਆ, ਸੇ ਤ੍ਰਿਪਤ ਰਹੇ ਆਗਾਏ। ਉਹ ਤਾਂ ਦੁਨਿਆਵੀ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਨੱਕੋ ਨੱਕ ਰਜ ਰਹੇ ਹੈ। ਦੁਨੀਆ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਗਏ ਹੈ। ਉਹ ਉੱਪਰਲੇ ਲੋਕਾਂ ਦੇ ਜਿਹੜੇ ਕੋਈ ਪਦਾਰਥ ਹੈ, ਉਹਦੇ ਵੱਲੋਂ ਵੀ ਉਹ ਨੱਕੋ ਨੱਕ ਰਜ ਰਹੇ ਹੈ। ਉਹਨਾਂ ਦੀ ਵੀ ਉਹ ਕੋਈ ਉਹ ਲੋੜ ਨਹੀਂ ਰੱਖਦੇ। ਜਾਂ ਉਹ ਕਹਿੰਦੇ ਤਰਾ ਪਦਾਰਥਾਂ ਵੱਲੋਂ ਤ੍ਰਿਪਤ ਹੋ ਕੇ ਨੱਕੋ ਨੱਕ ਰਜ ਗਏ। ਇੱਕ ਤਾਂ ਹੁੰਦਾ ਨਾ ਆਮ ਤ੍ਰਿਪਤੀ, ਅਸੀਂ ਹੁਣ ਜਲ ਪਾਣੀ ਜਾਂ ਕੋਈ ਚਾਹ ਪਾਣੀ ਜਾਂ ਨਾਸ਼ਤਾ ਜਾਂ ਕਰ ਲਿਆ, ਕੋਈ ਪੂਰੀ ਤ੍ਰਿਪਤੀ ਤਾਂ ਨਹੀਂ ਹੈ। ਘੰਟੇ ਕੁ ਨੂੰ ਅਸੀਂ ਕਹਾਂਗੇ ਹੁਣ ਲਿਆ ਬਈ, ਹੁਣ ਕਿਤੇ ਪ੍ਰਸ਼ਾਦੇ ਲਿਆ, ਕਿਤੇ ਨਾਸ਼ਤਾ ਲਿਆ, ਕਿਤੇ ਸ਼ਾਮ ਨੂੰ ਫੇਰ ਲਿਆ, ਜਾਣੀ ਇਹ ਤ੍ਰਿਪਤ ਨਹੀਂ ਹੈ। ਇੱਕ ਹੁੰਦਾ ਵੀ ਨੱਕੋ ਨੱਕ ਰਜਣਾ, ਵੀ ਉਹ ਮੁੜ ਕੇ ਫਿਰ ਨਹੀਂ ਉਹਨੂੰ ਲੋੜ ਰਹਿੰਦੀ ਹੈ। ਉਹ ਆ ਦੁਨਿਆਵੀ ਤੌਰ 'ਤੇ ਵੀ ਕੋਈ ਕੋਈ ਨੱਕੋ ਨੱਕ ਰਜਦਾ, ਨਹੀਂ ਤਾਂ ਅੱਧੇ ਹੀ ਭੁੱਖੇ ਪੈਂਦੇ ਹੈ। ਅੱਧੇ ਕੀ ਤ੍ਰਿਪਤ ਹੁੰਦੇ, ਅੱਧੇ ਕੁ ਭੁੱਖੇ ਹੁੰਦੇ। ਜੇ ਮੈਂ ਬੀਰਬਲ ਨੂੰ ਪੁੱਛਿਆ ਸੀ, ਅਕਬਰ ਨੇ ਕਹਿੰਦਾ ਵੀ ਮੇਰੇ ਰਾਜ ਭੋਗ ਵੀ ਕੋਈ ਭੁੱਖਾ ਤਾਂ ਨਹੀਂ ਪੈਂਦਾ। ਬੀਰਬਲ ਹੱਸ ਕੇ ਕਹਿੰਦਾ ਜੀ ਤੁਹਾਡੇ ਰਾਜ ਭਾਗ 'ਚ ਅੱਧੇ ਭੁੱਖੇ ਰਹਿੰਦੇ, ਰਾਤ ਨੂੰ ਅੱਧੇ ਭੁੱਖੇ ਸੌਂਦੇ। ਕਹਿੰਦਾ ਵੀ ਇਹ ਕਿਵੇਂ ਹੋ ਸਕਦਾ? ਕਹਿੰਦੇ ਤੂੰ ਇੱਥੇ ਮੰਗਾ ਕੇ ਦੇਖ ਲਓ, ਸੱਦ ਕੇ ਦੇਖ ਲਓ, ਨਿਰਣਾ ਕਰ ਲਓ, ਅੱਧੇ ਭੁੱਖੇ, ਸਾਰੇ ਅੱਧੇ ਭੁੱਖੇ ਸੌਂਦੇ। ਕਹਿੰਦਾ ਵੀ ਹੁਣ ਇਹ ਗੱਲ ਮੇਰੇ ਮਨ ਤੇ ਜਾਂਦੀ, ਮੈਂ ਆਪ ਖਾ ਪੀ ਕੇ ਰੱਜ ਕੇ ਸੌਣਾ ਹੈ, ਆ ਤੂੰ ਵੀ ਖਾ ਪੀ ਕੇ ਰੱਜ ਕੇ। ਉਹ ਕਹਿੰਦਾ ਮੈਂ ਵੀ ਅੱਧਾ ਹੀ ਭੁੱਖਾ ਸੌਣਾ ਹੈ। ਬੀਰਬਲ ਕਹਿੰਦਾ ਮੈਂ ਵੀ ਅੱਧਾ ਭੁੱਖਾ ਸੌਣਾ, ਤੁਹਾਡੇ ਸਾਹਮਣੇ ਸੱਚ ਕਹਿੰਦਾ, ਤੇ ਬਾਕੀ ਲੋਕਾਂ ਨੂੰ ਵੀ ਸੱਦ ਲਓ। ਤੇ ਡੋਂਡੀ ਪਟਾਤੀ ਪਾਤਸ਼ਾਹ ਨੇ ਵੀ ਸਾਰੇ ਘਰੋਂ ਖਾ ਪੀ ਕੇ ਫਿਰ ਸ਼ਾਮ ਨੂੰ ਕਚਹਿਰੀ ਵਿੱਚ ਆਉਣਾ ਹੈ, ਕੋਈ ਭੁੱਖਾ ਨਾ ਆਵੇ। ਉਹ ਕਹਿੰਦਾ ਫਿਰਦਾ ਵੀ ਭਾਈ ਅਕਬਰ ਪਾਤਸ਼ਾਹ ਵੱਲੋਂ ਹੁਕਮ ਹੈ, ਸਾਰਿਆਂ ਨੇ ਕਚਹਿਰੀ ਵਿੱਚ ਆਉਣਾ, ਪਰ ਸਾਰਿਆਂ ਨੇ ਖਾ ਪੀ ਕੇ ਰੱਜ ਕੇ ਆਉਣਾ, ਭੁੱਖਾ ਕੋਈ ਵੀ ਨਾ ਆਵੇ। ਉਹ ਸਾਰੇ ਖਾ ਪੀ ਕੇ ਆ ਗਏ। ਤੇ ਪਾਤਸ਼ਾਹ ਕਹਿੰਦਾ ਵੀ ਤੁਹਾਡੇ ਵਿੱਚੋਂ ਕੋਈ ਭੁੱਖਾ ਤਾਂ ਨਹੀਂ ਹੈ? ਕਹਿੰਦੇ ਮਹਾਰਾਜ ਡੌਂਡੀ ਵਾਲਾ ਕਹਿੰਦਾ ਸੀ ਵੀ ਖਾ ਪੀ ਕੇ ਰੱਜ ਕੇ ਆਉਣਾ, ਵੀ ਭੁੱਖਾ ਨਾ ਆਏ, ਇਸ ਕਰਕੇ ਮਹਾਰਾਜ ਅਸੀਂ ਤਾਂ ਸਾਰੇ ਰੱਜ ਪੁੱਜ ਕੇ ਆਏ, ਖਾ ਕੇ ਆਏ। ਕਹਿੰਦੇ ਕੋਈ ਲੋੜ ਤਾਂ ਨਹੀਂ? ਕਹਿੰਦਾ ਨਾ ਜੀ, ਜਦੋਂ ਖਾ ਪੀ ਕੇ ਆਏ ਰੱਜ ਕੇ, ਹੁਣ ਕਾਹਦੀ ਲੋੜ ਹੈ? ਬੀਰਬਲੀ ਮੂੰਹ ਵਾਰ ਕਰਕੇ ਕਹਿੰਦਾ ਓਏ ਆਹ ਦੇਖ ਕੀ ਕਹਿੰਦੇ ਆ। ਕਹਿੰਦਾ ਝੂਠ ਬਕਦੇ, ਝੂਠ ਬੋਲਦੇ ਆ, ਅੱਧੇ ਭੁੱਖੇ ਐ, ਐਵੇਂ ਹੀ ਕਹੀ ਜਾਂਦੇ। ਕਹਿੰਦੇ ਮੈਂ ਕਿਵੇਂ ਮੰਨਾਂ ਤੇਰੀ ਗੱਲ ਨੂੰ, ਮੈਂ ਕਿਵੇਂ ਮੰਨਾਂ? ਇਹ ਕਹਿੰਦੇ ਅਸੀਂ ਖਾ ਪੀ ਕੇ ਰੱਜ ਗਏ, ਤੂੰ ਕਹਿੰਦਾ ਅੱਧੇ ਭੁੱਖੇ। ਕਹਿੰਦੇ ਤੂੰ ਲਿਆ ਕੇ ਤਾਂ ਇਹਨਾਂ ਦੇ ਰੱਖਣਾ, ਫਿਰ ਤਾਂ ਪਤਾ ਲੱਗੂਗਾ ਭੁੱਖੇ ਆ ਕਿ ਰੱਜੇ ਆ। ਉਹ ਲਿਆ ਕੇ ਰੱਖ ਤੇ ਪੈ ਗਏ ਟੁੱਟ ਕੇ, ਜਿਵੇਂ ਉਹ ਉੱਥੇ ਹੋਲੇ ਮਹੱਲੇ ਤੇ ਪੈਂਦੇ ਹੁੰਦੇ।
ਜਾਂ ਡੋਡੀਆਂ ਐਟਮਾਂ ਬਣੀਆਂ ਹੋਈਆਂ, ਵੇਖ ਲਓ ਕਿੱਥੇ ਕਿੱਥੇ ਫਿਰਦੇ ਹੁੰਦੇ ਇਹ, ਵੀ ਇੱਥੇ ਆ ਬਣਿਆ, ਇੱਥੇ ਆ। ਰਸਤੇ ਵੀ ਜਾਂਦੇ ਵੀ ਮੱਕੀ ਦਾ ਸਾਗ ਹੈ, ਮੱਖਣੀ ਪਾ ਕੇ ਮਿਲਦਾ ਉੱਥੇ ਮੱਕੀ, ਉੱਥੇ ਰੋਟੀ ਵੀ ਤੋਂ ਵੀ ਘਰੋਂ ਖਾ ਕੇ ਨਹੀਂ ਗਏ ਤੁਸੀਂ, ਸਭ ਕੁਛ ਕਰਕੇ ਗਏ, ਪਰ ਉੱਥੇ ਹੈ। ਉੱਥੇ ਵੀ ਗੰਨੇ ਦਾ ਰਸ ਆ, ਉਹ ਪਿਆ ਕੇ ਤੋਰੀ, ਉੱਥੇ ਵੀ ਬਹੁਤ ਵਧੀਆ ਉਹ ਬਣਾਉਂਦੇ ਆ, ਆਪ ਚੀਜ਼ ਬਣਾਉਂਦੇ ਆ, ਉੱਥੇ ਵੀ ਰੋਕਦੀ ਟਰਾਲੀ। ਤੇ ਜਾ ਕੇ ਕਿਹੜਾ ਉੱਥੇ ਰੱਜੇ ਹੁੰਦੇ, ਉੱਥੇ ਫੇਰ ਪੈ ਨਿਕਲਦੇ ਜਾਂਦੇ, ਕਹਿੰਦੇ ਛੇਤੀ ਦੇ ਕੇ ਗੋਭੀ ਚੀਰੋ, ਗੋਭੀ ਬਣਾਉਣੀ ਆਪਾਂ ਇਹਦੇ ਵੀ, ਤੁਸੀਂ ਸਵੇਰੇ ਰਸਤੇ 'ਚ ਭਲਾ ਕੀ ਖਾਂਦੇ ਆ ਜੇ ਭੁੱਖੇ? ਜਾਣੀ ਉਹ ਤਾਂ ਭੁੱਖ ਮਰਦੀ ਨਹੀਂ ਹੈ, ਇਹ ਤਰਪਤਾ ਹੁੰਦੇ ਨਹੀਂ। ਉਹ ਬੀਰਬਲ ਕਹਿੰਦਾ ਵੀ ਲਿਆ ਕੇ ਰੱਖੋ, ਦੇਖੋ ਰੱਖਿਆ ਤਾਂ ਲੱਗੇ ਛਕਣ ਛਕਾਉਣ। ਫਿਰ ਕਹਿੰਦਾ ਹੁਣ ਤਾਂ ਰੱਜ ਕੇ, ਕਹਿੰਦਾ ਨਹੀਂ ਜੀ ਅਜੇ ਵੀ ਭੁੱਖੇ ਹੈ। ਕਹਿੰਦੇ ਹੁਣ ਕਾਹਦੇ? ਕਹਿੰਦੇ ਤੁਸੀਂ ਮਾੜੇ ਮੋਟੇ ਮੇਵੇ ਤੇ ਲਿਆ ਕੇ ਇੱਥੇ ਸਿਓ ਸੂਤਾਂ ਅੰਗੂਰ ਤਾਂ ਲਿਆ ਕੇ ਰੱਖੋ, ਇਹਨਾਂ ਨੇ ਇਹ ਵੀ ਚੱਕ ਜਾਣੇ। ਉਹ ਮੇਵਿਆਂ ਦੀਆਂ ਡਾਲੀਆਂ ਲਿਆ ਰੱਖੀਆਂ, ਕਹਿੰਦਾ ਵੀ ਇਹ ਤਾਂ ਥੋੜਾ ਥੋੜਾ ਖਾਓ। ਕਹਿੰਦੇ ਹੁਣ ਤਾਂ ਜੀ ਮਹਾਰਾਜ ਅਸੀਂ ਰੱਜ ਕੇ ਤੁਹਾਡਾ ਹੁਕਮ ਨਹੀਂ ਮੋੜ ਸਕਦੇ। ਉਹ ਕਿਸੇ ਨੇ ਸਿਓ ਚੱਕ ਲਿਆ, ਕਿਸੇ ਨੇ ਅੰਗੂਰ ਚੁੱਕ ਲਿਆ, ਕਿਸੇ ਨੇ ਸੰਤਰਾ ਚੱਕ ਲਿਆ, ਜਿਹੜਾ ਕੋਈ ਹੈ ਸੀ ਉਹ ਚੱਕ ਚੱਕ ਕੇ ਖਾਈ ਪੀ ਗਏ। ਫਿਰ ਜਦੋਂ ਗਲ ਤੋਂ ਬਾਹਰ ਨੂੰ ਆਉਣ ਲੱਗਿਆ ਨਾ, ਉਦੋਂ ਹਟੇ। ਤੇ ਫੇਰ ਕਹਿੰਦਾ ਵੀ ਹੁਣ, ਕਹਿੰਦਾ ਹੁਣ ਇਹ ਨੱਕੋ ਨੱਕ ਰੱਜ ਗਏ, ਹੁਣ ਤੂੰ ਪੁੱਛ ਇਹ ਸਾਰੇ ਨੱਕ ਭੁੱਲ ਮਰਨਗੇ, ਕਹਿਣਗੇ ਵੀ ਨਾ ਨੱਕ ਮਾਰਨਗੇ। ਨਾ ਜੀ ਇਹਨਾਂ ਨਾ ਲਿਓ, ਸਾਡਾ ਤਾਂ ਉਹ ਵੀ ਖਾਧਾ ਪੀਤਾ ਨਿਕਲਦਾ। ਤੇ ਇਹ ਜਿਹੜਾ ਹੁੰਦਾ ਨਾ ਵੀ ਜਦੋਂ ਮਨੁੱਖ ਨੱਕੋ ਨੱਕ ਰਹਿ ਜਾਂਦਾ ਨਾ, ਫਿਰ ਉਹਦੇ ਸਾਹਮਣੇ ਜੋ ਮਰਜ਼ੀ ਤੁਸੀਂ ਲਿਆ ਕੇ ਦੇਖੋ, ਕਹੂਗਾ ਨਹੀਂ ਮੇਰਾ ਤਾਂ ਪਹਿਲਾ ਖਾਧਾ ਵੀ ਨਿਕਲਿਆ, ਇਹ ਨਾ ਹੁਣ ਰੱਖੋ ਮੇਰੇ, ਰੱਖੋ। ਸੋ ਇੱਥੇ ਮਹਾਰਾਜ ਕਹਿੰਦੇ ਵੀ ਉਸੇ ਤ੍ਰਿਪਤ ਰਹੇ ਗਾਏ, ਉਹ ਤਾਂ ਦੁਨਿਆਵੀ ਪਦਾਰਥਾਂ ਵੱਲੋਂ ਐਸੇ ਤ੍ਰਿਪਤ ਹੋ ਕੇ ਨੱਕੋ ਨੱਕ ਰਜ ਗਏ ਹੈ। ਉਹਨਾਂ ਨੂੰ ਫਿਰ ਦੁਨਿਆਵੀ ਪਦਾਰਥਾਂ ਦੀ ਖਾਣ ਦੀ ਕੋਈ ਬਹੁਤੀ ਭੁੱਖ ਨਹੀਂ ਰਹਿੰਦੀ ਹੈ। ਉਹਨਾਂ ਦਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬਣ ਜਾਂਦਾ ਹੈ। ਰੱਬੀ ਗਿਆਨ ਨਾਲ ਹੀ ਉਹ ਰਜੇ ਰਹਿੰਦੇ ਹਨ। ਆਪ ਤਿਆਗ ਬੇਨਤੀ ਕਰਹਿ, ਉਹ ਖਾਣ ਪੀਣ ਦਾ ਜੋ ਕੋਈ ਦੂਜਾ ਲਿਆ ਕੇ ਛਕਾਈ ਜਾਏ ਤੇ ਖਾਈ ਜਾਣਗੇ। ਉਹ ਉਂਝ ਨਹੀਂ ਉਹਨਾਂ ਨੂੰ ਹੁੰਦੀ ਭੁੱਖ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਅੰਸ ਵਿੱਚ ਭਾਈ ਰਾਮ ਕੌਰ ਸੀ, ਉਹ ਕੋਲ ਜਿਹੜਾ ਸੇਵਕ ਸੀ ਨਾ, ਉਹੀ ਲਿਆ ਛਕਾਉਂਦਾ ਸੀਗਾ। ਉਹ ਕਹਿੰਦਾ ਬਾਬੇ ਕਿ ਤੁਹਾਨੂੰ ਭੁੱਖ ਲੱਗ ਗਈ ਹੋਵੇ ਤੇ ਭੋਜਨ ਛਕ ਲਓ। ਕਹਿੰਦੇ ਵੀ ਭੁੱਖ ਲੱਗ ਗਈ? ਕਹਿੰਦੇ ਹਾਂ ਜੀ ਇਸ ਟਾਈਮ ਭੁੱਖ ਲੱਗ ਜਾਂਦੀ। ਕਹਿੰਦੇ ਫਿਰ ਲਿਆ ਵੀ ਛਕ ਲੈਂਦੇ। ਵੀ ਜਦੋਂ ਸਾਡੀ ਭੁੱਖ ਦੂਰ ਹੋ ਗਈ ਨਾ, ਤੂੰ ਆਪੇ ਦੱਸਦੀ ਵੀ ਤੁਸੀਂ ਹਟ ਜਾ ਹੁਣ। ਉਹ ਦੋਵਾਂ ਹੱਥਾਂ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ ਭਾਈ ਰਾਮ ਕੌਰ ਜੀ ਛਕੀ ਜਾਂਦੇ, ਦੋਵਾਂ ਮੁੱਖਾਂ ਨਾਲ, ਇੱਧਰੋਂ ਵੀ ਬੁਰਕੀ ਉੱਧਰੋਂ ਵੀ ਬੁਰਕੀ। ਫਿਰ ਸੇਵਕ ਹੀ ਕਹਿੰਦਾ ਬਾਬੇ ਕਿਉਂ ਹੁਣ ਰੱਜ ਗਏ ਤੁਸੀਂ, ਹਟ ਜਾਓ ਹੁਣ। ਕਹਿੰਦੇ ਵੀ ਤੈਨੂੰ ਕਿਵੇਂ ਪਤਾ ਚੱਲ ਗਿਆ ਵੀ ਅਸੀਂ ਰੱਜ ਗਏ? ਕਹਿੰਦੇ ਜੀ ਮੇਰੇ ਕੋਲ ਰੱਸੀ ਰੱਖੀ ਹੋਈ ਹੈ। ਉਹ ਸੇਵਕ ਹੀ ਇਹਨਾਂ ਦੇ ਇਹੋ ਜਿਹੇ ਹੁੰਦੇ ਦੀਵਾਨੇ ਬਸਾਨੇ, ਦੂਜਾ ਤਾਂ ਰਹਿ ਵੀ ਨਹੀਂ ਸਕਦਾ ਹੈ। ਕਹਿੰਦੇ ਜੀ ਮੇਰੇ ਕੋਲ ਰੱਸੀ ਰੱਖੀ ਹੋਈ, ਇਹਦੇ ਨਾਲ ਮੈਨੂੰ ਪਤਾ ਲੱਗ ਜਾਂਦਾ ਤੁਸੀਂ ਰੱਜ ਗਏ। ਕਹਿੰਦੇ ਇਹਦੇ ਨਾਲ ਕਿਵੇਂ ਪਤਾ ਲੱਗ? ਕਹਿੰਦੇ ਮੈਂ ਤੁਹਾਡੇ ਪੇਟ ਦੇ ਇਰਦ ਗਿਰਦ ਰੱਸੀ ਲਪੇਟ ਕੇ ਦੇਖ ਲੈਂਦਾ ਵੀ ਜਿੰਨਾ ਖਾ ਪੀ ਕੇ ਤੁਹਾਡਾ ਪੇਟ ਬਾਹਰ ਆ ਜਾਂਦਾ ਨਾ, ਉਹ ਮੈਨੂੰ ਰੱਸੀ ਤੋਂ ਪਤਾ ਲੱਗ ਜਾਂਦਾ ਵੀ ਹੁਣ ਇਹ ਹੋ ਗਿਆ ਪੂਰਾ। ਕਹਿੰਦੇ ਵੀ ਬਸ ਜਦੋਂ ਸਾਨੂੰ ਅਸੀਂ ਰੱਜ ਜਾਇਆ ਕਰੀ ਨਾ, ਤੂੰ ਹੀ ਦੱਸਣਾ ਹੈ। ਜਦੋਂ ਅਸੀਂ ਭੁੱਖ ਲੱਗੇ ਇਹ ਵੀ ਤੂੰ ਹੀ ਦੱਸਾਂ, ਸਾਨੂੰ ਨਹੀਂ ਪਤਾ ਲੱਗਦਾ ਵੀ ਅਸੀਂ ਭੁੱਖਿਆਂ ਕੇ ਰੱਜੇ। ਇਹ ਹੁਣ ਤੇਰਾ ਕੰਮ ਹੈ ਸੇਵਕਾ, ਕਿਉਂਕਿ ਉਹ ਤਾਂ ਉੱਧਰੋਂ ਰੱਜੇ ਪਏ ਨਾ, ਉਹਨਾਂ ਨੂੰ ਜਿੱਥੇ ਨੀਂਦ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ ਹੈ। ਨਾ ਉੱਥੇ ਨੀਂਦ ਹੈ, ਨਾ ਉੱਥੇ ਆਲਸ ਹੈ, ਨਾ ਭੁੱਖ ਹੈ। ਉੱਥੇ ਤਾਂ ਹਰ ਅੰਮ੍ਰਿਤ ਨਾਮ ਸੁਖਵਾਸ ਹੈ, ਇਹਦੇ ਵਿੱਚ ਹੀ ਬਸ ਰਹੇ। ਇੱਥੇ ਮਹਾਰਾਜ ਕਹਿੰਦੇ ਉਹ ਤਾਂ ਫਿਰ ਤ੍ਰਿਪਤ ਹੋ ਕੇ ਨੱਕੋ ਨੱਕ ਰਜ ਰਹੇ ਹੈ। ਕੋਈ ਪਦਾਰਥਾਂ ਨੂੰ ਉਹਨਾਂ ਨੂੰ ਇੱਛਾ ਨਹੀਂ ਰਹਿੰਦੀ ਹੈ। ਲੇਹੋ ਪ੍ਰਭੂ ਲੜ ਲਾਏ, ਹਾਂ ਸੇ ਤ੍ਰਿਪਤ ਆਪ ਤਿਆਗ ਬੇਨਤੀ ਕਰਾਂ। ਇਹ ਛੱਡ ਗਏ ਸੀ
ਆਪਾ ਭਾਵ ਤਿਆਗ ਕਰਕੇ ਉਹ ਹਮੇਸ਼ਾ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਰਹਿੰਦੇ ਹੈ ਕਿ ਮਹਾਰਾਜ ਆਪ ਲਹੋ ਲੜ ਲੈ, ਆਪਣੇ ਸ਼ਰਨ ਰੂਪੀ ਲੜ ਨਾਲ ਪੱਲੇ ਨਾਲ ਸਾਨੂੰ ਲਾ ਲਓ। ਗੁਰੂ ਰੂਪ ਦੇ ਵਿੱਚ ਮਹਾਰਾਜ ਆਪਣੇ ਤੁਸੀਂ ਸਿੱਖੀ ਰੂਪ ਵਿੱਚ ਸਾਨੂੰ ਲੜ ਲਾ, ਸਾਨੂੰ ਸਿੱਖੀ ਬਖਸ਼ੋ, ਆਪਣਾ ਸਿੱਖ ਬਣਾ ਲਓ ਜੀ। ਸਿੱਖ ਬਣਨ ਵਾਸਤੇ ਮਨੁੱਖ ਬਹੁਤ ਪਾਪੜ ਵੇਲਦਾ ਹੈ, ਕਹਿੰਦੇ ਮਨ ਸਾਫ਼ ਚਾਹੀਦਾ ਹੈ, ਬਸ ਕੀ ਲੋੜ ਹੈ ਸਿੱਖ ਬਣਨ ਦੀ, ਕੀ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਹੈ। ਮਨ ਸਿੱਖ ਬਣਨਾ ਚਾਹੀਦਾ ਹੈ ਵੀ ਜੇ ਮਨ ਸਿੱਖ ਬਣ ਗਿਆ ਤਾਂ ਬਾਹਰਲੀ ਸਿੱਖੀ ਆਪੇ ਆ ਜਾਣੀ ਹੈ। ਜੋ ਸਾਡਾ ਮਨ ਕਹਿੰਦਾ ਨਾ ਉਹ ਹੀ ਅਸੀਂ ਬਾਹਰ ਕੁਝ ਕਰਦੇ। ਜੇ ਕਿਸੇ ਨੇ ਅਸੀਂ ਡਾਂਗ ਮਾਰਨੀ, ਮਨ ਕਹੂਗਾ ਪਹਿਲਾਂ ਵੀ ਮਾਰ ਇਹਦੇ ਬਣਾ ਸਵਾਰ ਕੇ, ਜੇ ਨਹੀਂ ਮਾਰਨੀ ਤਾਂ ਵੀ ਮਨ ਹੀ ਕਹੂਗਾ। ਜੇ ਹੁਣ ਜੇ ਸਿੱਖ ਮਨ ਬਣ ਗਿਆ ਤਾਂ ਫਿਰ ਗੱਲ ਕਿਸੇ ਵਾਰੀ ਇਹ ਕਹਿੰਦੇ ਵੀ ਮਨ ਸਿੱਖ ਬਣ ਗਿਆ, ਬਣਿਆ ਬੁਣਿਆ ਕੋਈ ਨਹੀਂ ਹੈ, ਝੂਠ ਹੀ ਬੋਲਦੇ। ਜਿਸ ਦਿਨ ਮਨ ਬਣ ਗਿਆ ਨਾ ਉਸ ਦਿਨ ਤੁਸੀਂ ਝੱਟ ਅਨੰਦਪੁਰ ਚਲੇ ਜਾਓ, ਝੱਟ ਮਹਿਤੀਆਂ ਨੇ ਜਾ ਖੜੋਗੇ। ਮਨ ਨੇ ਤੁਹਾਨੂੰ ਦਵਲ ਕੇ ਲੈ ਜਾਣਾ, ਪਾ ਕਿਰਪਾਨ ਪਾ ਕੰਘਾ ਕਸ਼ਹਿਰਾ ਪਾ, ਮਨ ਕਹੂਗਾ। ਜਿੰਨਾ ਚਿਰ ਮਨ ਹੀ ਨਾ ਮੰਨਦਾ ਉਹਨਾਂ ਚਿਰ ਕਿਉਂ ਇਹ ਫਹਾ ਲੈਣਾ, ਮਨ ਹੀ ਕਹੂਗਾ ਕਿਉਂ ਫਹਾ ਲੈਣਾ, ਕਿਉਂ ਖੇਸ ਹੋਣੀ ਹੁਣ ਤੋਂ, ਇਹੀ ਕਹੀ ਜਾਊ, ਪੁੱਠੀ ਮੱਤ ਦਊਗਾ। ਸੋ ਇਹ ਕਹਿੰਦੇ ਇੱਥੇ ਮਹਾਰਾਜ ਤੁਸੀਂ ਕਿਰਪਾ ਕਰੋ, ਬੇਨਤੀਆਂ ਕਰਦੇ ਆ ਵੀ ਮਹਾਰਾਜ ਆਪਣੇ ਸਿੱਖੀ ਰੂਪ ਦੇ ਲੜ ਨਾਲ ਸਾਨੂੰ ਪੱਲੇ ਲਾ ਲਓ, ਸਾਨੂੰ ਸਿੱਖ ਬਣਾ ਲਓ ਜੀ ਆਪਣੇ। ਜੋ ਹਰ ਕੰਤ ਮਿਲਾਈਆ, ਐਸੀਆਂ ਬੇਨਤੀਆਂ ਸੁਣ ਕੇ ਜਿਹੜੀਆਂ ਰੂਹਾਂ ਮਾਲਕ ਨੇ ਆਪਣੇ ਨਾਲ ਮਿਲਾਈਆਂ, ਆਪਣੇ ਨਾਮ ਨਾਲ ਜੋੜ ਲਈਆਂ ਹਨ, ਸੇ ਵਿਛੜ ਕਤਹਿ ਨਾ ਜਾ, ਉਹ ਐਸੀਆਂ ਮਿਲੀਆਂ ਕਹਿੰਦੇ ਵਿਛੜ ਕੇ ਫਿਰ ਕੋ ਆਸੇ ਪਾਸੇ ਨਹੀਂ ਜਾਂਦੀਆਂ ਹਨ, ਨਰਕਾਂ ਵਿੱਚ ਨਹੀਂ ਜਾਂਦੀਆਂ, 84 ਲੱਖ ਜੂਨ ਵਿੱਚ ਨਹੀਂ ਜਾਂਦੀਆਂ ਹਨ। ਉਹ ਤਾਂ ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਪਿਓਸ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਜੋਤੀ ਜੋਤ ਲੜੀ ਸੰਪੂਰਨ ਥੀਆ ਰਾਮ। ਔਰ ਜੋਤ ਵਿੱਚ ਜੋਤ ਰਲਦੀ ਉਹ ਤਾਂ ਸੰਪੂਰਨ ਰੂਪ ਹੋ ਜਾਂਦੇ। ਵਾਹਿਗੁਰੂ ਦਾ ਸੇਵਕ, ਵਾਹਿਗੁਰੂ ਦਾ ਸੇਵਕ, ਹਰ ਕਾ ਸੇਵਕ ਹਰ ਹੀ ਜਿਹਾ ਬਣ ਜਾਂਦਾ ਹੈ। ਹਰ ਹਰ ਜਨ ਦੂ ਇੱਕ ਬਿਬ ਵਿਚਾਰ ਕਛ ਨਾ ਹੈ, ਜਲ ਤੇ ਉਪਜ ਤਰੰਗ ਜਲ ਹੀ ਵਿਖਾ ਸਮਾਏ। ਆਰੀਆਂ ਸਮਾਜੀਆਂ ਦਾ ਇੱਕ ਵੱਡਾ ਹੋਇਆ ਦਇਆ ਨਾਲ, ਜੀਰੀਆ ਸਿੰਘ ਸਭੀਆਂ ਦੇ ਵਿਦਵਾਨ ਦਿੱਤ ਨਾਲ 3 ਵਾਰੀ ਚਰਚਾ ਹੋਈ, 3 ਵਾਰੀ ਇਹਨੂੰ ਕਹਿੰਦੇ ਚਰਚਾ ਚ ਹਰਾਤਾ ਸੀ। ਇਹ ਇਸ ਤਰ੍ਹਾਂ ਦਾ ਵੱਡਾ ਸਾਰਾ ਗਪੌੜਾ ਮਾਰਦਾ ਹੁੰਦਾ ਸੀ ਆਪਣੇ ਸ਼ਿਸ਼ਾਂ ਵਿੱਚ, ਵਿਦਿਆਰਥੀਆਂ ਵਿੱਚ, ਲੋਕਾਂ ਵਿੱਚ ਬੈਠਾ। ਕਹਿੰਦੇ ਇੱਕ ਵਾਰੀ ਅਭੇਦ ਹੋ ਕੇ ਕਹਿੰਦੇ 3.5 ਕਰੋੜ ਤੋਂ ਬਾਅਦ ਕਹਿੰਦੇ ਫਿਰ ਇਹ ਵੱਖਰਾ ਹੋ ਜਾਂਦਾ ਹੈ। ਇਹ 3.5 ਕਰੋੜ ਤਾਂ ਇਹ ਕਹਿੰਦੇ ਅਭੇਦ ਰਹਿੰਦਾ ਹੈ। 3.5 ਕਰੋੜ ਤੋਂ ਬਾਅਦ, ਸਾਲ ਤੋਂ ਬਾਅਦ ਇਹ ਫਿਰ ਕਹਿੰਦੇ ਜੀਵ ਵੱਖਰਾ ਹੋ ਜਾਂਦਾ ਹੈ। ਫਿਰ ਇਹਨੂੰ ਕਹਿੰਦੇ ਉਹੀ ਕਰਨਾ ਪੈਂਦਾ ਹੈ। ਫਿਰ ਕਿਤੇ ਕਹਿੰਦੇ ਫਿਰ ਉਹ ਭੇਦ ਹੋਊਗਾ, ਫਿਰ 3.5 ਕਰੋੜ ਦੇ ਨਵੇਂ। ਇਹ ਸਭ ਗਪੌੜੇ ਆ ਉਸਤੇ। ਪਰ ਗੁਰਬਾਣੀ ਵਿੱਚ ਇੱਥੇ ਮਹਾਰਾਜ ਨੇ ਕਿਹਾ ਜੋਤੀ ਜੋਤ ਲਈ, ਜੋ ਜਲ ਮੈਂ ਜਲ, ਜੋ ਪਾਣੀ ਵਿੱਚ ਪਾਣੀ ਆ ਮਿਲ ਜਾਏ ਤੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਇਹਦੇ ਤੇ ਮੋਹਰ ਲਾਈ ਹੈ। ਜਦੋਂ ਅਰਜਨ ਦਾ ਪੁੱਤਰ ਮੰਨੂ ਮਰ ਗਿਆ ਸੀ ਨਾ, ਉਹ ਰੋਂਦਾ ਪਿੰਡਾ ਸੀ ਮੋਹ ਤੇ, ਕਹਿੰਦਾ ਮਹਾਰਾਜ ਤੁਸੀਂ ਸਮਰੱਥ ਹੋ, 16 ਕਲਾ ਸਮੂਰ, ਮੇਰੇ ਪੁੱਤਰ ਨੂੰ ਲਿਆ ਕੇ ਮਿਲਾਓ। ਉਹ ਕਹਿੰਦੇ ਵੀ ਜਿਹੜਾ ਇੱਕ ਵਾਰੀ ਹੁਣ ਵਿਛੜ ਗਿਆ, ਚਲਿਆ ਗਿਆ, ਉਹ ਨਹੀਂ ਹੁੰਦਾ। ਕਹਿੰਦਾ ਨਹੀਂ ਮਹਾਰਾਜ, ਇੱਕ ਵਾਰੀ ਜ਼ਰੂਰ, ਇੱਕ ਵਾਰੀ ਜ਼ਰੂਰ। ਜਦੋਂ ਕਹੀ ਗਿਆ, ਭਗਵਾਨ ਕਹਿੰਦੇ ਵੀ ਆਉਂ ਕਰ ਅਰਜਨ, ਆ ਲੈ ਚੱਕ ਕਮੰਡਲ, ਉੱਥੇ ਨਦੀ ਤੇ ਜਾ, ਇਹਨੂੰ ਪਾਣੀ ਦਾ ਭਰ ਕੇ ਲਿਆ। ਪਾਣੀ ਦਾ ਭਰ ਲਿਆ। ਬੜਾ ਖੁਸ਼ ਹੋਇਆ ਵੀ ਹੁਣ ਗੱਲ ਬਣ ਗਈ। ਆ ਗਿਆ, ਕਹਿੰਦਾ ਲਓ ਜੀ ਮਹਾਰਾਜ ਆਓ ਤੇ ਉਹ ਮੰਨੂ ਨੂੰ, ਪੁੱਤਰ ਨੂੰ ਦਿਖਾਓ, ਗੱਲ ਕਰਾਓ। ਕਹਿੰਦੇ ਵੀ ਇਹ ਹੁਣ ਪਾਣੀ ਉਹਦੇ ਵਿੱਚ ਡੋਲਿਆ, ਕਮੰਡਲ ਵਿੱਚ ਪਾਇਆ ਨਦੀ ਵਿੱਚ। ਫਿਰ ਭੱਜ ਕੇ ਗਿਆ, ਡੋਲੇ ਆਇਆ। ਕਹਿੰਦੇ ਹੁਣ
ਕਹਿੰਦੇ ਹੁਣ ਉਹੀ ਪਾਣੀ ਜਿਹੜਾ ਤੂੰ ਪਹਿਲਾਂ ਭਰ ਕੇ ਲਿਆ ਸੀ, ਡੋਲ ਕੇ ਲਿਆ ਸੀ, ਉਸੇ ਨਦੀ ਵਿੱਚ ਉਹੀ ਪਾਣੀ ਲਿਆਉਣਾ, ਦੂਜਾ ਨਹੀਂ ਲਿਆਉਣਾ। ਕਹਿੰਦੇ ਉਹ ਤਾਂ ਮਾਰਾ ਪਾਣੀ ਦਾ ਪ੍ਰਵਾਹ ਵਗਦਾ ਸੀ, ਪਤਾ ਨਹੀਂ ਕਿਤੇ ਨਾ ਕਿਤੇ ਗਿਆ ਹੋਊਗਾ। ਕਹਿੰਦੇ ਇੱਕ ਆ ਪਾਣੀ ਦਾ ਤੂੰ ਉਹਦੇ ਵਿੱਚ ਡੋਲਿਆ ਸੀ, ਤੇ ਉਹ ਕਹਿੰਦਾ ਵੀ ਹੁਣ ਪਾਣੀ ਪਤਾ ਨਹੀਂ ਕਿਤੇ ਗਿਆ ਹੋਊਗਾ, ਤੇ ਉਹ ਪਾਣੀ ਹੁਣ ਉਹ ਨਹੀਂ ਮਿਲ ਸਕਦਾ ਹੈ। ਇਸੇ ਤਰ੍ਹਾਂ ਬਈ ਅਰਜਨ, ਤੇਰੇ ਪੁੱਤਰ ਦੀ ਜਿਹੜੀ ਜੋਤ ਹੈ ਨਾ, ਆਤਮਾ, ਉਹ ਤਾਂ ਭਗਵਾਨ ਵਿੱਚ, ਪਰਮੇਸ਼ਰ ਵਿੱਚ ਮਿਲ ਗਈ ਹੈ, ਉਹ ਹੁਣ ਵੱਖਰੀ ਨਹੀਂ ਹੋ ਸਕਦੀ ਹੈ। ਜਿਹੜੀ ਜੋਤ ਉਹਦੇ ਵਿੱਚ ਮਿਲ ਜੇ ਉਹ ਕਿਵੇਂ ਵੱਖਰੀ? ਜਦੋਂ ਪਾਣੀ ਵਿੱਚ ਪਾਣੀ ਮਿਲ ਜੇ ਉਹ ਵੱਖਰਾ ਨਹੀਂ ਹੋ ਸਕਦਾ ਹੈ। ਇਸ ਕਰਕੇ ਇਹ ਤਾਂ ਐਵੇਂ ਵਾਧੂ ਜੇ ਕਹਿਣ ਕਹਾਉਣਾ ਵੀ 3.5 ਕਰੋੜ ਤੋਂ ਬਾਅਦ ਇਹ ਵੱਖਰਾ ਹੋ ਜਾਂਦਾ ਹੈ, ਇਹ ਆਪਣਾ ਅਟਕਲ ਬੱਚੂ ਹੈ। ਬਾਣੀ ਮੋਹਰ ਲਾਉਂਦੀ ਹੈ ਵੀ ਇਹ ਤਾਂ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਜੋਤ ਵਿੱਚ ਜੋਤ ਲੱਗ ਜਾਂਦੀ ਹੈ, ਫਿਰ ਤਾਂ ਉਹਦਾ ਰੂਪ ਹੀ ਇਹ ਹੋ ਜਾਂਦਾ ਹੈ। ਪ੍ਰਭ ਬਿਨ ਦੂਜਾ ਕੋ ਨਹੀਂ। ਇਹ ਭਾਈ ਪਰਮੇਸ਼ਰ ਤੋਂ ਬਗੈਰ ਤਾਂ ਹੋਰ ਦੂਜਾ ਤੀਜਾ ਕੋਈ ਦੁਨੀਆ ਵਿੱਚ ਹੈ ਹੀ ਨਹੀਂ ਹੈ। ਨਾਨਕ ਹਰ ਸ਼ਰਣਾਈ। ਇਸ ਕਰਕੇ ਅਸੀਂ ਤਾਂ ਭਾਈ ਐਸੇ ਪ੍ਰਭੂ ਦੀ ਸ਼ਰਨ ਵਿੱਚ ਹੈ। ਸਾਨੂੰ ਇਹ ਸੇਧ ਹੈ, ਸਾਨੂੰ ਸਿੱਖਿਆ ਵੀ ਭਾਈ ਪਰਮੇਸ਼ਰ ਤੋਂ ਬਗੈਰ ਕੋਈ ਮਹਾਨ ਦੂਜਾ ਤੀਜਾ ਹੋਰ ਹੈ ਨਹੀਂ, ਆ ਉਹੀ ਮਹਾਨ ਹੈ ਜਾਂ ਉਹਦਾ ਨਾਮ ਹੈ। ਜਿਵੇਂ ਸਿੱਧਾਨਾਥਾਂ ਨੇ ਪੁੱਛਿਆ, ਮਹਾਰਾ ਰੱਬ ਤੋਂ ਉੱਪਰ ਦੀ ਕੋਈ ਹੈਗਾ, ਰੱਬ ਤੋਂ ਵੱਡਾ ਹੈਗਾ? ਮਹਾਰਾ ਕਹਿੰਦੇ ਹਾਂ ਹੈਗਾ। ਕਹਿੰਦੇ ਮਹਾਰਾ ਤਾਂ ਅੱਜ ਤੱਕ ਤਾਂ ਸੁਣਿਆ ਵੀ ਰੱਬ ਦੇ ਉੱਪਰ ਦੀ ਕੋਈ ਹੈ ਨਹੀਂ, ਰੱਬ ਤੋਂ ਵੱਡਾ? ਕਹਿੰਦੇ ਨਹੀਂ ਹੈਗਾ ਹੈ। ਕਹਿੰਦੇ ਮਹਾਰਾ ਛੇਤੀ ਦੇ ਕੇ ਦੱਸੋ। ਕਹਿੰਦੇ ਬਈ ਉਹਦਾ ਜਿਹੜਾ ਨਾਮ ਹੈ ਨਾ, ਉਹਦੇ ਨਾਲੋਂ ਵੱਡਾ ਹੈ। ਉੱਚੇ ਉੱਪਰ ਉੱਚਾ ਨਾਮ, ਉਹ ਜਿਹੜਾ ਉੱਚਾ ਨਾ ਸਭ ਤੋਂ, ਉਹਦੇ ਉੱਪਰ ਦੀ ਕਹਿੰਦੇ ਉਹਦਾ ਨਾਂ ਉੱਚਾ ਹੈ, ਉਹ ਮਹਾਨ ਹੈ। ਕਹਿੰਦੇ ਨਾਮ ਕਹਿੰਦੇ ਮਹਾਰਾ ਵੱਡਾ ਹੈ। ਕਹਿੰਦੇ ਦੇਖ ਲਓ ਤੁਹਾਡੇ ਸਾਰਿਆਂ ਦੇ ਅੰਦਰ ਹੀ ਬੈਠਾ ਹੋ, ਸਾਰਿਆਂ ਦੇ ਹਿਰਦੇ ਵਿੱਚ ਹੈ, ਪਰ ਕਿਸੇ ਨੂੰ ਪ੍ਰਗਟ ਹੈਗਾ, ਕਿਸੇ ਨੂੰ ਦਿਸਦਾ ਰੱਬ। ਕਈ ਤਾਂ ਭਕਾਈ ਮਾਰਦੇ ਰੱਬ ਕਿੱਥੇ? ਵੀ ਰੱਬ ਤੇ ਤੂੰ ਪੁੱਛਣ ਦੀ ਗੱਲ ਹੈ, ਰੱਬ ਤਾਂ ਤੇਰੇ ਅੰਦਰ ਬੈਠਾ, ਉਹਦੇ ਕਰਕੇ ਤਾਂ ਤੂੰ ਆਪ ਬੋਲ ਰਿਹਾ। ਜਿੱਦਣ ਨਾ ਹੋਇਆ ਉਹਨਾਂ ਨੂੰ ਤੈਨੂੰ 4 ਜਣੇ ਨੇ ਚੱਕ ਲੈਣਾ ਹੈ, ਤੇ ਉੱਥੇ ਜਾ ਕੇ ਸਿਵਿਆਂ ਛੱਡ ਕੇ ਅੱਗ ਲਾ ਕੇ ਸਾੜ ਦੇਣਾ ਜਿੱਦਣ ਉਹ ਨਾ ਹੋਇਆ। ਜਿੰਨਾ ਚਿਰ ਉਹ ਹੈ ਓਨਾ ਚਿਰ ਹੀ ਹੈ ਸਰੀਰ ਹਰਿਆ ਭਰਿਆ, ਨੱਚਦਾ ਟੱਪਦਾ ਹੈ। ਤੇ ਜਦੋਂ ਨਿਕਲ ਗਿਆ ਉਦੋਂ ਹੀ ਸਰੀਰ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਣੀ ਹੈ। ਸਾਨੂੰ 20 ਸਿਆਪੇ ਕਰਨੇ ਪੈਣੇ ਵੀ ਰਾਤ ਨੂੰ ਰੱਖਣਾ, ਹੁਣ ਇਹਦੇ ਇੱਧਰ ਸੈਂਟ ਸੁੰਟ ਜਾ ਸਿਕੜੋ, ਉਹਦੇ ਬਰਫ ਲਾਓ ਜੀ, ਕਿਤੇ ਸਰੀਰ ਨਾ ਖਰਾਬ ਹੋ ਜਾਏ। ਤੇ ਪਹਿਲਾਂ ਲਾਉਣ ਦੀ ਲੋੜ ਹੈਗੀ ਸੈਂਟ, ਜਿੰਨਾ ਚਿਰ ਉਹ ਰੱਬ ਹੈਗਾ ਅੰਦਰ ਬੈਠਾ ਹਿਰਦੇ ਵਿੱਚ, ਸਭ ਕੁਝ ਹੁੰਦਾ ਹੈ। ਪਰ ਉਹ ਦੇਖ ਲਓ ਵੀ ਹਿਰਦੇ ਵਿੱਚ ਬੈਠਾ ਹੈ, ਤੂੰ ਹਿਰਦਾ ਬਹੁਤ ਬਸੈ ਬਨਮਾਰੀ, ਤੇਰਾ ਭਾਵ ਨਾ ਬੁਝਾ ਗਵਾਰੀ। ਵੀ ਹਿਰਦੇ ਵਿੱਚ ਇਹ ਸੰਸਾਰ ਬਾਗੇ ਤੇਰਾ ਮੂਰਖ ਨਹੀਂ ਸਮਝ ਸਕਦਾ ਹੈ। ਪਰ ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਹੈ, ਨਾਮ ਵਿੱਚ ਤਾਕਤ ਹੈ, ਨਾਮ ਇਸ ਕਰਕੇ ਮਹਾਨ ਹੈ। ਨਾਮ ਉਹਦਾ ਸਰਗੁਣ ਨੂੰ ਵੀ ਪ੍ਰਗਟ ਕਰ ਦਿੰਦਾ ਹੈ, ਤੇ ਉਹਦਾ ਜਿਹੜਾ ਵਾਸਤਵ ਸਰੂਪ ਹੈ ਨਾ, ਅਸਲੀ ਸਰੂਪ ਹੈ ਨਿਰਾਕਾਰ ਸਰੂਪ ਦਾ, ਚੱਕਰ ਚਿੰਨ ਤੋਂ ਬਾਹਰ, ਉਹਦਾ ਵੀ ਉਹ ਗਿਆਨ ਕਰਾ ਦਿੰਦਾ ਵੀ ਮੇਰਾ ਵਾਸਤਵ ਸਰੂਪ ਆ ਹੈ। ਇਹ ਨਾਗਨ ਕੇ ਫਨਸਾਗਨ ਕੇ ਗੁਰ ਕੇ ਮਤ ਮੈਂ ਬੜ ਨਾਮ ਪਛਾਨੋ। ਭਾਈ ਸੰਤੋਖ ਸਿੰਘ ਜੀ ਨੇ ਗੁਰੂ ਕੇ ਦੇ ਮਤ ਵਿੱਚ ਨਿਰਗੁਣ ਸਰੂਪ ਤੋਂ ਵੀ ਨਾਮ ਵੱਡਾ, ਸਰਗੁਣ ਸਰੂਪ ਤੋਂ ਵੀ ਨਾਮ ਵੱਡਾ ਹੈ। ਉਧਰ ਗੁਰੂ ਨਾਨਕ ਵੀ ਕਹਿ ਰਹੇ ਉੱਚੇ ਉੱਪਰ ਉੱਚਾ ਨਾਮ ਭਾਈ ਹੈ। ਇਸ ਕਰਕੇ ਇੱਥੇ ਕਹਿ ਰਹੇ ਹਨ, ਅਸੂ ਸੁਖੀ ਪਹਿਲੀ ਪੰਕਤੀ ਛੋੜੀ ਫੇਰ ਪਗਲ, ਪ੍ਰਭ ਬਿਨ ਦੂਜਾ ਕੋ ਨਹੀਂ। ਕੋਈ ਪਰਮੇਸ਼ਰ ਤੋਂ ਬਗੈਰ ਤਾਂ ਹੋਰ ਕੋਈ ਦੂਜਾ ਚੀਜ਼ਾਂ ਮਹਾਨ ਹੈ ਹੀ ਨਹੀਂ ਹੈ। ਨਾਨਕ ਹਰ ਸ਼ਰਣਾਈ। ਇਸ ਕਰਕੇ ਅਸੀਂ ਤਾਂ ਵਾਹਿਗੁਰੂ ਦੀ ਸ਼ਰਨ ਹੈ, ਤੁਸੀਂ ਵੀ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹੋ। ਅਸੂ ਸੁਖੀ ਬਸੰਦੀਆ। ਅਸੂ ਦੇ ਮਹੀਨੇ ਵਿੱਚ ਉਹ ਰੂਹਾਂ ਸੁਖੀ ਬਸਦੀਆਂ, ਸੁਖਾਂ ਵਿੱਚ ਬਸਦੀਆਂ,
ਸੁਖ ਭੋਗਦੀਆਂ ਹਨ। ਜਿਨਾ ਮਇਆ ਹਰ ਰਾਏ ਜਿਨ੍ਹਾਂ ਦੇ ਉੱਪਰ ਹਰੀ ਰਾਜਾ ਦੀ ਮਾਇਆ ਕੀ ਮਿਹਰ ਹੋ ਜਾਂਦੀ ਹੈ। ਮਿਹਰ ਹੋਣਾ ਜਿਹੜਾ ਗੁਰੂ ਦੁਆਰਾ ਉਪਦੇਸ਼ ਲੈ ਕੇ ਨਾਮ ਜਪਦਾ ਹੈ, ਨਿਸ਼ਕਾਮ ਕਰਮ ਕਰਦਾ ਹੈ, ਭਾਵ ਭਗਤੀ ਕਰਦਾ ਹੈ, ਫਿਰ ਉਹਦੇ 'ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ। ਜਿਹਦੇ 'ਤੇ ਮਿਹਰ ਹੋ ਜਾਏ ਫਿਰ ਉਹ ਰੂਹ ਅੰਦਰਲੀ ਸੁੱਖਾਂ ਵਿੱਚ ਵੱਸਦੀ ਹੈ। ਨਹੀਂ ਤਾਂ ਸਾਰੀ ਜ਼ਿੰਦਗੀ ਰੂਹ ਜਿਹੜੀ ਹੈ ਤੰਗ ਹੀ ਰਹਿੰਦੀ, ਬੇਚੈਨ ਹੀ ਰਹਿੰਦੀ, ਦੁਖੀ ਰਹਿੰਦੀ ਹੈ। ਸਭ ਰੋਂਦੇ ਨੇ, ਨਾਨਕ ਦੁਖੀਆ ਸਭ ਸੰਸਾਰ ਹੈ। ਜਿਹਨੂੰ ਮਰਜ਼ੀ ਪੁੱਛ ਕੇ ਦੇ ਲਓ, ਮੱਝ ਪਰ ਦੁੱਖ ਬਦੁੱਖ, ਇਹ ਦੁੱਖ ਦੇ ਉੱਪਰ ਵੀ ਹੋਰ ਦੁੱਖ ਹੈ। ਇੱਕ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਮਾਰ ਜਮਦੂਤ, ਇੱਕ ਦੁੱਖ ਰੋਗ ਲਗਾਇ ਤੰਤਾਏ। ਤੇ ਭੁੱਖ ਦਾ ਵੀ ਦੁੱਖ ਖੜਾ ਹੈ, ਤੇ ਕਈ ਤਰ੍ਹਾਂ ਦੇ ਜਿਹੜੇ ਰੋਗਾਂ ਦਾ ਦੁੱਖ ਵੀ ਖੜਾ ਰਹਿੰਦਾ। ਕਿਤੇ ਇੱਕ ਲਿਆ ਉਹ ਦੂਜਾ ਹੋਰ ਲੱਗ ਗਿਆ। ਨਹੀਂ, ਹਉਮੈ ਦਾ ਰੋਗ ਤਾਂ ਦੀਰਘ ਲੱਗਦਾ ਹੀ ਹੈ। ਚਿੰਤਾ ਦਾ ਰੋਗ ਤਾਂ ਖੜਾ ਛੱਡਦਾ ਹੀ ਨਹੀਂ ਹੈ ਮਨੁੱਖ ਦੀ ਚਿੰਤਾ ਦਾ। ਇਹ ਹਉਮੈ ਦੀਰਘ ਰੋਗ ਹੈ। बड़े बड़े जो दिशा लोग तिनको व्यापा चिंता रोगे, चिंता का रोग। पर ओ जिन्ना ते परमेश्वर की मेहर हो जाती है, नाम जाप जाप करके ओ फिर सुख विच रूहां बसदियां, सुखी हो जांदियां। उन्होंने जिन्होंने सुख की बख्शिश हो गई, और सुख दे विच भावें कोई आरियां नाल चीरी जाए, भावें देगां विच वाले, उन्हां दे विच सुख दे विच कोई फर्क नहीं पैंदा है। वो फिर भी उत्थे सुखी है। जिवें मरफी का कोई टीका ला जाए, जिन्ना मर्जी डॉक्टर कट्टी वड्डी जान, सरीर नूं कोई पता लगता है? इवें जिथे परमेश्वर की मेहर की निगाह हो जाए, तो समझ लो मेहर उहदी मरफी का टीका है। फिर कोई काया कापर चीर बहु पारे, नहीं काया रूपी जिहड़ा कपड़ा है, इहनूं कहंदे कोई चीरी जाए, कोई पाड़ी जाए। वो जिहड़ा नाम का रंग चढ़िया, जिहदे नाल मनुख सुखी हुंदा है, वो नहीं लैंदा है। हर नामा हर रंग है, रंग मजीठा रंग है। ये मजीठी रंग है, पक्का रंग है नाम का रंग। फिर जिन्हों रंग चढ़ जाए, फिर वो रूही सुखां विच बसदी है, उहदे मेहरां हो जांदियां हैं। तो इस करके महाराज ने कहा, भाई वाहिगुरू दे नाल प्रेम प्यार करो, ये नाम जपो, तो इस तरह घालना कमाई करके अपनी जोत नूं, अपनी रूह नूं उहदे विच भेद करो, फिर तुसीं सदा सुखी रहोगे। ये उपदेश दे के आप जी ने ये पौड़ी की समाप्ति की है। लोए पौड़ी भी समाप्त हो गई। जिवें गुरु महाराज ने मत बद बख्शी है, थोड़ा बहुता 8 साल विचों विद्या पढ़दियां किनका प्राप्त होया है, वो आप रल मिल के विचारां सांझियां कीतियां। ये तुरकी बाणी सच की बाणी है, अकाल को बाणी है। मेरे वर्गा मात्र अज्ञानी जीव इस गुरबाणी के सार सिद्धांत नूं सही मैने विच समझ नहीं सकता है। जिन्ना पता थोड़ा समझ पई है, उन्हां रल मिल के आपां इह साझा कीता है। फिर भी बेअंत भुलां गलतियां होईयां। सतगुरु तां दया दे घर दा बख्शिंदा, भुलां गलतियां औगण को ना चितारदा, गल छेती लायक परमेश्वर ते क्यों इको रूप है। वो तां जीवनियां भुलां गलतियां जदों कोई अरदास बेनती करदा, उदों ही नज़र अंदाज कर दिंदे। तो इस करके गुरु की संगत भी ये भुलां गलतियां माफ़ करन। जो ये पढ़िया सुनिया साडा हिरदे विच वसे, थाए पवे, जिस करके महीना साडा सुख दे नाल, सुखां दे नाल बसर हो जावे। प्रभ बिन दूजा को नहीं, नानक हर शरणाय। असु सुखी बसंदिया, जिना मया हर राय।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगुनाश, हे पूरन हे सर्वमय दुख पंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, है पी होवनहार, हे संतां कै सदा संग, निधाराया धार, हे ठाकुर हाँ दासरो, वह निर्गुण गुण नहीं कोय, नानक दीजै नाम दान, रखो हिया परोय। आए प्रभु शरणागति, कृपा निध दयाल, एक अखर हर मन वसत, नानक होत निहाल। वाहिगुरु नाम जहाज है, चढ़े सो तरे पार, जो सरदा कर सेवंदे, पार उतरन हार, जो सरदा कर सेवंदे, पार उतरन हार। तुम ठाकुर तुम पे अरदास, जियो पिंड सब तेरी रास,